ਚੜਨ ਵਾਲਿਓ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਇੱਕ ਦੋ ਪਿਆਰ ਦੇ ਹੰਝੂ ਬਹਾਣ ਲੱਗਿਆ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਦਾ ਜਿੱਥੇ ਗਏ ਹੋ ਅਸੀਂ ਵੀ ਆਏ ਜਾਣਾ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਹੜਾਂ ਦੀ ਹਿੱਕ ਅੰਦਰ ਤੇ ਸਿਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਬਦਲੇ ਲੈ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਐਵੇਂ ਭਰਮ ਹੈ ਸਾਡਿਆਂ ਕਾਤਲਾਂ ਨੂੰ ਬਦਲੇ ਲੈ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਏ ਸਾਡੀ ਕਤਾਰ ਲੋਕੋ ਸਾਡੇ ਹੱਕਾਂ ਦੀ ਮੱਕੀ ਹੈ ਹੋਈ ਚਾਬੂ ਤੇ ਵੇਲੜ ਵਗ ਨਹੀਂ ਖੇਤਾਂ ਵਿੱਚ ਵੜਨਾ ਦੇਣਾ ਨਰਮ ਦੋਧਿਆਂ ਦੇ ਸੂਹੇ ਪਿੰਡਿਆਂ ਨੂੰ ਅਸੀਂ ਲੁੱਟਦਾ ਤਾਪ ਨਾ ਚੜਨ ਦੇਣਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ ਪਰਦੇਸ਼ ਤੋਂ ਪਿਆਰੇ ਸਵਾਗਤ ਹੈ तमाम ਸਰੋਤਿਆਂ ਦਾ ਅੱਜ ਦੇ ਰੇਡੀਓ ਇਨਕਲਾਬ ਪ੍ਰੋਗਰਾਮ ਵਿੱਚ ਦੋਸਤੋ ਅੱਜ ਦਿਨ ਸੋਮਵਾਰ 19 ਅਪ੍ਰੈਲ 2021 ਦਾ ਦਿਨ ਹੈ ਔਰ ਮੇਰਾ ਤੇ ਤੁਹਾਡਾ ਸਾਥ ਔਰ ਭਾਰਤੀ ਜੀ ਦਾ ਸਾਥ ਰਹੇਗਾ ਠੀਕ ਸ਼ਾਮ 6:30 ਵਜੇ ਤੱਕ ਅਸੀਂ ਹਰ ਸੋਮਵਾਰ ਦੀ ਤਰ੍ਹਾਂ ਤੁਹਾਡੇ ਲਈ ਫਿਰ ਹਾਜ਼ਰ ਹੋ ਗਏ ਹਾਂ ਮੈਨੂੰ ਹੁਣ ਭਾਰਤੀ ਜੀ ਇਹ ਵੀ ਠੀਕ ਨਹੀਂ ਲੱਗਦਾ ਕਹਿਣਾ ਕਿ ਤੁਹਾਡੇ ਲਈ ਇੱਕ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਗਏ ਹਾਂ ਕਿਉਂਕਿ ਸਾਡੇ ਲੜੀਵਾਰ ਵਿਸ਼ੇ ਨੇ ਜਿਹੜੇ ਚੱਲਦੇ ਨੇ ਸੋ ਉਸੇ ਹੀ ਲੜੀ ਦੀ ਅਗਲੀ ਕੜੀ ਲੈ ਕੇ ਅਸੀਂ ਤੁਹਾਡੇ ਸਨਮੁਖ ਹੋਏ ਹਾਂ ਸੋ ਪ੍ਰੋਗਰਾਮ ਨਵੇਂ ਪੁਰਾਣੇ ਤਾਂ ਪਤਾ ਨਹੀਂ ਹੁੰਦੇ ਆ ਕਿ ਨਹੀਂ ਤੋ ਕਿਸਾਨੀ ਅੰਦੋਲਨ ਤੇ ਜਿਹੜਾ ਅਸੀਂ ਜਦੋਂ ਤੋਂ ਇਹ ਸੰਘਰਸ਼ ਖੈਰ ਜਿਹੜਾ ਮੋਰਚਾ ਲੱਗਿਆ ਹੋਇਆ ਉਸ ਤੋਂ ਬਹੁਤ ਸਾਲ ਪਹਿਲਾਂ ਤੋਂ ਅਸੀਂ ਜਦੋਂ ਦਾ ਰੇਡੀਓ ਪ੍ਰੋਗਰਾਮ ਸ਼ੁਰੂ ਹੋਇਆ ਜੀ ਹਾਂਜੀ ਉਦੋਂ ਤੋਂ ਹਾਂਜੀ ਕਿਸਾਨੀ ਸੰਘਰਸ਼ ਦੀ ਗੱਲਬਾਤ ਕਰ ਰਹੇ ਹਾਂ ਬਿਲਕੁਲ ਜੀ ਜਿਹੜੇ ਸਾਡੇ ਕਿਸਾਨ ਆਗੂ ਨੇ ਉਹਨਾਂ ਨਾਲ ਅਸੀਂ ਬਹੁਤ ਲੰਬੇ ਸਮੇਂ ਤੋਂ ਨਾਲ ਜੁੜੇ ਹੋਏ ਹਾਂ ਔਰ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਰੇਡੀਓ ਇਨਕਲਾਬ ਜਿਹੜਾ ਜਿਹੜੀਆਂ ਜੁਝਾਰੂ ਕਿਸਾਨ ਜਥੇਬੰਦੀਆਂ ਨੇ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ ਚਾਹੇ ਉਹ ਭਾਰਤ 'ਚ ਹੋਣ ਇੱਥੇ ਹੋਣ ਜਾਂ ਕਿਤੇ ਹੋਰ ਹੁਣ ਅਸੀਂ ਉਹਨਾਂ ਦੀ ਆਵਾਜ਼ ਬਣਨ ਦੀ ਕੋਸ਼ਿਸ਼ ਕੀਤੀ ਹੈ ਹਮੇਸ਼ਾ ਤਾਂ ਉਸੇ ਹੀ ਕੋਸ਼ਿਸ਼ ਦੀ ਲੜੀ ਵਿੱਚ ਅੱਜ ਵੀ ਇਹੋ ਸਾਡਾ ਮੁੱਖ ਵਿਸ਼ਾ ਰਹੇਗਾ ਕਿ ਭਾਰਤ ਦਾ ਕਿਸਾਨੀ ਅੰਦੋਲਨ ਔਰ ਉਹ ਅੰਤਰਰਾਸ਼ਟਰੀ ਸੰਦਰਭ ਵਿੱਚ ਪੱਧਰ ਤੇ ਕਿਵੇਂ ਮਹੱਤਤਾ ਰੱਖਦਾ ਹੈ ਕਿੱਥੇ ਉਹ ਬੈਠੇ ਆ ਅਸੀਂ ਕਿਉਂਕਿ ਇਹ ਬਹੁਤ ਇੱਕ ਇੰਪੋਰਟੈਂਟ ਗੱਲ ਹੈ ਕਿ ਇਹ ਇੱਕ ਮੇਰਾ ਖਿਆਲ ਹੈ ਕੇਂਦਰ ਬਿੰਦੂ ਸਾਬਤ ਹੋਏਗਾ ਆਉਣ ਵਾਲੇ ਸਮੇਂ 'ਚ ਜੋ ਕੁਝ ਹੋਣਾ ਜੀ ਔਰ ਉਸ ਤੋਂ ਬਾਅਦ ਥੋੜਾ ਸਮਾਂ ਜ਼ਰੂਰ ਦੇਵਾਂਗੇ ਸਥਾਨਕ ਜਿਹੜੀਆਂ ਕੁਝ ਅੱਜ ਅਨਾਉਂਸਮੈਂਟਸ ਹੋਈਆਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਔਰ ਜੋ ਸਾਡੀਆਂ ਗਤੀਵਿਧੀਆਂ ਲਗਾਤਾਰਤਾ ਨਾਲ ਚੱਲਦੀਆਂ ਆ ਰਹੀਆਂ ਨੇ ਮਾਈਗ੍ਰੈਂਟਸ ਨੂੰ ਲੈ ਕੇ ਚਾਹੇ ਉਹ ਆਫਸ਼ੋਰ ਫਸੇ ਹੋਏ ਨੇ ਜਾਂ ਇੱਥੇ
ਜਿਹੜੀਆਂ ਮੁਸ਼ਕਲਾਂ ਨੇ ਉਹ ਵੀ ਗੱਲਬਾਤ ਚੱਲਦੀ ਰਹੇਗੀ ਔਰ ਆਉਂਦੇ ਵੀਕਐਂਡ ਤੇ ਵੀ ਕੀ ਕੁਝ ਕਿਹੜੇ ਇਵੈਂਟ ਜਿਹੜੇ ਅਸੀਂ ਪਲਾਨ ਕੀਤੇ ਹੋਏ ਨੇ ਉਹਦੀ ਵੀ ਸਾਂਝ ਜ਼ਰੂਰ ਪਾਵਾਂਗੇ ਆਪਣੇ ਸਰੋਤਿਆਂ ਨਾਲ। ਹਾਂਜੀ ਅਨੂ ਜੀ ਇੱਕ ਹੋਰ ਜਾਣਕਾਰੀ ਸਾਂਝੀ ਕਰ ਦਈਏ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਹੀ ਇਹ ਜਿਹੜਾ ਪ੍ਰੋਗਰਾਮ ਆ ਅਸੀਂ YouTube ਤੇ ਲਾਈਵ ਇਹਨੂੰ ਫੋਰਕਾਸਟ ਇਹਦਾ ਕੀਤਾ ਜਾਵੇ। ਸੋ ਉਹਦੇ ਵਿੱਚ ਮੇਰੇ ਖਿਆਲ ਇੰਡੀਆ ਵਾਸਤੇ ਟਾਈਮ ਬਹੁਤ ਸੂਟ ਕਰਦਾ ਜੀ ਕਿਉਂਕਿ ਸਵੇਰ ਦਾ ਟਾਈਮ ਹੈ, ਸਵੇਰੇ 10:30 ਵਜੇ ਦਾ ਟਾਈਮ ਹੁੰਦਾ ਹੈ। ਸੋ ਉਹਦੇ ਵਿੱਚ ਅਸੀਂ ਉੱਥੋਂ ਜਿਹੜੇ ਸਾਡੇ ਸੰਘਰਸ਼ੀਲ ਸਰੋਤੇ ਨੇ ਉਹਨਾਂ ਨੂੰ ਵੀ ਅਸੀਂ ਨਾਲ ਲੈ ਸਕਦੇ ਹਾਂ, ਜਿਹੜਾ ਫੋਨ ਇਨ ਕਰ ਸਕਦੇ ਨੇ। ਸੋ ਜਲਦ ਹੀ ਅਸੀਂ ਇਹ YouTube ਤੇ ਲਾਈਵ ਦਾ ਜਿਹੜਾ ਪ੍ਰੋਸੈਸ ਆ ਉਹ ਸ਼ੁਰੂ ਕਰਾਂਗੇ। ਸੋ ਉਹਦੇ ਨਾਲ ਸਾਡਾ ਵੀ ਥੋੜਾ ਕੰਮ ਘਟੂਗਾ ਕਿਉਂਕਿ ਰਿਕਾਰਡਿੰਗ ਕਰਕੇ ਫਿਰ ਉਹਨੂੰ ਅਪਲੋਡ ਕਰਨਾ, ਹਾਂਜੀ ਐਡਿਟ ਕਰਕੇ ਅਪਲੋਡ ਕਰਨਾ, ਹਾਂ ਥੋੜਾ ਜਿਹਾ ਕੰਮ ਵੱਧ ਜਾਂਦਾ ਔਰ ਕਈ ਵਾਰੀ ਹੋਰ ਸੰਘਰਸ਼ਾਂ ਦੇ ਵਿੱਚ ਕਈ ਵਾਰੀ ਡਿਲੇ ਵੀ ਹੋ ਜਾਂਦਾ ਜੀ ਔਰ ਫਿਰ ਸਰੋਤੇ ਪੁੱਛਦੇ ਨੇ ਕਿ ਹਾਂ ਇਹ ਹਜੇ ਤੱਕ ਸਾਡਾ ਨਵਾਂ ਪ੍ਰੋਗਰਾਮ ਕਿਉਂ ਨਹੀਂ ਆਇਆ। ਸੋ ਦੋਸਤੋ ਜਿਵੇਂ ਅਨੂ ਜੀ ਨੇ ਗੱਲ ਕੀਤੀ ਹੈ ਕਿ ਪਹਿਲਾਂ ਤਾਂ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਬਹੁਤ ਹੀ ਹਰਮਨ ਪਿਆਰੇ ਸਾਥੀ ਡੈਨੀ ਥੋਮਸਨ ਜਿਨ੍ਹਾਂ ਨੇ ਇਹ ਜਿਹੜਾ ਆਰਟੀਕਲ ਸੀ ਮੈਨੂੰ ਭੇਜਿਆ ਜੀ ਔਰ ਸਾਡੇ ਸਾਥੀ ਡੈਨੀ ਥੋਮਸਨ ਸਾਡੇ ਯੂਨੀਅਨ ਦੇ ਸਾਥੀ ਨੇ ਔਰ ਇਹ ਜਿਹੜੇ ਅਸੀਂ ਇੱਥੇ ਰੈਲੀਆਂ ਕਰਦੇ ਹਾਂ ਕਿਸਾਨੀ ਹੱਕਾਂ ਦੇ ਵਿੱਚ ਤੇ ਬਿੱਲਾਂ ਦੇ ਵਿਰੋਧ ਦੇ ਵਿੱਚ ਉੱਥੇ ਉਹ ਸ਼ਾਮਲ ਵੀ ਹੁੰਦੇ ਇੱਥੋਂ ਦੇ ਮੂਲ ਨਿਵਾਸੀ ਨੇ ਹਾਂਜੀ ਮਾਊਰੀ ਨੇ ਔਰ ਬਹੁਤ ਵਧੀਆ ਇਨਸਾਨ ਨੇ। ਸੋ ਉਹਨਾਂ ਨੇ ਮੈਨੂੰ ਇਹ ਆਰਟੀਕਲ ਇਹ ਭੇਜਿਆ ਸੀਗਾ। ਸੋ ਇਹ ਆਰਟੀਕਲ ਛਪਿਆ ਜੀ ਕਾਊਂਟਰ ਪੰਚ ਦੇ ਵਿੱਚ ਪਰ ਇਹ ਲਿਖਣੇ ਵਾਲੇ ਨੇ ਕੋਲਿਨ ਟੌਡ ਹੰਟਰ। ਸੋ ਇਹ ਮੇਨਲੀ 8 ਅਪ੍ਰੈਲ 2021 ਹਾਂਜੀ 8 ਅਪ੍ਰੈਲ ਤਾਜ਼ਾ ਬਿਲਕੁਲ ਹਾਂਜੀ ਔਰ ਇਹ ਮੇਨਲੀ ਇਕੋਲੋਜਿਸਟਿਕ ਮੈਗਜ਼ੀਨ ਹੈਗਾ। ਉਹਦੇ ਵਿੱਚ ਲਿਖਦੇ ਨੇ ਕਿ ਕਿਸ ਤਰੀਕੇ ਨਾਲ ਜਿਹੜੀਆਂ ਵੱਡੇ ਜਿਹੜੇ ਕੋਰਪੋਰੇਟ ਘਰਾਣੇ ਨੇ ਉਹਨਾਂ ਦੀ ਕਰਪਸ਼ਨ ਔਰ ਸਾਰਾ ਇਹ ਜਿਹੜਾ ਖੇਤੀਬਾੜੀ ਨੂੰ ਲੈ ਕੇ ਇਹ ਜ਼ਹਿਰਾਂ ਜਿਹੜੀਆਂ ਉਹਨਾਂ ਨੂੰ ਲੈ ਕੇ ਔਰ ਛੋਟੀ ਕਿਸਾਨੀ ਨੂੰ ਲੈ ਕੇ ਇਹ ਲਿਖਦੇ ਨੇ। ਇੰਗਲੈਂਡ ਤੋਂ ਨੇ, ਇਹ ਇੰਡੀਆ ਵੀ ਰਹਿ ਕੇ ਆਏ ਨੇ ਇਹ। ਸੋ ਇਹਨਾਂ ਦੇ ਬਾਰੇ ਵੀ ਕਦੀ ਬਾਅਦ 'ਚ ਗੱਲ ਕਰਾਂਗੇ ਜੀ। ਸੋ ਦੋਸਤੋ ਇਹ ਜਿਹੜੇ ਆਪਣੇ ਸਰੋਤੇ ਨੇ ਉਹ ਆਪਣਾ ਕਿਸਾਨ ਸੰਘਰਸ਼ ਨੂੰ ਫੋਲੋ ਕਰ ਰਹੇ ਨੇ। ਸਟੇਜਾਂ ਦੇ ਉੱਪਰ ਸਾਡੇ ਜਿਹੜੇ ਬੁਲਾਰੇ ਨੇ ਜਿਹੜੇ ਸਾਡੇ ਆਗੂ ਨੇ ਉਹਨਾਂ ਦੇ ਮੂੰਹੋਂ ਤੁਸੀਂ ਇਹ ਕਾਫੀ ਵਾਰੀ ਨਾਂ ਸੁਣਿਆ ਹੋਊਗਾ ਬਿਲ ਗੇਟਸ ਕਿ ਬਿਲ ਗੇਟਸ ਕਿਵੇਂ ਅਮਰੀਕਾ ਦਾ ਘੱਟੋ ਘੱਟ ਸਭ ਤੋਂ ਵੱਡਾ। ਉਸ ਤੋਂ ਪਹਿਲਾਂ ਸਾਰਿਆਂ ਨੂੰ ਪਤਾ ਮਾਈਕਰੋਸਾਫਟ ਵਾਲਾ ਬਿਲ ਗੇਟਸ। ਮੈਂ ਕਿਸਾਨੀ ਸੰਘਰਸ਼ ਦੇ ਸੰਦਰਭ ਤੇ ਗੱਲ ਕਰਦਾ ਸੀਗਾ। ਠੀਕ ਹਾਂਜੀ ਬਿਲਕੁਲ ਜੀ ਬਿਲਕੁਲ। ਦੁਨੀਆ ਦਾ ਇਹ ਮੇਰੇ ਖਿਆਲ ਦੂਜਾ ਕਿ ਤੀਜਾ ਅਮੀਰ ਹੈ ਸ਼ਾਇਦ, ਮੈਨੂੰ ਹੁਣ ਐਗਜ਼ੈਕਟਲੀ ਕਿਉਂਕਿ ਜੈਫ ਬੀਜ਼ੋਸ ਫੇਸਬੁੱਕ ਵਾਲਾ ਉਸ ਤੋਂ ਬਾਅਦ ਸ਼ਾਇਦ ਦੂਜੇ ਤੇ ਮਾਰਕ ਜ਼ੁਕਰਬਰਗ। ਸੋ ਦੁਨੀਆ ਦੇ ਅਮੀਰ ਬੰਦਿਆਂ ਚੋਂ ਇੱਕ ਹੈ ਆ, ਕਾਫੀ ਉੱਪਰ ਦਿਆਂ ਚੋਂ ਦੂਜਾ ਜਾਂ ਤੀਜਾ ਹੋਊਗਾ। ਸੋ ਇਹ ਪਹਿਲਾਂ ਜਿਹੜੀ ਮਾਈਕਰੋਸਾਫਟ ਜਿਹੜੀ ਕੰਪਨੀ ਹੈ ਉਹ ਇਹਨੇ ਚਲਾਈ ਸੀ। ਸੋ ਉਸ ਤੋਂ ਇਹਨੇ ਸਰਮਾਇਆ ਕਮਾਇਆ। ਸੋ ਹੁਣ ਸਰਮਾਇਆ ਬਹੁਤ ਜ਼ਿਆਦਾ ਹੁਣ ਕਿਤੇ ਨਾ ਕਿਤੇ ਖਰਚਣਾ ਵੀ ਹੈ। ਸੋ ਇਹ ਜਿਵੇਂ ਮੈਂ ਗੱਲ ਕਰ ਰਿਹਾ ਸੀ ਕਿ ਕਿਸਾਨ ਜਿਹੜੇ ਆਗੂ ਨੇ ਉਹ ਦੱਸਦੇ ਨੇ ਕਿ ਇਹ ਘੱਟੋ ਘੱਟ ਅਮਰੀਕਾ ਦਾ ਸਭ ਤੋਂ ਵੱਡਾ ਕਿਸਾਨ ਬਣ ਚੁੱਕਿਆ ਹੈ ਜਿਹੜੇ ਅੱਜ ਤੱਕ ਕਿਸਾਨੀ ਦਾ ਇਹਦਾ ਕੋਈ ਲੈਣਾ ਦੇਣਾ ਨਹੀਂ ਪਤਾ ਹੋਣਾ। ਇਹ ਬੇਸਿਕਲੀ ਉਹਦੇ ਵਿੱਚ ਜਿਹੜਾ ਪੈਸਾ ਜਿਹੜਾ ਇਨਵੈਸਟ ਕਰ ਰਿਹਾ ਉਹਦੇ ਆਧਾਰ ਤੇ ਜ਼ਮੀਨ ਅਕਵਾਇਰ ਕਰ ਚੁੱਕਿਆ। ਸੋ ਫਾਰ ਇਹਦੇ ਕੋਲੇ 2,47,000 ਕਿੱਲੇ ਠੀਕ ਜ਼ਮੀਨ ਇਹਦੇ ਕੋਲੇ ਹੈ ਅਮਰੀਕਾ ਦੇ ਵਿੱਚ। ਉਹ ਕਿਸ ਤਰੀਕੇ ਦੀ ਜ਼ਮੀਨ ਵਾ ਉਹਦੇ ਵਿੱਚ ਜੰਗਲ ਵੀ ਨੇ, ਉਹਦੇ ਵਿੱਚ ਐਗਰੀਕਲਚਰ ਆਪਣੀ ਖੇਤੀਬਾੜੀ ਵਾਲੀ ਜਗ੍ਹਾ ਵੀ ਹੈ ਔਰ ਉੱਥੇ ਜਿਹੜੇ ਇਹਦੇ ਵਿਰੋਧ ਦੇ ਵਿੱਚ ਕੀ ਕੁਝ ਹੋ ਰਿਹਾ ਔਰ ਸਰਕਾਰ ਵੀ ਕਾਨੂੰਨ ਕੁਝ ਬਣਾਉਣਾ ਚਾਹੁੰਦੀ ਹੈ। ਇੱਕ ਵੱਖਰਾ ਵਿਸ਼ਾ ਫਿਰ ਕਿਸ ਦਿਨ ਗੱਲ ਕਰਾਂਗੇ। ਪਰ ਇਹ ਕਿਹੜੀ ਜਗ੍ਹਾ ਤੇ ਇਹਦੀ ਜ਼ਮੀਨ ਤੁਸੀਂ ਦੱਸਿਆ? ਇਹ ਵੱਖਰੀਆਂ ਸਟੇਟਸ ਨੇ ਹਾਂਜੀ। ਉਹ ਡੇਟਾ ਸਾਰੀ ਯੂਐਸਏ ਚ ਹੀ ਹੈ। ਹਾਂ ਫਿਲਹਾਲ ਨਹੀਂ ਇਹ ਬਹੁਤ ਹੈ ਜੀ। ਇਹ ਜਿਹੜੀ ਉਹਦੀ ਕੰਪਨੀ ਹੈ ਇਹ ਅਫਰੀਕਾ ਦੇ ਵਿੱਚ ਠੀਕ ਹੈ, ਅਲੱਗ-ਅਲੱਗ ਸਾਊਥ ਅਮਰੀਕਾ ਦੇ ਵਿੱਚ ਵੀ, ਪਰ ਉਹ ਵੱਖਰੀਆਂ ਕੰਪਨੀਆਂ ਦੇ ਨਾਂ ਵੱਖਰੇ ਨੇ ਕਿਸੇ ਹੋਰ ਦੇ ਥਰੂ। ਠੀਕ ਹੈ। ਪਰ ਫਿਲਹਾਲ ਜਿਹੜੀ ਡਾਇਰੈਕਟ ਉਹ ਇੱਕ ਹੋਰ ਕੰਪਨੀਆਂ ਦੀ ਉਹਦੇ ਨਾਂ ਦੇ ਹੇਠ ਇਹ
ਉੱਥੇ ਅਮਰੀਕਾ ਦੇ ਵਿੱਚ ਜ਼ਮੀਨ ਜਿਹੜੀ ਉਹ ਅਕਵਾਇਰ ਕਰਦਾ। ਸੋ ਦੋਸਤੋ ਇਹ ਤੁਹਾਨੂੰ ਮੈਂ ਦੱਸਿਆ ਜਿਵੇਂ ਕਿ ਕੋਲਿਨ ਟੌਡ ਹੰਟਰ ਲਿਖਣੇ ਵਾਲੇ ਨੇ ਕਾਊਂਟਰ ਪੰਚ ਦੇ ਵਿੱਚ, ਅਤੇ ਇਹਨਾਂ ਦਾ ਆਰਟੀਕਲ ਦਾ ਟਾਈਟਲ ਹੈਗਾ 4 words ਗੇਟ ਐਂਡ ਹਿਜ਼ ਪੈਲਸ ਡਿਸਪਾਈਸ ਡੈਮੋਕ੍ਰੇਸੀ ਐਂਡ ਮਿਨੀਮਮ ਸਪੋਰਟ ਪ੍ਰਾਈਸ। ਕਿ ਇਹ ਵਿਲ ਗੇਟਸ ਤੇ ਇਹਦੇ ਜਿਹੜੇ ਬਾਕੀ ਯਾਰ ਮਿੱਤਰ ਨੇ ਵੱਡੇ ਕੋਰਪੋਰੇਟ ਘਰਾਣੇ, ਸੋ ਕਿਸ ਤਰ੍ਹਾਂ ਇਹ ਜਮਹੂਰੀਅਤ ਦੇ ਤੇ MSP ਦੇ ਸਭ ਤੋਂ ਵੱਡੇ ਦੁਸ਼ਮਣ ਨੇ ਜਾਂ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਨੇ, ਇਹੋ ਜਿਹੀ ਗੱਲਬਾਤ ਹੈ। ਸੋ ਦੋਸਤੋ ਇਹ ਆਰਟੀਕਲ ਅਸੀਂ ਪਹਿਲਾਂ ਮੈਂ ਸੋਚਿਆ ਸੀ ਇਹਦੀ ਟਰਾਂਸਲੇਸ਼ਨ ਕੀਤੀ ਜਾਵੇ, ਫਿਰ ਮੈਂ ਇਹਨੂੰ ਇੰਗਲਿਸ਼ 'ਚ ਇੱਦਾਂ ਪੜ੍ਹ ਕੇ ਦੇ ਨਾਲ ਦੀ ਨਾਲ ਇਹਦੀ ਆਪਾਂ ਡਿਸਕਸ਼ਨ ਕੀਤੀ ਜਾਵੇ ਕਰਾਂਗੇ। ਉਹਦੇ ਵਿੱਚੋਂ ਹੋਰ ਕਈ ਕੁਛ ਮੇਰੇ ਖਿਆਲ ਆਪਾਂ ਨੂੰ ਸਿੱਖਣ ਨੂੰ ਮਿਲੂਗਾ। ਪਰ ਇਹ ਕਮਾਲ ਦਾ ਆਰਟੀਕਲ ਇਸ ਕਰਕੇ ਹੈ ਜੀ ਕਿ ਬੇਸਿਕਲੀ ਜੋ ਭਾਰਤ ਵਿੱਚ ਹੋਣ ਜਾ ਰਿਹਾ ਇਹਨਾਂ ਦੇ ਬਿੱਲਾਂ ਦੇ ਥਰੂ, ਚਾਹੇ ਉੱਥੇ ਜਿਹੜਾ ਚਿਹਰਾ ਆ ਉਹ ਅੰਬਾਨੀ ਤੇ ਅਡਾਨੀ ਦਾ ਹੈ, ਪਰ ਇਹਦਾ ਬਿੱਲ ਗੇਟਸ ਦਾ ਹੀ ਇੱਕ ਰੂਪ ਹੈ ਉਹ। ਔਰ ਜਿਹੜੀਆਂ ਨੀਤੀਆਂ ਜਿਹਨਾਂ ਦੇ ਤਹਿਤ ਇਹ ਬਿੱਲ ਬਣਾਏ ਗਏ ਨੇ, ਉਹਦੇ ਵਿੱਚ ਇੰਟਰਨੈਸ਼ਨਲੀ ਪੱਧਰ ਦੇ ਉੱਪਰ ਇਸ ਬੰਦੇ ਦਾ ਜਾਂ ਇਹਨਾਂ ਵਰਗੇ ਜਿਹੜੇ ਹੋਰ ਨੇ ਵੱਡੇ ਕੋਰਪੋਰੇਟ ਘਰਾਣੇ, ਉਹਨਾਂ ਦਾ ਕੀ ਯੋਗਦਾਨ ਹੈ। ਸੋ ਇਹ ਗੱਲ ਇੱਥੋਂ ਸ਼ੁਰੂ ਕਰਕੇ ਇਹ ਲਿਖਣੇ ਵਾਲੇ ਜਿਹੜੇ ਬਿੱਲ ਗੇਟਸ ਤੋਂ ਸ਼ੁਰੂ ਕਰਕੇ ਔਰ ਸਾਰੀ ਦੀ ਸਾਰੀ ਅੱਧੇ ਤੋਂ ਜਿਹੜਾ ਆਰਟੀਕਲ ਆ ਉਹ ਭਾਰਤ ਦਾ ਜਿਹੜਾ ਚੱਲ ਰਿਹਾ ਸੰਘਰਸ਼ ਹੈ ਉਹਦੇ ਉੱਪਰ ਆ। ਇਹ ਬਹੁਤ ਕਮਾਲ ਦਾ ਮੈਨੂੰ ਇਸ ਕਰਕੇ ਆਰਟੀਕਲ ਲੱਗਿਆ ਇਹ। ਸੋ ਉਹ ਲਿਖਦੇ ਨੇ ਜੀ, ਦ ਬਿਲ ਗੇਟਸ ਐਂਡ Melinda Gates Foundation and an assortment of high-profile figures. Okay, so basically ਦੋਸਤੋ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਜਿਹੜੀਆਂ ਇਹ ਫਾਊਂਡੇਸ਼ਨਾਂ ਹੋ ਗਈਆਂ, ਜਿਹੜੇ NGO ਹੋ ਗਏ, ਇਹ ਇੱਕ ਜਿਹੜਾ ਇਹ ਨਵਾਂ ਇੰਪੀਰੀਅਲਿਜ਼ਮ ਹੈ ਉਹਦਾ ਇੱਕ ਇਹ ਨਵਾਂ ਅੰਗ ਨੇ ਉਸ ਸੀ ਜੋ ਪੁਰਾਣੇ ਸਮੇਂ 'ਚ ਚੱਲਦਾ ਸੀਗਾ। ਸੋ ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਫੋਰਡ ਫਾਊਂਡੇਸ਼ਨ ਨੇ ਭਾਰਤ ਦੇ ਵਿੱਚ ਹਰਾ ਇਨਕਲਾਬ ਲੈ ਕੇ ਆਂਦਾ, ਰੌਕਰਫੈਲਰ ਫਾਊਂਡੇਸ਼ਨ ਦੇ ਵਿੱਚ ਉਸੇ ਹੀ ਸਮੇਂ ਦੇ ਵਿੱਚ ਫਿਲੀਪੀਨਸ ਦੇ ਵਿੱਚ ਹਰਾ ਇਨਕਲਾਬ ਲੈ ਕੇ ਆਂਦਾ। ਸੋ ਇਸ ਟਾਈਮ ਕਿਉਂਕਿ ਸਮਾਂ ਬਦਲਦਾ ਹੈ, ਜਿਹੜੇ ਨਵੇਂ ਅਮੀਰ ਜਿਹੜੇ ਨੇ ਉਹ ਸਾਹਮਣੇ ਆਉਂਦੇ ਨੇ। ਸੋ ਇਹ ਅੱਜ ਕੱਲ੍ਹ ਜਿਹੜਾ ਇਹ ਉਹਨਾਂ ਦੀ ਫੋਰਡ ਫਾਊਂਡੇਸ਼ਨ ਦੀ ਕਹਿ ਸਕਦੇ ਹਾਂ, ਉਹ ਵੀ ਉੱਥੇ ਹੈਗੇ ਨੇ, ਪਰ ਉਹਨਾਂ ਦੀ ਜਗ੍ਹਾ ਇਸ ਮਾਮਲੇ 'ਚ ਇਹ ਬਿਲ ਐਂਡ ਮਲਿੰਡਾ ਗੇਟਸ ਫਾਊਂਡੇਸ਼ਨ, ਮਲਿੰਡਾ ਇਹਨਾਂ ਦੀ ਘਰ ਵਾਲੀ ਹੈ। ਸੋ ਇਹ ਫਾਊਂਡੇਸ਼ਨ ਅੱਗੇ ਹੋਰ ਇਹਨਾਂ ਦੀਆਂ ਬ੍ਰਾਂਚਿਸ ਕਈ ਫਾਊਂਡੇਸ਼ਨ ਹੈਗਾ, NGO ਹੈਗੀਆਂ ਨੇ। ਸੋ ਉਹ ਇਹਨਾਂ ਦੀ ਇੱਕ ਕਰੈਕਟਰਾਈਜੇਸ਼ਨ ਕਰਦਾ ਪਿਆ ਕਿ policy maker are pushing for unregulated gene editing technologies. So ਉਹ ਕਹਿ ਰਹੇ ਨੇ ਕਿ ਇਹ ਜਿਹੜੇ ਬਿੱਲ ਜਿਹੜੇ ਆਏ ਨੇ ਭਾਰਤ ਦੇ ਵਿੱਚ, ਉਹਨਾਂ ਨੂੰ ਲਿਆਉਣ ਦੇ ਵਿੱਚ ਪਾਲਿਸੀ ਮੇਕਰ ਕਿ ਜਿਹੜੀ ਨੀਤੀਆਂ ਘੜੀਆਂ ਜਾਂਦੀਆਂ ਨੇ ਉਹਦਾ ਹਿੱਸਾ ਹੈ। ਔਰ ਅਨਰੈਗੂਲੇਟਡ ਜੀਨ ਐਡੀਟਿੰਗ ਟੈਕਨੋਲੋਜੀ, ਇਹ ਅੱਗੇ ਦੀ ਵਿਆਖਿਆ ਕਰਨਗੇ। ਅਨਰੈਗੂਲੇਟਡ ਮੀਨਸ ਅਨੂ ਜੀ ਕਿ ਜੇ ਆਪਾਂ ਬਰੀਫ ਦੇ ਵਿੱਚ ਗੱਲ ਕਰਨੀ ਹੋਵੇ, ਜਿਹੜੀ ਜੈਨੇਟਿਕਲੀ ਮੋਡੀਫਾਈਡ ਜਿਹਨੂੰ ਆਪਾਂ ਫੂਡ ਕਹਿੰਦੇ ਆ, ਕਿ ਕਿਸ ਤਰੀਕੇ ਨਾਲ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਮੋਨਸੈਂਟੋ ਵਰਗੀਆਂ, ਉਹ ਬਹੁਤ ਜ਼ਿਆਦਾ ਇੰਟਰਸਟਿਡ ਨੇ ਕਿ ਜਿਹੜੇ ਬੀਜ ਨੇ ਉਹਨਾਂ ਨੂੰ ਜੈਨੇਟਿਕਲੀ ਮੋਡੀਫਾਈਡ ਕੀਤਾ ਜਾਵੇ। ਕਿਉਂਕਿ ਜੇ ਆਪਾਂ ਉਹਦੀ ਬਰੀਫ 'ਚ ਵਿਆਖਿਆ ਕਰਨੀ ਹੋਵੇ, ਉਹ ਸਿਰਫ ਇੰਨੀ ਹੈ ਕਿ ਉਹ ਜਿਹੜੇ ਬੀਜ ਇੱਕ ਵਾਰੀ ਤੁਸੀਂ ਆਪਣੇ ਪੈਲੀਆਂ ਦੇ ਵਿੱਚ ਉਹਨਾਂ ਨਾਲ ਫਸਲ ਜਿਹੜੀ ਉਗਾਓਗੇ, ਉਸ ਤੋਂ ਬਾਅਦ ਐ ਨਹੀਂ ਹੋ ਸਕਦਾ ਕਿ ਫਸਲ ਵੱਢ ਕੇ ਜਿੰਨੀ ਤੁਸੀਂ ਵੇਚਣੀ ਆ ਉਹ ਵੇਚ ਕੇ ਤੇ ਤੁਸੀਂ ਉਹਦਾ ਬੀਜ ਰੱਖ ਲਓ ਤੇ ਤੁਸੀਂ ਮੁੜ ਕੇ ਉਹਨਾਂ ਫਸਲ ਉਗਾ ਲਓ। ਪਰ ਉਹ ਆਲਰੇਡੀ ਕਰ ਰਹੇ ਨੇ। ਹਾਂਜੀ ਅਨੂ ਜੀ, ਮੈਂ ਸਿਰਫ ਵਿਆਖਿਆ ਦੱਸਦਾ ਪਿਆ ਉਹਦੀ ਕੀ ਹੈਗਾ ਜੀਨ ਐਡੀਟਿੰਗ ਦਾ ਕੀ ਸਿਲਸਿਲਾ ਹੈ ਆ। ਹਾਂਜੀ ਬਿਲਕੁਲ ਕਰ ਰਹੇ ਨੇ, ਜੋ ਕੋਈ ਸ਼ੱਕ ਨਹੀਂ ਹੈ। ਸੋ ਉਹ ਜਿਹੜੇ ਬੀਜ ਨੇ ਉਹਨਾਂ ਨੂੰ ਉਹ ਸੁਸਾਈਡ ਕੀ ਆਤਮ ਹੱਤਿਆ ਕਰਨੇ ਵਾਲੇ ਉਹਨਾਂ ਨੂੰ ਬੀਜ ਕਿਹਾ ਜਾਂਦਾ ਕਿ ਮੁੜ ਕੇ ਜਿਹੜਾ ਉਹ ਬੀਜ ਆ ਉਹ ਸਿਰਫ ਤੁਹਾਨੂੰ ਉਹਨਾਂ ਕੰਪਨੀਆਂ ਦੇ ਕੋਲੋਂ ਹੀ ਤੁਹਾਨੂੰ ਲੈਣਾ ਪਊਗਾ। ਇੱਕ ਇਹ ਸਿਰਫ ਇਹਦਾ ਹੈਗਾ ਆ ਇਹ ਹਿੱਸਾ ਕਿ ਇਹ ਜਿਹੜੇ ਬੀਜ ਨੇ ਉਹਨਾਂ ਦੇ ਵਿੱਚ ਇਹ ਜੀਨ ਐਡੀਟਿੰਗ ਕਿੱਦਾਂ ਹੋਊਗੀ। ਉਸ ਤੋਂ ਬਾਅਦ ਫਸਲਾਂ ਦੇ ਵਿੱਚ, ਸਬਜ਼ੀਆਂ ਦੇ ਵਿੱਚ ਤੁਸੀਂ ਮਤਲਬ ਕੋਈ ਇਹੋ ਜਿਹਾ ਹੈ ਨਹੀਂਗਾ। ਹਾਂ, ਪੂਰੇ ਜਿਹੜੀ ਉਹ ਇੰਡਸਟਰੀ ਉਹ ਸਾਰੇ 'ਚ ਇਹ ਫਿਰ ਰੋਲ ਆਊਟ ਕਰਨਗੇ ਉਹਨੂੰ ਜੀਨ ਐਡੀਟਿੰਗ। ਸੋ ਅਨੂ ਜੀ ਤੁਸੀਂ ਥੋੜਾ ਜਿਹਾ ਬਰੀਫ ਦੇ ਵਿੱਚ ਸਰੋਤਿਆਂ ਨੂੰ ਦੱਸਿਓ ਕਿ
ਜੀਨਸ ਕੀ ਚੀਜ਼ ਨੇ, ਹਰ ਇੱਕ ਜਿਹੜੀ ਜੀਂਦੀ ਚੀਜ਼ ਵਾ ਜਿਹੜੀ ਹਾਂਜੀ ਹਾਂ ਉਹਦੇ ਵਿੱਚ ਜੀਨਸ ਜਿਹੜੀਆਂ ਨੇ ਇਹ ਔਰ ਮਤਲਬ ਬੇਸਿਕਲੀ ਜਿਹੜਾ ਉਹ ਡੀਐਨਏ ਆ ਸਾਡਾ ਉਹ ਬਲੂਪ੍ਰਿੰਟ ਆ ਉਹ ਜੀਨਸ ਨੇ ਉਹਦੇ ਚ ਸੋ ਜੀਨਸ ਜਿਹੜੀਆਂ ਨੇ ਉਹ ਇਹ ਤੈਅ ਕਰਦੀਆਂ ਨੇ ਕਿ ਕਿਸੇ ਦੀ ਕੰਪਲੈਕਸ਼ਨ ਅਗਰ ਲੈ ਲਓ ਬਹੁਤ ਚਿੱਟੀ ਹੋਏਗੀ ਜਾਂ ਨਹੀਂ ਹੋਏਗੀ ਜਾਂ ਕਿਸੇ ਨੂੰ ਕਿਹੜੀ ਬਿਮਾਰੀ ਲੱਗਣੀ ਹੈ, ਕਿਹੜੀ ਬਿਮਾਰੀ ਆ, ਅੱਖਾਂ ਦਾ ਰੰਗ ਆ ਕਿਸੇ ਦਾ ਪੂਰਾ ਹੋਏਗਾ ਕਾਲਾ ਹੋਏਗਾ, ਉਹ ਮਤਲਬ ਹਰ ਚੀਜ਼ ਦੀ ਜੀਨ ਆ, ਹੇਅਰ ਕਲਰ ਦੀ, ਆਈ ਕਲਰ ਦੀ, ਹਰ ਇੱਕ ਚੀਜ਼ ਦੀ ਜੀਨ ਹੈ, ਉਹ ਸਾਡਾ ਇੱਕ ਬਲੂਪ੍ਰਿੰਟ ਆ। ਸੋ ਇਸ ਤਰ੍ਹਾਂ ਹੀ ਹਰ ਇੱਕ ਜਿਹੜੀ ਲਿਵਿੰਗ ਚੀਜ਼ ਹੈ ਉਹਦੇ ਅੰਦਰ ਜੀਨਸ ਨੇ, ਬਲੂਪ੍ਰਿੰਟ ਆ। ਸੋ ਇਹ ਕੁਦਰਤ ਵਿੱਚ ਇਹ ਵਰਤਾਰਾ ਨਹੀਂ ਹੈ ਕਿ ਇੱਕ ਸਪੀਸ਼ੀ ਤੋਂ ਦੂਸਰੀ ਸਪੀਸ਼ੀ 'ਚ ਜਿਹੜੀ ਹੈ ਜੀਨ ਕ੍ਰਾਸ ਕਰੇ, ਹਰ ਇੱਕ ਦੇ ਉਹ ਆਪਣੇ ਯੂਨੀਕ ਆ, ਲਿਮਿਟਡ ਆ ਉਹ। ਸੋ ਕੁਦਰਤ ਨੇ ਇਹ ਪ੍ਰੋਵੀਜ਼ਨ ਨਹੀਂ ਰੱਖੀ ਹੋਈ ਕਿ ਆਈ ਡੋਨਟ ਨੋ ਕੁੱਤਿਆਂ ਦੀਆਂ ਜੀਨਸ ਜਿਹੜੀਆਂ ਉਹ ਬਿੱਲੀਆਂ 'ਚ ਚਲੀ ਜਾਣੀਆਂ, ਵਾਈਸ ਵਰਸਾ। ਉਹ ਸਪੀਸ਼ੀ ਦਾ ਬੈਰੀਅਰ ਆ ਉੱਥੇ, ਕੁਦਰਤੀ ਇੱਕ ਬੈਰੀਅਰ ਆ। ਪਰ ਇਹ ਜਿਹੜੀ ਟੈਕਨੋਲੋਜੀ ਆ ਉਹ ਬੈਰੀਅਰ ਨੂੰ ਤੋੜਦੀ ਆ, ਉਹਨਾਂ ਨੂੰ ਕੱਟ ਵੱਢ ਕਰਕੇ ਉਹਨਾਂ ਦੇ ਵਿੱਚ ਨਵੀਆਂ ਜਿਹੜੀਆਂ ਕਰਦੀ ਆ। ਸੋ ਬਹੁਤ ਪੁਰਾਣੇ ਟਾਈਮ 'ਚ, ਇਹ ਹੁਣ ਮੈਂ 30 ਸਾਲ ਪਹਿਲਾਂ ਦੀ ਗੱਲ ਕਰਦੀ ਹਾਂ, 40 ਸਾਲ ਮੇਰਾ ਖਿਆਲ ਆ, ਭਾਰਤ ਦੇ ਵਿੱਚ ਉਦੋਂ ਜਿਹੜੇ ਉਹ ਸੀਗੇ ਪੈਪਸੀ ਫੂਡਸ ਵਾਲੇ ਜਿਹੜੇ ਸੀਗੇ, ਇਹਨਾਂ ਦੀ ਜਿਹੜੀ ਮੈਨੂੰ ਐਕਚੁਅਲੀ ਉਸ ਵਕਤ ਸਮਝ ਨਹੀਂ ਸੀਗੀ। ਸਾਡੇ ਪਰਿਵਾਰਕ ਹੀ ਹੈਗੇ ਆ ਇੱਕ ਵੱਡੀ ਖੇਤੀ ਵਾਲੇ, ਸੋ ਉਹਨਾਂ ਕੋਲ ਉਹਨਾਂ ਦਾ ਕੰਟਰੈਕਟ ਸੀਗਾ ਤੇ ਉਹ ਕੀ ਸੀਗਾ ਕਿ ਜਿਹੜੇ ਟਮਾਟਰ ਨੇ ਉਹ ਟਮਾਟੋ ਸੌਸ ਬਣਾਉਣ ਵਾਸਤੇ ਜਿਹੜੇ ਉਹ ਵਰਤੇ ਜਾਂਦੇ ਸੀਗੇ, ਉਹਨਾਂ ਦੀ ਟਰਾਂਸਪੋਰਟ ਡਿਸਟ੍ਰੀਬਿਊਸ਼ਨ ਲਈ ਉਹ ਟਮਾਟਰ ਜਿਹੜੇ ਆ ਉਹ ਸਕਿਨ ਬੜੀ ਡੈਲੀਕੇਟ ਹੁੰਦੀ ਆ, ਉਹ ਏਦਾਂ ਜਰਾ ਜਿੰਨੀ ਵੀ ਦੱਬ ਜਾਣੀਆਂ ਉਹ ਖਰਾਬ ਹੋ ਗਿਆ ਟਮਾਟਰ ਨਾ। ਸੋ ਉਹਨਾਂ ਨੂੰ ਜੈਨੇਟਿਕਲੀ ਮੋਡੀਫਾਈ ਕੀਤਾ ਕਿ ਹੋਰ ਮੈਨੂੰ ਲੱਗਦਾ ਸ਼ਾਇਦ ਮੱਛੀ ਦੀ ਉਹਨਾਂ ਨੇ ਜੀਨ ਲਈ ਹੈ, ਮੈਨੂੰ ਲੱਗਦਾ ਫਿਸ਼ ਦੀ ਹੈ ਕਿਸੇ ਦੀ, ਉਹ ਇਨਸਰਟ ਕੀਤੀ, ਉਹਦੇ ਨਾਲ ਜਿਹੜੀ ਉਹਦੀ ਸਕਿਨ ਸੀਗੀ ਟਮਾਟਰ ਦੀ ਉਹ ਜ਼ਿਆਦਾ ਮੋਟੀ ਹੋ ਗਈ ਤੇ ਉਹਦੇ ਨਾਲ ਇਹ ਹੈ ਕਿ ਉਹ ਟਰੈਵਲ 'ਚ ਟਮਾਟਰ ਇੰਨੀ ਜਲਦੀ ਖਰਾਬ ਨਹੀਂ ਹੁੰਦਾ। ਪਰ ਉਹ ਇੱਕ ਗੈਰ ਕੁਦਰਤੀ ਵਰਤਾਰਾ ਹੈ, ਉਹਦੇ ਸਾਈਡ ਇਫੈਕਟ ਜਾਂ ਕੀ ਹੈ ਉਹ ਇਹ ਬੋਦਰ ਨਹੀਂ ਕਰਦੇ ਉਹਨੂੰ। ਉਹੀ ਜਿਹੜੀ ਗੱਲ ਕੀ ਉਹ ਬਿਨਾਂ ਉਹਦੇ ਜਿਹੜੇ ਕਨਸੀਕੁਐਂਸਸ ਨੇ ਉਹਨਾਂ ਨੂੰ ਐਨਾਲਾਈਜ਼ ਕੀਤਿਆਂ ਇਹ ਜਿਹੜੀ ਐਡੀਟਿੰਗ ਕੀਤੀ ਜਾ ਰਹੀ ਹੈ, ਉਹ ਜਿਹੜਾ ਕੁਦਰਤ ਨਾਲ ਖਿਲਵਾੜ ਕਰ ਰਹੇ ਆ ਤਰੀਕੇ ਨਾਲ ਅਸੀਂ। ਸੋ ਉਹ ਕਹਿ ਰਹੇ ਨੇ ਕਿ ਪੁਸ਼ਿੰਗ ਫॉर ਅਨਰੈਗੂਲੇਟਡ ਜੀਨ, ਸੋ ਸਰਕਾਰ ਵੱਲੋਂ ਜਿਹੜੀਆਂ ਕੋਈ ਉਹਦੀਆਂ ਪਾਬੰਦੀਆਂ ਕੋਈ ਉਹਨਾਂ ਨੂੰ ਅੰਡਰਮਾਈਨ, ਉਹਨਾਂ ਨੂੰ ਅੱਖ ਰੋਖਾ ਕਰਕੇ ਸੋ ਇਹ ਕੀਤੀ ਜਾਂਦੀ ਹੈ। ਦਾ ਰੋਲ ਆਊਟ ਆਫ ਬਾਇਓਸਿੰਥੈਟਿਕ ਫੂਡ ਕ੍ਰੀਏਟਡ ਇਨ ਲੈਬੋਰਟਰੀਜ਼, ਸੋ ਇੱਕ ਨਕਲੀ ਕਿਸਮ ਦੀ, ਬਿਲਕੁਲ ਨਕਲੀ ਖਾਣਾ, ਮਤਲਬ ਨਕਲੀ ਖਾਣਾ, ਜਿਵੇਂ ਤੁਹਾਡੇ ਸਾਹਮਣੇ ਹੁਣ ਵੇਖਣ ਨੂੰ ਆ ਰਿਹਾ ਕਿ ਉਹ ਵੇਖਣ ਨੂੰ ਤੇ ਸਵਾਦ ਨੂੰ ਉਹ ਮੀਟ ਵਰਗਾ ਲੱਗੂਗਾ ਪਰ ਉਹ ਮੀਟ ਹੋਊਗਾ ਨਹੀਂ। ਸੋ ਇਹੋ ਜਿਹੀਆਂ ਦੁੱਧ ਵੀ ਕਈ ਦੇਸ਼ਾਂ ਨੇ ਬਣਾ ਲਿਆ, ਇਸ ਤਰ੍ਹਾਂ ਅੰਡੇ ਵੀ ਬਣਾ ਲਏ ਆ, ਮਤਲਬ ਟੋਟਲੀ ਉਹ ਕੈਮੀਕਲਸ ਕੁਦਰਤੀ ਵਰਤਾਰਾ ਨਹੀਂ। ਦੀ ਐਕਸਪੈਂਡਡ ਯੂਜ਼ ਆਫ ਪੈਟੈਂਟਡ ਸੀਡ, ਉਹ ਆਪਾਂ ਗੱਲ ਕਰ ਚੁੱਕੇ ਹਾਂ ਕਿ ਉਹ ਜਿਹੜੇ ਬੀਜ ਨੇ ਉਹਨਾਂ ਦੇ ਉੱਪਰ ਪੇਟੈਂਟ, ਹਾਂ, ਚਾਹੇ ਉਹ ਮਤਲਬ ਇੱਕ ਤੁਸੀਂ ਤੇ ਸੁਸਾਈਡ ਸੀਡਸ ਦੀ ਗੱਲ ਕੀਤੀ ਹੈ, ਚਾਹੇ ਉਹ ਨਾ ਵੀ ਹੋਵੇ। ਵੈਸੇ ਜਿਸ ਤਰ੍ਹਾਂ USA ਨੇ ਕਈ ਵਾਰੀ ਟਰਾਈ ਕੀਤਾ ਕਿ ਹਲਦੀ ਤੇ ਪੇਟੈਂਟ ਲਾ ਲਓ, ਲਸਣ ਤੇ, ਜਿਹੜੀਆਂ ਕਿ ਭਾਰਤ ਤੋਂ ਚੀਜ਼ਾਂ ਆਉਂਦੀਆਂ ਨੇ। ਸੋ ਇਹ ਮਤਲਬ ਕਿ ਉਹਦੇ ਤੇ ਪੂਰਾ ਆਪਣਾ ਕੰਟਰੋਲ ਰੱਖਣਾ ਚਾਹੁੰਦੇ ਆ ਕਿ ਇਹ ਬੀਜ ਸਾਡੇ ਕਬਜ਼ੇ 'ਚ ਨੇ। ਹਾਂਜੀ, ਐਂਡ ਰੋਲ ਬੈਕ ਆਫ ਸਬਸਿਡੀਜ਼ ਐਂਡ ਸਪੋਰਟ ਫॉर ਦ ਫਾਰਮਰਸ places like India. So basically ਇੱਕ ਹੋਰ ਦਾ ਪੁਆਇੰਟ ਕਿ ਜਿਹੜੀਆਂ ਸਬਸਿਡੀਜ਼ MSP ਵਰਗੀਆਂ ਜਿਹੜੀਆਂ ਸਬਸਿਡੀਜ਼ ਨੇ, ਹਾਂ, ਇਸ ਤਰ੍ਹਾਂ ਬਿਜਲੀ ਫ੍ਰੀ ਉਹਨਾਂ ਨੂੰ ਮੋਟਰਾਂ ਲਈ ਰੋਕ ਇਹ ਲਾਉਣ ਦੇ ਵਿੱਚ ਪੂਰੇ ਤੱਤਪਰ ਨੇ। ਸੋ ਇਹ ਉਹਨਾਂ ਨੇ ਬੇਸਿਕ ਜਿਹੜਾ ਉੱਪਰ ਦੱਸਿਆ, ਬਾਅਦ ਹੁਣ ਇਹਦੀ ਸਾਰੀ ਦੀ ਚੀਜ਼ ਦੀ ਜਿਹੜੀ ਉਹ ਵਿਆਖਿਆ ਕੀਤੀ ਜਾਊਗੀ। ਸੋ these new liberal evangelists despise democracy and believe that state machinery and public money should only facilitate the ambitions of their unaccountable mega corporation. So ਦੋਸਤੋ ਜਿਹੜੇ ਇਵੈਂਜਲਿਸਟ ਹੁੰਦੇ ਆ, ਇੱਕ ਆਪਣੇ ਆਪ ਦੇ ਵਿੱਚ ਇਹ ਜਿਹੜੇ ਜਿਵੇਂ ਜਿਹੜਾ ਕ੍ਰਿਸਚਨ ਜਿਹੜਾ ਧਰਮ ਆ ਉਹਦਾ ਪ੍ਰਚਾਰ ਕਰਨ ਵਾਲੇ ਹੈ ਉਹਨਾਂ ਦੀ, ਹਾਂ, ਇਵੈਂਜਲਿਸਟ ਦੀ ਵੀ, ਹਾਂ, ਪਰ ਉਹ ਇੱਥੇ ਐਗਜ਼ਾਮਪਲ ਨਹੀਂ ਵਰਤ ਰਹੇ। ਉਹ ਕਹਿ ਰਹੇ ਕਿ ਇਹ ਜਿਹੜਾ ਨਵ ਉਦਾਰਵਾਦ ਆ ਉਹਦਾ ਜਿਹੜਾ ਪ੍ਰਚਾਰ ਹੈ
ਉਹਦੀ ਜਿਹੜੀ ਇੱਕ ਘਿਨਾਉਣੀ ਜਿਹੜੀ ਉਹਦੀ ਘਿਨਾਉਣੀ ਜਿਹੜੀ ਉਹਦੀ ਤਰਕੀਬ ਹੈ ਕਿ ਜਿਹੜਾ ਜਮਹੂਰੀਅਤ ਨੂੰ ਤਬਾਹ ਕਰਨਾ, ਔਰ ਉਹਨਾਂ ਦਾ ਜਿਹੜਾ ਵਿਸ਼ਵਾਸ ਹੈ ਕਿ ਜਿਹੜੀ ਤੁਹਾਡੀ ਸਟੇਟ ਮਸ਼ੀਨਰੀ, ਤੁਹਾਡਾ ਜਿਹੜਾ ਸਰਕਾਰੀ ਤਾਣਾ ਬਾਣਾ ਹੈ ਤੇ ਪਬਲਿਕ ਮਨੀ ਜਿਹੜਾ ਲੋਕਾਂ ਦਾ ਪੈਸਾ ਹੈ ਸ਼ੁੱਡ ਓਨਲੀ ਬੀ ਫੈਸਿਲਿਟੇਟ ਟੂ, ਮਤਲਬ ਉਹ ਤੁਹਾਡੀ ਸਰਕਾਰ ਤੇ ਤੁਹਾਡਾ ਪੈਸਾ ਉਹ ਜਿਹੜੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਵਰਤਿਆ ਜਾਣਾ ਚਾਹੀਦਾ। ਔਰ ਇਹ ਜਿਹੜੇ ਘਰਾਣੇ ਨੇ ਇਹਨਾਂ ਦੀ ਕੋਈ ਮਤਲਬ ਜ਼ਿੰਮੇਵਾਰੀ ਨਹੀਂ ਹੈ, ਇਹ ਜ਼ਿੰਮੇਵਾਰੀ ਨਹੀਂ, ਕੋਈ ਲੋਕਾਂ ਦੇ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਜਦੋਂ ਜਿਹੜੀਆਂ ਸਰਕਾਰੀ ਮੰਡੀਆਂ ਖਤਮ ਹੋਣਗੀਆਂ, ਮਤਲਬ ਇਹਦਾ ਕਿ ਤੁਹਾਡਾ ਪੈਸਾ ਵਰਤ ਕੇ ਉਹ ਆਪਣੇ ਮੁਫਾਦ, ਨਿੱਜੀ ਮੁਫਾਦ ਵੀ ਕੱਢਣਗੇ ਤੇ ਤੁਸੀਂ ਉਹਨਾਂ ਤੇ ਕਿੰਤੂ ਪਰੰਤੂ ਵੀ ਨਹੀਂ ਕਰ ਸਕਦੇ। ਹਾਂ ਬਿਲਕੁਲ। ਸੋ ਅੱਗੇ ਜੀ ਇਹ ਸੰਸਥਾ ਹੈਗੀ ਦਾ ਵਾਚ ਡੌਗ ਆਰਗੇਨਾਈਜੇਸ਼ਨ ਕਾਰਪੋਰੇਟ ਯੂਰਪ ਆਬਜ਼ਰਵੇਟਰੀ, CEO ਕਰਕੇ ਨਾਂ ਆਇਆ ਇਸ ਸੰਸਥਾ ਦਾ। ਸੋ ਉਹਨਾਂ ਨੇ ਕਿਹਾ ਕਿ ਨੋਟਸ ਦੈਟ ਦਾ ਯੂਰਪੀਅਨ ਕਮਿਸ਼ਨ ਹੈਜ਼ ਕਮਿਟਡ ਟੂ ਏ ਫੰਡਾਮੈਂਟਲ ਸ਼ਿਫਟ ਫਰਮ ਇੰਡਸਟਰੀ ਐਗਰੀਕਲਚਰ। ਦੋਸਤੋ ਇਹ ਹੁਣ ਗੱਲ ਬੜੀ ਧਿਆਨ ਨਾਲ ਸੁਣਨੇ ਵਾਲੀ ਹੈ। ਸੋ ਭਾਰਤ ਦੇ ਵਿੱਚ ਜਿਹੜੀ ਖੇਤੀ ਆ ਉਹਦਾ ਉਦਯੋਗੀਕਰਨ ਕੀਤਾ ਜਾ ਰਿਹਾ ਹੈ, ਪਰ ਜਿਹੜੀ ਯੂਰਪੀਅਨ ਯੂਨੀਅਨ ਹੈ ਉਹ ਕਹਿੰਦੀ ਆ ਵੀ ਅਸੀਂ ਇਸ ਉਦਯੋਗੀਕਰਨ ਤੋਂ ਪਿੱਛੇ ਜਾਣਾ ਚਾਹੁੰਦੇ ਆ, ਉਹਨਾਂ ਦੀ ਇੱਛਾ ਹੈ ਇਹ। ਸੋ ਬਿਲਕੁਲ ਉਲਟਾ ਉੱਥੇ ਹੋ ਰਿਹਾ ਕਿਉਂਕਿ ਉੱਥੇ ਯੂਰਪ ਦੇ ਵਿੱਚ ਉਹਨਾਂ ਨੇ ਇਹਦੇ ਜਿਹੜੇ ਕਨਸੀਕੁਐਂਸਸ ਨੇ ਪੈਸਟੀਸਾਈਡ ਦੇ ਵਰਤਣ ਦੇ ਉਹਨਾਂ ਨੇ ਵੇਖ ਚੁੱਕੇ ਆ। ਸੋ ਵਿਦ a 50% ਪੈਸਟੀਸਾਈਡ ਰਿਡਕਸ਼ਨ ਟਾਰਗੇਟ and 25% organic agriculture goal by 2030। ਸੋ ਉਹਨਾਂ ਦਾ 2030 ਤੱਕ ਜਿਹੜੀ ਇਹ ਯੂਰਪੀਅਨ ਕਮਿਸ਼ਨ ਹੈ ਉਹਨਾਂ ਨੇ ਕਿਹਾ ਹੈ ਕਿ 50% ਜਿਹੜੇ ਇਹ ਕੀੜੇ ਮਾਰ ਦਵਾਈਆਂ ਨੇ ਉਹਨਾਂ ਚ ਕਟੌਤੀ ਕੀਤੀ ਜਾਵੇ ਤੇ ਘੱਟੋ ਘੱਟ ਜਿਹੜੀ 25% ਜਿਹੜੀ ਖੇਤੀ ਹੈ ਉਹ ਆਰਗੈਨਿਕ ਹੋਣੀ ਚਾਹੀਦੀ ਹੈ, ਜਿਹਨੂੰ ਆਪਾਂ ਕੁਦਰਤੀ ਖੇਤੀ ਕਹਿੰਦੇ ਆ, ਸਾਲ 2030 ਤੱਕ। CEO argues that business as usual is no longer an option। ਸੋ ਇਹ ਜਿਹੜੀ ਸੰਸਥਾ ਹੈਗੀ ਆ ਦਾ ਵਾਚਡੌਗ ਆਰਗੇਨਾਈਜੇਸ਼ਨ ਕਾਰਪੋਰੇਟ ਯੂਰਪ ਆਬਜ਼ਰਵੇਟਰੀ, ਲੰਬਾ ਨਾਂ ਹੈ ਜੀ, ਉਹ ਕਹਿੰਦੇ ਵੀ ਇਹ ਇਹਨਾਂ ਦਾ ਇਹ ਮੰਨਣਾ ਕਿ ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈ ਕਿਉਂਕਿ ਜਿਹੜੇ ਉਹ ਕਨਸੀਕੁਐਂਸਸ ਉਹ ਦੇਖ ਚੁੱਕੇ ਨੇ। In effect, this create an existential crisis for corporate seed supplies and pesticide manufacturer like Bayer, BASF, Corvita, Dow Point ਦੀ ਕੰਪਨੀਆਂ ਤੇ ਇੱਕ ਹੋਰ ਕੰਪਨੀ ਨਾ ਆਇਆ। ਸੋ ਇਹ ਇੱਕ ਕਿਉਂਕਿ ਜੇ ਇਦਾਂ ਹੋ ਜਾਂਦਾ ਹੈ ਇਹਨਾਂ ਦੀ ਹੋਂਦ ਤੇ ਇਹਨਾਂ ਦੇ ਵਾਸਤੇ ਜਿਹੜੀਆਂ ਇਹ ਕੰਪਨੀਆਂ ਦੇ ਜਿਹਨਾਂ ਅਸੀਂ ਨਾਂ ਲਾਏ ਆ, ਬੇਅਰ, BASF, Corvita, Dow Point ਤੇ ਬਹੁਤ ਵੱਡੀ ਕੰਪਨੀਆਂ ਇਹ ਮਤਲਬ ਇਹ ਬੀਜ ਸਪਲਾਈ ਕਰਦੀਆਂ ਨੇ ਤੇ ਜਿਹੜੀਆਂ ਕੀੜੇ ਮਾਰ ਸਾਰਿਆਂ ਦੇ ਮੋਨੋਪੋਲੀ ਹੈ ਜੀ ਇਹਨਾਂ ਦੀ। ਸੋ ਇਹ ਅਗਰ ਖੇਤੀ ਕੁਦਰਤੀ ਹੋ ਜਾਂਦੀ ਹੈ ਸੋ ਇਹਨਾਂ ਦਾ ਸਾਰਿਆਂ ਦੀ ਜਿਹੜੀ ਐਗਜ਼ਿਸਟੈਂਸ ਹੈ ਉਹ ਖਤਰੇ ਚ ਹੈ, ਇਹਨਾਂ ਦੀ ਦੁਕਾਨ ਬੰਦ ਹੋਊਗੀ। ਸੋ ਉਹ ਅੱਗੇ ਲਿਖਦੇ ਨੇ however these corporations are fighting back on various fronts। ਉਹ ਕਹਿ ਰਹੇ ਨੇ ਵੀ ਪਰ ਫਿਰ ਵੀ ਇਹ ਜਿਹੜੀਆਂ ਵੱਡੇ ਕਾਰਪੋਰੇਟ ਘਰਾਣੇ ਨੇ ਇੰਟਰਨੈਸ਼ਨਲ ਉਹ ਵੱਖਰੇ ਧਿਰਾਂ ਦੇ ਨਾਲ ਇਹਦੇ ਖਿਲਾਫ ਲੜ ਰਹੀਆਂ ਨੇ, ਜਿਹੜਾ ਉਹ ਪ੍ਰਪੋਜ਼ ਕੀਤਾ ਉਹਨਾਂ ਨੇ। ਅੱਛਾ ਠੀਕ ਹੈ। ਹਾਂਜੀ, ਮਤਲਬ ਜੋ ਭਾਰਤ ਦੇ ਵਿੱਚ ਕਰਨ ਜਾ ਰਿਹਾ ਹੈ ਯੂਰਪ ਦੇ ਵਿੱਚ ਉਹ ਤੋਂ ਉਲਟਾ ਪ੍ਰਪੋਜ਼ ਹੋ ਰਿਹਾ ਹੈ ਹਨਾ। not least by waging an ongoing battle to get their new generation of genetically engineering techniques excluded from European regulations। ਸੋ ਉਹ ਨਵੀਆਂ ਜਿਹੜੀਆਂ ਇਹ ਜੈਨੇਟਿਕਲੀ ਜਿਹੜੀਆਂ ਮੋਡੀਫਿਕੇਸ਼ਨ ਦੀਆਂ ਜਿਹੜੀਆਂ ਤਕਨੀਕਾਂ ਨੇ ਉਹ ਨਵੀਆਂ ਤਕਨੀਕਾਂ ਉਹ ਇਜਾਦ ਕਰ ਰਹੇ ਨੇ ਔਰ ਪੂਰੀ ਉਹਨਾਂ ਦੀ ਕੋਸ਼ਿਸ਼ ਹੈ ਵੀ ਉਹ ਕਿਸੇ ਵੀ ਤਰੀਕੇ ਦੇ ਨਾਲ ਜਿਹੜੀਆਂ ਯੂਰਪੀਅਨ ਜਿਹੜਾ ਉਹਨਾਂ ਦੀ ਰੈਗੂਲੇਟਰੀ ਅਥਾਰਟੀ ਹੈ ਵੀ ਉਹਨਾਂ ਦੇ ਰਡਾਰ ਹੇਠ ਨਾ ਆਉਣ। ਸੋ ਉਹਨਾਂ ਤੋਂ ਐਗਜ਼ੈਂਪਸ਼ਨ ਉਹਨਾਂ ਨੂੰ ਰਿਆਇਤ ਜਿਹੜੀ ਉਹ ਮਿਲ ਸਕੇ। ਸੋ ਉਹ ਮਤਲਬ ਕੁਝ ਇਹੋ ਜਿਹੀ ਨਵੀਂ ਤਕਨੀਕ ਹੋਵੇ ਕਿ ਜਿਹੜੀ ਉਹ ਜਿਹੜੀਆਂ ਸਰਕਾਰਾਂ ਡਿਟੈਕਟ ਹੀ ਨਾ ਕਰ ਸਕਣ, ਉਹਨਾਂ ਨੂੰ ਉਹਨਾਂ ਨੇ ਇਹਨਾਂ ਦੀ ਜਿਹੜੇ ਹੇਰਾ ਫੇਰੀਆਂ ਉਹਨਾਂ ਦਾ ਪਤਾ ਹੀ ਨਾ ਲੱਗ ਸਕੇ। ਸੋ ਇਹ ਮਤਲਬ ਯੂਰਪ ਦੇ
ਯੂਰਪ ਦੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਬੇਸਿਕਲੀ ਲੌਬੀ ਕਰ ਰਹੀ ਹੈ, ਉਹਨਾਂ ਤੇ ਪ੍ਰੈਸ਼ਰ ਪਾ ਰਹੀ ਹੈ। ਹਾਂਜੀ they do not want plants, animal and microorganism created with gene editing techniques like CRISPR-Cas ਇਹ ਟੈਕਨੋਲੋਜੀ ਉਹਦੀ ਬਾਅਦ ਚ ਡੈਫੀਨੇਸ਼ਨ ਦਿੰਦੇ ਆ to be the subject to safety checks, monitoring or consumer labeling. so ਇਹ ਅਨੂ ਜੀ ਬਹੁਤ ਇੱਕ ਵੱਡਾ ਮਸਲਾ ਇਹ ਜਿਹੜਾ ਅਨੂ ਜੀ ਇਹ ਮੈਂ ਸ਼ਾਰਟਕਟ ਲੈਣਾ ਚਾਹੁੰਦੇ ਆ। ਹਾਂਜੀ ਇਹ ਜਿਹੜੀ CRISPR ਆ ਜੀ ਇਹ ਇੱਕ ਤਰ੍ਹਾਂ ਦੀ ਲੰਬੀ ਇਹਦੀ ਆਰਡਰ ਹੈਗੀ ਆ clustered regularly interspace short ਕੁਛ ਲੰਬਾ ਨਾ ਸਾਇੰਟਿਫਿਕ ਨਾ ਪਰ ਬੇਸਿਕਲੀ ਇਹ ਜਿਹੜੀ ਜੈਨੇਟਿਕਲੀ ਜਿਹੜਾ ਮੋਡੀਫਾਈ ਕਿਸੇ ਚੀਜ਼ ਨੂੰ ਕਰਨਾ ਉਹਦੀ ਇੱਕ ਟੈਕਨੀਕ ਵਾ ਇਹ। ਸੋ ਉਹ ਕਿਸ ਤਰੀਕੇ ਦੇ ਨਾਲ ਜਿੰਨੇ ਵੀ ਸੇਫਟੀ ਚੈੱਕ ਮਤਲਬ ਕਿ ਜੇ ਇਨਵੈਸਟੀਗੇਸ਼ਨ ਹੁੰਦੀ ਹੈ ਉਹਦੇ ਮਨੁੱਖ ਦੇ ਉੱਪਰ ਜਿਹੜੇ ਜੈਨੇਟਿਕਲੀ ਮੋਡੀਫਾਈਡ ਜਿਹੜਾ ਆਰਗੇਨਿਜ਼ਮ ਆ ਉਹ ਮਨੁੱਖ ਦੀ ਸਿਹਤ ਦੇ ਉੱਪਰ ਜਦੋਂ ਬਾਅਦ ਦੇ ਵਿੱਚ ਉਹ ਚੀਜ਼ ਮਿੱਟੀ ਦੇ ਵਿੱਚ ਜਾਣੀ ਹੈ, ਪਾਣੀ ਦੇ ਵਿੱਚ ਜਾਣੀ ਹੈ, ਉਹਦੇ ਕੀ ਜਿਹੜੇ ਉਹ ਪਿਛਲੇ ਕਈ ਦਹਾਕਿਆਂ ਤੋਂ ਉਹ ਜਿਹੜੇ ਨੁਕਸਾਨ ਨੇ ਹੁਣ ਜਿਸ ਤਰ੍ਹਾਂ ਇੱਥੇ ਪੈਸੀਫਿਕ ਚ ਆਈਲੈਂਡ ਨੇ ਕਿਰਿਬਾਟੀ ਤੇ ਕਿਰਿਬਾਸ ਉਹ ਡੁੱਬ ਜਾਣੇ ਨੇ ਹੋਰ ਥੋੜੇ ਸਾਲਾਂ ਤੱਕ। ਹਾਂਜੀ ਕਿਉਂਕਿ ਸੀ ਲੈਵਲ ਇੰਨਾ ਰਾਈਜ਼ ਹੋ ਗਿਆ। ਉਹ ਵਾਤਾਵਰਣ ਨੂੰ ਜਦੋਂ ਅਸੀਂ ਉਹਦੇ ਚ ਇੰਟਰਫੀਅਰ ਕਰਦੇ ਆ ਉਹ ਸਿਰਫ ਉੱਥੇ ਹੀ ਨਹੀਂ ਫਰਕ ਪੈਂਦਾ, ਅਲਟੀਮੇਟਲੀ ਉਹ ਪੂਰੇ ਦੁਨੀਆ ਦਾ ਵਾਤਾਵਰਣ ਜਿਹੜਾ ਆ ਉਹਦਾ ਜਿਹੜਾ ਸੰਤੁਲਨ ਆ ਉਹ ਵਿਗੜਦਾ ਜੀ ਬਿਲਕੁਲ ਵਿਗੜਦਾ। ਸੋ ਉਹਦੇ ਲੌਂਗ ਟਰਮ ਦੇ ਉੱਪਰ ਉਹਦੇ ਕੀ ਇਫੈਕਟ ਹੋਣੇ ਆ। ਔਰ ਇਹ ਕਾਨੂੰਨ ਜਿਹੜਾ ਕੰਜ਼ਿਊਮਰ ਲੇਬਲਿੰਗ ਵੀ ਜਦੋਂ ਤੁਸੀਂ ਕੋਈ ਆਪਣਾ ਫੂਡ ਤੁਸੀਂ ਲੈ ਕੇ ਆਉਂਦੇ ਹੋ ਉਹਦੇ ਉੱਪਰ ਕਲੀਅਰਲੀ ਲੇਬਲ ਹੋਣਾ ਚਾਹੀਦਾ ਹੈ ਕਿ ਇਹ ਜਿਹੜੀ ਚੀਜ਼ ਹੈ ਇਹ ਜੈਨੇਟਿਕਲੀ ਮੋਡੀਫਾਈਡ ਮੇਜ਼ ਤੋਂ ਜਾਂ ਜਿਹੜੀ ਉਹ ਚੀਜ਼ ਤੋਂ ਬਣਾਈ ਗਈ ਹੈ। ਸੋ ਉਹਨੂੰ ਵੀ ਇਹ ਨਹੀਂ ਚਾਹੁੰਦੇ ਵੀ ਕਿਉਂਕਿ ਲੋਕਾਂ ਦੇ ਵਿੱਚ ਅਵੇਅਰਨੈਸ ਹੈ ਆ ਵੀ ਅਸੀਂ ਇਹ ਜਿਹੜੀਆਂ ਜੈਨੇਟਿਕਲੀ ਮੋਡੀਫਾਈਡ ਜਿਹੜੀ ਖਾਣ ਵਾਲੇ ਪਦਾਰਥ ਅਸੀਂ ਨਹੀਂ ਖਾਣੇ। This is concerning given the real dangers that the techniques pose. So ਇਹ ਜਿਹੜੀਆਂ ਟੈਕਨੀਕਸ ਨੇ ਇਹਨਾਂ ਦਾ ਬਹੁਤ ਇੱਕ ਖਤਰਨਾਕ ਰੁਝਾਨ ਹੈ ਆ। For example, a new paper published in the journal Environment Science Europe. So ਇਹ ਕੋਈ ਪੇਪਰ ਹੈ ਆ Environment Science Europe ਉਹਦੇ ਵਿੱਚ authored by Dr. Katerina Kowal. So ਇਹ ਲਿਖਣੇ ਵਾਲੇ ਨੇ Dr. Katerina Kowal ਉਹ ਲਿਖਦੇ ਨੇ indicates the negative effects on ecosystem that can result from release of gene editing plants. ਸੋ ਇਹਨਾਂ ਨੇ ਡਾਕਟਰ ਕੈਟਰੀਨਾ ਕਵਾਲ ਨੇ ਇਹ ਆਪਣਾ ਜਿਹੜਾ ਰਿਸਰਚ ਕੀਤੀ ਹੈ ਕਿ ਇਹ ਜਿਹੜਾ ਜੀਨ ਐਡੀਟਿੰਗ ਵਾ ਉਹਦੇ ਇਹ ਜਿਹੜਾ ਸਾਡੀ ਕੁਦਰਤ ਦੇ ਉੱਪਰ ਵੱਖਰੇ ਤਰੀਕਿਆਂ ਦੇ ਨਾਲ ਉਹਦੇ ਜਿਹੜੇ ਬੜੇ ਘਾਤਕ ਜਿਹੜੇ ਸਿੱਟੇ ਉਹ ਨਿਕਲ ਸਕਦੇ ਨੇ। These unintended effects come from intended changes induced by genome editing which can affect various metabolic process in the plants. And ये तो definitely चीज़ थोड़ी ये है पाचा the unintended from the intended changes. So वो genome ਜਿਹੜਾ ਉਹ ਇੱਕ ਪੂਰਾ ਜੇ ਤੁਸੀਂ ਇਮੇਜਿਨ ਕਰੋ ਕਿ ਉਹ ਜੀਨਸ ਜਿਹੜੀਆਂ ਨੇ ਉਹ ਕਿੰਨੀਆਂ ਸਾਰੀਆਂ ਕੱਟ ਕੇ ਟੁਕੜੇ ਜੋੜ ਕੇ ਤੇ ਉਹਦਾ ਗੋਲ ਚੱਕਰ ਬਣ ਗਿਆ ਹੈ। ਉਹ ਪੂਰਾ ਜਦੋਂ ਬਣ ਜਾਂਦਾ ਜ਼ਰੂਰੀ ਨਹੀਂ ਕਿ ਉਹਦਾ ਆਕਾਰ ਗੋਲ ਹੀ ਹੋਵੇ ਪਰ ਉਹ ਜਦੋਂ ਪੂਰੀ ਚੀਜ਼ ਬਣ ਗਈ ਹੈ ਤੁਸੀਂ ਉਹਨੂੰ ਕੱਟ ਪੇਸਟ ਕੀਤਾ ਉਹ ਪੂਰੇ ਨੂੰ ਫਿਰ ਜੀਨੋਮ ਕਹਿੰਦੇ ਆ। ਸੋ ਇਹ ਕਹਿ ਰਹੇ ਇੰਡਿਊਸਡ ਬਾਈ ਜੀਨੋਮ। ਸੋ ਉਹ ਜਿਹੜਾ ਪ੍ਰੋਸੈਸ ਆ ਉਹਨੂੰ ਕੱਟ ਵੱਢ ਕੇ ਜੋੜਨ ਦਾ ਉਹ ਇੱਕ ਗੈਰ ਕੁਦਰਤੀ ਵਰਤਾਰਾ ਆ। ਸੋ ਉਹਦੇ ਓਬਵੀਅਸਲੀ ਜਿਹੜੇ ਨੈਗੇਟਿਵ ਇਫੈਕਟ ਨੇ ਉਹਦੇ ਪੈਣੇ ਨੇ ਜਾਂ ਤੇ ਇਹ ਇਸ ਤਰ੍ਹਾਂ ਕਰਨ ਨਾ ਕਿ ਸੋ ਉਹ ਜਦੋਂ ਤੁਸੀਂ ਕਰਦੇ ਹੋ ਸਾਰਾ ਕੁਛ ਉਹ ਜਿਹੜਾ ਤੁਹਾਡਾ ਉਹ ਪਲਾਂਟ ਆ ਜਾਂ ਜੀਵ ਜਿਹੜਾ ਵੀ ਜੀਵ ਆ ਉਹਦੇ ਜਿਹੜੇ ਕੁਦਰਤੀ ਜਿਹੜੇ ਉਹਦੇ ਪ੍ਰੋਸੈਸ ਨੇ ਉਹਦੇ ਵਿੱਚ ਉਹ ਬਹੁਤ ਵੱਡੇ ਤਰੀਕੇ ਨਾਲ ਵਿਘਨ ਪਾਉਂਦਾ ਆ ਤੇ ਉੱਥੇ ਫਿਰ ਉਹ ਪ੍ਰੋਬਲਮ ਸ਼ੁਰੂ ਹੁੰਦੀ ਹੈ ਕਿ ਕਿਉਂ ਉਹ ਚੀਜ਼ਾਂ ਸਾਡੇ ਲਈ ਸਿਹਤਮੰਦ ਨਹੀਂ ਰਹਿ ਜਾਂਦੀਆਂ। ਅਨੂ ਜਦੋਂ ਆਪਾਂ ਮੇਰੇ ਖਿਆਲ 2002 ਜਾਂ 2003 ਚ ਜਿਹੜੀ ਕੋਰਪੋਰੇਸ਼ਨ ਡਾਕੂਮੈਂਟਰੀ ਆਈ ਸੀ ਉਸ ਟਾਈਮ ਦੇ ਉੱਪਰ ਅੱਜ ਤੋਂ ਕਿੰਨੇ ਸਾਲ ਪਹਿਲਾਂ ਦੀ ਗੱਲ ਹੈ ਉਹ ਦੱਸ ਰਹੀ ਸੀ ਕਿ 80,000 ਜਿਹੜੇ ਆਰਟੀਫਿਸ਼ੀਅਲ ਕੈਮੀਕਲ ਬਣ ਚੁੱਕੇ ਨੇ ਤੇ ਸਿਰਫ ਉਹਨਾਂ ਦੇ ਵਿੱਚੋਂ 20,000 ਇਹੋ ਜਿਹੇ ਕੈਮੀਕਲ ਨੇ ਜਿਨ੍ਹਾਂ ਦਾ ਇਹ ਐਨਾਲਿਸਿਸ ਕੀਤਾ ਗਿਆ ਹੈ
ਕਿ ਉਹਨਾਂ ਨੂੰ ਬੋਡੀ ਦੇ ਵਿੱਚ ਜਾਣ ਨਾਲ, ਮਿੱਟੀ ਦੇ ਵਿੱਚ ਜਾਣ ਦੇ ਨਾਲ, ਪਾਣੀ ਦੇ ਵਿੱਚ ਜਾਣ ਦੇ ਨਾਲ ਉਹਨਾਂ ਦੇ ਕੀ ਇਫੈਕਟ ਹੋ ਸਕਦੇ ਨੇ। ਬਾਕੀ 60,000 ਹੁਣ ਤੇ ਮੈਂ ਕਿਹਾ ਗਿਣਤੀ ਬਹੁਤ ਵੱਡੀ ਹੋ ਚੁੱਕੂਗੀ। ਔਰ ਵੈਸੇ ਵੀ ਜਿਹੜਾ ਉਹ ਅਸੀਂ ਜਦੋਂ ਜੈਨੇਟਿਕ ਮੋਡੀਫਿਕੇਸ਼ਨ ਕਹਿੰਦੇ ਆ, ਉਹ ਮੇਰੇ ਖਿਆਲ ਕਾਫੀ ਪੁਰਾਣੀ ਹੋ ਚੁੱਕੀ ਹੈ ਟੈਕਨੋਲੋਜੀ। ਉਹ ਸ਼ਾਇਦ ਇੰਨੀ ਵੀ ਨੁਕਸਾਨਦੇਹ ਸੀਗੀ, ਨੁਕਸਾਨਦੇਹ, ਪਰ ਇੰਨੀ ਨਹੀਂ, ਕਿਉਂਕਿ ਉਹ ਮੋਡੀਫਿਕੇਸ਼ਨ ਕਿਉਂ ਥੋੜੀ ਜਿਹਾ ਕੋਈ ਮੋਡੀਫਾਈ ਕਰ ਰਹੇ ਹੋ, ਥੋੜੀ ਬਹੁਤੀ ਹਿਲਜੁਲ। ਜਿਹੜੀ ਜੀਨ ਐਡਿਟਿੰਗ ਆ, ਐਡਿਟ ਕਰਨਾ ਤੇ ਬਿਲਕੁਲ ਹੀ ਮਤਲਬ ਵਿੱਚੋਂ ਕੱਟ ਹੀ ਦੇਣੇ ਨਾ, ਮਤਲਬ ਇਹ ਜ਼ਿਆਦਾ ਸੀਰੀਅਸ ਆ ਹੁਣ ਇਹ ਗੱਲ, ਕਿਉਂਕਿ ਜ਼ਿਆਦਾ ਤੁਸੀਂ ਉਹ ਚੀਰ ਫਾੜ ਕਰ ਰਹੇ ਹੋ ਉਸ ਚੀਜ਼ ਦੀ। ਮਤਲਬ ਇੱਕ ਕੁਦਰਤ ਦੀ ਹੋਂਦ ਦੇ ਖਿਲਾਫ ਕੁਦਰਤ ਦੀ ਮੋਡੀਫਿਕੇਸ਼ਨ ਹਾਲੇ ਵੀ ਇੰਨੀ ਖਰਾਬ ਨਹੀਂ ਸੀਗੀ ਐਜ਼ ਕੰਪੇਅਰਡ। ਇਹਨੂੰ ਕੀ ਸ਼ਬਦ ਕੀ ਵਰਤਿਆ ਜਾਵੇ, ਮਤਲਬ ਕੁਦਰਤ ਦੇ ਨਾਲ ਇੱਕ ਕੁਦਰਤ ਦੇ ਵਿੱਚ ਇੱਕ ਬਹੁਤ ਵੱਡੀ ਇਹ ਕੀ ਸਕਦੇ ਆ ਕਿ ਇੰਟਰਵੈਂਸ਼ਨ ਆ ਜਾਂ ਔਰ ਇਹਦੇ ਮਤਲਬ ਅਗਰ ਅਸੀਂ ਮੈਂ ਸੋਚ ਰਹੀ ਹਾਂ ਪੁਰਾਣੇ ਟਾਈਮ ਤੋਂ ਜਿਹੜੇ ਨੋਵਲ ਕਾਫੀ ਸਾਰੇ ਲਿਖੇ ਗਏ ਉਹ ਇਹੋ ਹੀ ਚੀਜ਼ ਹੈ। ਜਿਸ ਤਰ੍ਹਾਂ ਹੁਣ ਉਹ ਬਰੇਵ ਨਿਊ ਵਰਲਡ ਆ ਆਲਡਸ ਹਕਸਲੇ ਦਾ, ਉਹਦਾ ਜਿਹੜੀ ਸੈਟਿੰਗ ਇਹ ਆ ਕਿ ਉਹ ਟੈਸਟ ਟਿਊਬਾਂ 'ਚ ਫੈਕਟਰੀਆਂ 'ਚੋਂ ਮਤਲਬ ਪੈਦਾ ਕੀਤੇ ਜਾ ਰਹੇ ਨੇ ਇਨਸਾਨ ਨਾ, ਤੇ ਕਿ ਉਹ ਹਿਟਲਰ ਦਾ ਵੀ ਤੇ ਇਹੋ ਹੀ ਪ੍ਰੋਜੈਕਟ ਸੀਗਾ ਨਾ। ਸੋ ਅਗਰ ਫਰਜ਼ ਕਰੋ ਮੇਰੇ ਦਿਮਾਗ 'ਚ ਐਗਜ਼ਾਮਪਲ ਸ਼ਾਇਦ ਲੋਕਾਂ ਨੂੰ ਹਾਸੋ ਵੀ ਨਹੀਂ ਲੱਗੇ ਕਿ ਸਥਾਪਤੀ ਅਗਰ ਜਾਂ ਜਿਹੜਾ ਵੀ ਕੋਈ ਹੁਕਮਰਾਨ ਆ ਉਹ ਚਾਹੁੰਦਾ ਕਿ ਲੋਕ ਆਵਾਜ਼ ਨਾ ਉਠਾਉਣ, ਬੋਲਣ ਨਾ, ਉਹ ਅਗਰ ਉਹ ਲਿਟਰਲੀ ਉਹ ਗੱਲ ਨੂੰ ਲੈ ਲੈਂਦਾ, ਸੋ ਅਸੀਂ ਬੋਲਦੇ ਹਾਂ, ਸਾਡੇ ਹਰਕਤ ਹੁੰਦੀ ਆ, ਗਲੇ 'ਚ ਵੌਇਸ ਬਾਕਸ ਆ, ਬੋਲਦੇ ਹਾਂ, ਉਹ ਮਤਲਬ ਉਹ ਜੀਨ ਐਡੀਟਿੰਗ ਐਸੇ ਤਰੀਕੇ ਨਾਲ ਕੀਤੀ ਜਾਵੇ ਕਿ ਅਸੀਂ ਸੁਣਦੇ ਸਾਰਾ ਕੁਛ ਹੋਈਏ ਤੇ ਬੋਲ ਨਾ ਸਕੀਏ। ਮਤਲਬ ਇਹ ਉਦਾਹਰਣ ਹੈ, ਇਹ ਹੋ ਰਿਹਾ ਇੱਥੇ ਉਦਾਹਰਣ ਹੈ ਜੀ। ਬਿਲਕੁਲ 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 ਬਿਲਕੁਲ। ਸੋ ਅੱਗੇ ਕਹਿ ਰਹੇ ਨੇ ਜੀ ਕਿ ਰੀਸੈਂਟ ਰਿਸਰਚ ਬਾਏ ਗ੍ਰੀਨਜ਼ ਐਂਡ ਦਾ ਯੂਰਪੀਅਨ ਫ੍ਰੀ ਅਲਾਇੰਸ, ਇਹ ਸੰਸਥਾਵਾਂ ਨੇ ਗ੍ਰੀਨਜ਼ ਤੇ ਯੂਰਪੀਅਨ ਫ੍ਰੀ ਅਲਾਇੰਸ ਦੀਆਂ। ਸੋ ਜੀ ਹਾਂਜੀ, ਤੋ ਇਹ ਆਰਟੀਕਲ ਕਾਫੀ ਡਿਟੇਲਡ ਹੈ, ਟੈਕਨੀਕਲ ਵੀ ਹੈ ਵਿੱਚ ਹਾਂਜੀ ਠੀਕ ਹੈ। ਰੀਸੈਂਟ ਰਿਸਰਚ ਬਾਈ ਗ੍ਰੀਨਜ਼ ਐਂਡ ਯੂਰਪੀਅਨ ਫ੍ਰੀ ਅਲਾਇੰਸ। ਹਾਂਜੀ ਮੇਰੇ ਖਿਆਲ ਤੁਸੀਂ ਸਾਇਲੈਂਟ ਤੇ ਕਰ ਲਓ ਭਾਰਤੀ ਜੀ ਫੋਨ, ਅਨਲੈਸ ਕੋਈ ਐਮਰਜੈਂਸੀ ਹੈ ਤੇ ਆਪਾਂ ਲੈ ਸਕਦੇ ਹਾਂ ਕਾਲ ਜੇ ਕੋਈ ਐਮਰਜੈਂਸੀ ਹੈ। ਸੋ ਹਾਂਜੀ ਇਹ ਸੰਸਥਾਵਾਂ ਨੇ ਜੀ ਗ੍ਰੀਨਜ਼ ਤੇ ਯੂਰਪੀਅਨ ਫ੍ਰੀ ਅਲਾਇੰਸ ਐਂਡ European Parliament indicates that 86% of Europeans who have heard of genetically engineered GE food want products containing GE organism to be labeled as such. So 86% ਜਿਹੜੇ ਯੂਰਪ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਉਹਨਾਂ ਦੇ ਵਿੱਚ ਇੰਨੀ ਕੁ ਅਵੇਅਰਨੈਸ ਨੂੰ ਆਪਾਂ ਕੀ ਕਹਾਂਗੇ, ਇੰਨੀ ਕੁ ਉਹਨਾਂ 'ਚ ਜਾਗਰਤੀ ਆ ਚੁੱਕੀ ਹੈ ਕਿ ਉਹ ਚਾਹੁੰਦੇ ਨੇ ਵੀ ਜਿਹੜੀ ਸਾਡੇ ਫੂਡ ਖਾਣ ਵਾਲੀਆਂ ਚੀਜ਼ਾਂ ਨੇ ਉਹਦੇ ਉੱਪਰ ਜਿਹੜਾ ਲੇਬਲ ਲੱਗਿਆ ਹੋਵੇ, ਜਿਹੜੀ ਜੈਨੇਟਿਕਲੀ ਮੋਡੀਫਾਈਡ ਹੋਵੇ, ਉਹਦੇ ਤੇ ਘੱਟੋ ਘੱਟ ਉਹ ਵਾਲਾ ਲੇਬਲ ਲੱਗਿਆ ਹੋਵੇ ਤਾਂ ਕਿ ਲੋਕ ਇੱਕ ਇਨਫੋਰਮਡ ਚੋਇਸ ਤਾਂ ਕਰ ਸਕਣ, ਬਣਾ ਸਕਣ। Some 68% of respondents that have heard of new genetic engineering methods demand that food produced with these techniques such as CRISPR to be labeled as GE. Only 3% agreed with the industry's proposal to exempt product from safety testing and labeling. So ਸਿਰਫ 3% ਲੋਕ ਕਹਿ ਰਹੇ ਆ ਕਿ ਉਹ ਸ਼ਾਰਟਕਟ ਮਾਰਨਾ ਚਾਹੀਦਾ ਕਿ ਸਾਰੇ ਸੇਫਟੀ ਟੈਸਟ ਨਾ ਹੋਣ ਤੇ ਉਹ ਲੇਬਲ ਨਾ ਲਾਏ ਜਾਣ ਖਾਣਿਆਂ ਤੇ। ਜੀ ਬਿਲਕੁਲ। ਸੋ ਇਹ ਤੇ ਹਾਂ ਇੱਕ ਓਵਰਵੈਲਮਿੰਗ ਮੈਜੋਰਿਟੀ ਹੈ ਲੋਕਾਂ ਦੀ। ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ। ਦੋਸਤੋ ਸਾਡੇ ਨਾਲ ਬਣੇ ਰਹਿਣਾ ਕਿਉਂਕਿ ਅੱਗੇ ਜਾ ਕੇ ਇਹ ਆਰਟੀਕਲ ਸਿੱਧਾ ਹਿੰਦੁਸਤਾਨ ਦੇ ਉੱਪਰ ਜਾਣਾ ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਹੈ। So regardless, with the help of 1.3 million euros from Gates Foundation, the industry is paving the way for deregulation by widespread lobbying of policymaker and promoting these techniques on the basis of them promoting the climate and sustainability. So ਦੋਸਤੋ ਇਹ ਜਿਹੜੀਆਂ ਗੇਟਸ ਫਾਊਂਡੇਸ਼ਨ ਵਰਗੀਆਂ ਸੰਸਥਾਵਾਂ ਨੇ
ਉਹਦੇ ਵਿੱਚ ਇਹ ਜਿਹੜੀਆਂ ਸੰਸਥਾਵਾਂ ਜਿਹੜੀਆਂ ਇਹ ਪਾਲਿਸੀ ਨੀਤੀਆਂ ਬਣਾਉਂਦੀਆਂ ਨੇ ਉਹਦੇ ਵਿੱਚ ਘੁਸਪੈਠ ਕਰ ਰਹੀਆਂ ਨੇ ਔਰ ਉਹਦੇ ਵਿੱਚ ਇਨਡਾਇਰੈਕਟਲੀ ਇਹ ਹੁਣ NGO ਦਾ ਇੱਥੇ ਕੰਮ ਹੁੰਦਾ ਨਾ ਵਿੱਚ ਉਹਨਾਂ ਨੂੰ ਇਹੋ ਜਿਹੀ ਇੱਦਾਂ 1.3 ਮਿਲੀਅਨ ਯੂਰੋ ਵੱਡੇ ਪੈਸੇ ਉਹਨਾਂ ਨੂੰ ਦੇ ਕੇ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਵਿੱਚ ਘੁਸੇੜਿਆ ਜਾਂਦਾ ਉਹੋ ਜਿਹੇ ਲੋਕਾਂ ਨੂੰ। ਸੋ ਇਹ ਪੈਸਾ ਦੇ ਕੇ ਉਹ ਇਹ ਕਹਾ ਰਹੇ ਨੇ ਅੱਗੇ ਕਿ ਇਹ ਜਿਹੜੀਆਂ ਤਕਨੀਕਾਂ ਨੇ ਇਹਦੇ ਨਾਲ ਸਾਡਾ ਵਾਤਾਵਰਣ ਜਿਹੜਾ ਉਹ ਬਚੂਗਾ ਤੇ ਇਹ ਸਸਟੇਨੇਬਲ ਲਿਆ ਇਦਾਂ ਖਾਣਾ। ਹਾਂਜੀ, ਸਸਟੇਨੇਬਲ ਮਤਲਬ ਕਿ ਬਹੁਤ ਦੇਰ ਤੱਕ ਜਿਹੜਾ ਕੋਈ ਸਿਸਟਮ ਚੱਲ ਸਕੇ, ਜਿਵੇਂ ਕੁਦਰਤ ਜਿਹੜੀ ਲੱਖਾਂ ਸਾਲ ਇਹਨੂੰ ਲੱਗਿਆ ਹਾਂ ਇਹ ਮਤਲਬ ਇਹ ਹਮੇਸ਼ਾ ਜਿਹੜਾ ਇਹ ਸਿਸਟਮ ਸਾਡਾ ਬਣਿਆ ਹੋਇਆ ਆ ਉਹ ਇਦਾਂ ਚੱਲ ਸਕੇ ਉਹਨੂੰ ਸਸਟੇਨੇਬਿਲਿਟੀ ਕਹਿੰਦੇ ਆ। ਪਰ ਇਹ ਜਿਹੜਾ ਸ਼ਬਦ ਆ ਇਹ ਸਸਟੇਨੇਬਿਲਿਟੀ ਇਹ ਅਸਲ ਦੇ ਵਿੱਚ ਇਹ ਕੋਰਪੋਰੇਟ ਘਰਾਣਿਆਂ ਦਾ ਇਹਨਾਂ ਦਾ ਇੱਕ ਮਾਊਥ ਪੀਸ ਬਣ ਚੁੱਕਿਆ। ਇਹਦੇ ਨਾਂ ਦੇ ਉੱਪਰ ਇਹਦੇ ਨਾਂ ਹੇਠਾਂ ਇਹ ਸਾਰੀਆਂ ਜਿਹੜੀਆਂ ਕਰਦੇ ਬਿਲਕੁਲ ਉਸ ਤੋਂ ਮਤਲਬ ਇਹ ਹਾਂ ਨਹੀਂ ਇਹ ਆਪਣੇ ਆਪ ਨੂੰ ਸਸਟੇਨੇਬਲ ਰੱਖਦੇ ਆ, ਆਪਣੀ ਸਸਟੇਨੇਬਿਲਿਟੀ ਦੇਖਦੇ ਆ ਇਹ ਸਾਡੀ ਤੁਹਾਡੀ ਜਾਂ ਇਸ ਪਲੈਨਟ ਦੀ ਨਹੀਂ ਸਸਟੇਨੇਬਿਲਿਟੀ ਦੇਖਦੇ। Through greenwashing, the industry hopes its Save the Planet products can dodge regulation, gain public acceptance in the era of climate emergency. So ਜਿਹੜਾ ਵਾਤਾਵਰਣ ਦੇ ਵਿੱਚ ਜਿਹੜਾ ਗਰਾਹ ਆ ਰਿਹਾ ਹੈ, ਕੁਦਰਤੀ ਆ ਰਿਹਾ ਹੈ ਜਾਂ ਮਨੁੱਖ ਨੇ ਵੀ ਥੋੜਾ ਉਹਨੂੰ ਸਪੀਡ ਅਪ ਕੀਤਾ ਹੈ, ਮਨੁੱਖ ਨੇ ਸਪੀਡ ਅਪ ਕੀਤਾ, ਇਹ 'ਚ ਕੋਈ ਸ਼ੱਕ ਨਹੀਂਗਾ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂਗਾ। ਸੋ ਉਹ ਇੱਕ ਕੀ ਧਰਤੀ ਨੂੰ ਬਚਾਉਣ ਵਾਸਤੇ ਸਸਟੇਨੇਬਿਲਿਟੀ ਵਰਗੇ ਸ਼ਬਦ ਵਰਤ ਕੇ ਉਹ ਆਪਣਾ ਜਿਹੜਾ ਏਜੰਡਾ ਉਹਨੂੰ ਇਹ ਗਾਹਾਂ ਜਿਹੜਾ ਪੁਸ਼ ਕਰ ਰਹੇ ਨੇ। ਨਾਟ ਫॉर द फर्स्ट टाइम द ਲੌਬਿੰਗ ਲੌਬੀ ਦੋਸਤੋ ਕੀ ਹੁੰਦਾ ਲੌਬੀ ਬੇਸਿਕਲੀ ਕਿ ਕੋਈ ਸਰਕਾਰ ਜਿਵੇਂ ਹੁਣ ਹਰ ਦਿਨ ਬਿੱਲ ਪਾਸ ਕੀਤੇ ਹੈ ਉਹਦੇ ਵਿੱਚ ਤੁਸੀਂ ਸਰਦਾਰਾ ਸਿੰਘ ਜੌਹਲ ਵਰਗੇ ਬੰਦੇ ਬਿਠਾ ਦਿਓ ਜਿਹੜੇ ਇਹ ਵੱਡੀਆਂ ਕੋਰਪੋਰੇਟ ਘਰਾਣਿਆਂ ਦੇ ਨਾਲ ਉਹਨਾਂ ਦੇ ਕਨੈਕਸ਼ਨ ਹੈ ਆ, ਉਹਨਾਂ ਦੇ ਪੇਰੋਲ ਤੇ ਨੇ ਇਹ। ਸੋ ਕਮੇਟੀ ਦੇ ਵਿੱਚ ਇਹੋ ਜਿਹੇ ਬੰਦੇ ਬੈਠਣ ਜਿਹੜੇ ਇਹਨਾਂ ਨਾਲ ਜੁੜੇ ਹੋਏ ਨੇ। ਸੋ ਜਦੋਂ ਸਰਕਾਰ ਦੀ ਜਿਹੜੀ ਪਾਲਿਸੀ ਬਣਦੀ ਆ, ਵੈਸੇ ਭਾਰਤ ਦੇ ਵਿੱਚ ਤੇ ਇਹਨੂੰ ਜੀ ਬਿਲਕੁਲ ਹੀ ਉਲਟਾ, ਭਾਰਤ ਦੇ ਵਿੱਚ ਤੇ ਅੰਬਾਨੀ ਅੰਡਾਨੀ ਉਹਨਾਂ ਨੂੰ ਲੋੜ ਹੀ ਨਹੀਂ ਗੀ, ਉਹਨਾਂ ਨੇ ਤੇ ਡਾਇਰੈਕਟਲੀ ਜਿਹੜੀਆਂ ਮੋਦੀ ਦੀ ਜਿਹੜੀ ਇਲੈਕਸ਼ਨ ਵਾਸਤੇ ਫੰਡਿੰਗ ਕੀਤੀ ਹੈ ਉਹਨਾਂ ਦੇ ਹੱਥਾਂ ਦੇ ਵਿੱਚ ਚੱਲ ਰਹੀ ਹੈ। ਪਰ ਪਾਲਿਸੀ ਬਣਾਉਣ ਵਾਸਤੇ ਇਹੋ ਜਿਹੀ ਜਿਹੜੀ ਘੁਸਪੈਠ ਆ ਉਹਨੂੰ ਅਸੀਂ ਲੌਬੀ ਕਹਿੰਦੇ ਆ। ਕਿਸੇ ਲੌਬਿੰਗ ਪੋਜ਼ਿਟਿਵ ਵੀ ਤੇ ਹੋ ਸਕਦੀ, ਲੌਬਿੰਗ ਪੋਜ਼ਿਟਿਵ ਵੀ ਹੋ ਸਕਦੀ ਹੈ, ਬਿਲਕੁਲ ਹੋ ਸਕਦੀ ਹੈ, ਬਿਲਕੁਲ ਹੋ ਸਕਦੀ ਹੈ। ਪਰ ਇਹਨਾਂ ਦੇ ਵਿੱਚ ਇਹ ਜਿਹੜੀ ਇਹਨੂੰ ਅਸੀਂ ਘੁਸਪੈਠ ਹੀ ਕਹਾਂਗੇ। Not for the first time the lobbying that the Gates Foundation is engaging in displays the complete contempt for democratic process or the public opinion. So ਜਿਹੜੀ ਇਹਨਾਂ ਦੀ ਜਿਹੜੀ ਘੁਸਪੈਠ ਆ ਜਿਹੜੇ ਤਰੀਕੇ ਨਾਲ ਜਿਸ ਤਰੀਕੇ ਨਾਲ ਇਹ ਬਿਲਕੁਲ ਡੈਮੋਕ੍ਰੇਸੀ ਨੂੰ ਇਹ ਟਿਚ ਨਹੀਂ ਜਾਣਦੇ ਬੇਸਿਕਲੀ, ਤੇ ਨਾ ਹੀ ਕਿਸੇ ਜਿਹੜਾ ਲੋਕਾਂ ਦੀ ਕੀ ਰਾਏ ਹੈ ਉਹਦਾ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ। ਇਹਨਾਂ ਦਾ ਸਿਰਫ ਉਹੀ ਜਿਹੜਾ ਆਪਣਾ ਏਜੰਡਾ ਹੈ ਆ ਕਿਵੇਂ ਕਿੱਦਾਂ ਇਹਨਾਂ ਨੇ ਵੱਧ ਤੋਂ ਵੱਧ ਪ੍ਰੋਫਿਟ ਬਣਾਉਣਾ। In 2018 European Court of Justice ruled that new genetic engineering technology should be regulated. So 2018 ਦੇ ਵਿੱਚ ਜਿਹੜਾ ਯੂਰਪੀਅਨ ਕੋਰਟ ਆ ਸਾਰੇ ਯੂਰਪ ਦਾ, ਉਹਨਾਂ ਨੇ ਇੱਕ ਜਿਹੜੀ ਉਹਨਾਂ ਦੀ ਕੋਰਟ ਨੂੰ ਆਪਾਂ ਕਵਾਂਗੇ ਉਹਨਾਂ ਨੇ ਮਤਾ ਪਾਸ ਕੀਤਾ ਜਾਂ ਨਿਰਦੇਸ਼ ਦਿੱਤਾ। ਕਈ ਵਾਰੀ ਜੀ ਪੰਜਾਬੀ ਦੇ ਸ਼ਬਦ ਬਿਲਕੁਲ ਹੀ ਦਿਮਾਗ ਚੋਂ ਨਿਕਲ ਜਾਂਦੇ ਆ। ਕੋਰਟ ਨੂੰ ਆਪਾਂ ਕੀ ਕਹਾਂਗੇ? ਆਦੇਸ਼ ਦਿੱਤਾ ਆ। ਅਦਾਲਤ ਨੇ। ਹਾਂ, ਅਦਾਲਤ। ਹਾਂ, ਉਹ ਜਿਹੜੀ ਯੂਰਪ ਦੀ ਅਦਾਲਤ ਵਾ ਉਹਨਾਂ ਨੇ ਆਦੇਸ਼ ਦਿੱਤਾ ਆ ਕਿ ਇਹ ਰੈਗੂਲੇਟਡ ਮਤਲਬ ਕਿ ਇਹਨਾਂ ਤੇ ਪਾਬੰਦੀਆਂ ਲਾਈਆਂ ਜਾਣਗੀਆਂ। ਇਹੋ ਜਿਹੀ ਜਿਹੜੀ ਟੈਕਨੀਕ ਵਾ ਜੈਨੇਟਿਕ ਇਹਨਾਂ ਤੇ ਪਾਬੰਦੀਆਂ ਲਾਈਆਂ ਜਾਣਗੀਆਂ ਨਹੀਂ, ਲਾਈਆਂ ਜਾਣੀਆਂ ਚਾਹੀਦੀਆਂ ਨੇ। ਕੋਰਟ ਦੀ ਢਿੱਲ ਆ ਇੱਥੇ ਵੀ ਨਾ, ਲਾਈਆਂ ਚਾਹੀਦੀਆਂ ਨੇ। As described by Mary Estier and Mangali, ਕੋਈ ਨਾਂ ਇਹਨਾਂ ਦੇ ਫ੍ਰੈਂਚ ਨਾਂ ਨੇ, Gates is very much at the center of trying to bypass this ruling. So ਜਿਹੜੀਆਂ ਉਹ ਯੂਰਪ ਦੀ ਜਿਹੜੀ ਅਦਾਲਤ ਹੈ ਇਹਨਾਂ ਨੇ ਕਿਹਾ ਵੀ ਇਹ ਜਿਹੜੀ ਜੈਨੇਟਿਕ ਜਿਹੜੀਆਂ ਤਕਨੀਕਾਂ ਨੇ ਇਹਨਾਂ ਤੇ ਪਾਬੰਦੀਆਂ ਲਾਈਆਂ ਜਾਣ, ਤੇ ਇਹ ਗੇਟਸ ਆ ਜਿਹੜਾ ਬਿਲ ਗੇਟਸ ਇਹਨਾਂ ਜਿਹੜੀ ਫਾਊਂਡੇਸ਼ਨ ਆ ਇਹਨਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਆ ਭਈ ਇਹਨਾਂ ਨੂੰ ਕਿਸੇ ਤਰੀਕੇ ਨਾਲ ਬਾਈਪਾਸ
ਇਹ ਜਿਹੜੀ ਗੱਲ ਆ ਇਹ ਆਪਾਂ ਵਿਰੋਧੀ ਗੱਲ ਹੈ ਇੱਥੇ ਹੁਣ। ਜਾਂ ਤੇ ਉਹ ਕਹਿਣ ਕਿ ਉਹ ਕੋਰਟ ਨੇ ਉਹ ਪੱਕਾ ਕਰਤਾ ਕਿ ਇਹ ਪਾਬੰਦੀਆਂ ਲੱਗਣਗੀਆਂ, ਫਿਰ ਤੇ ਆਪਾਂ ਮੰਨੀਏ ਵੀ ਉਹਨੂੰ ਬਾਈਪਾਸ ਕਰਨ ਦੀ ਕੋਸ਼ਿਸ਼ ਕਰ ਰਿਹਾ। ਪਰ ਸੁਣੋ ਮੇਰੀ ਗੱਲ ਸੁਣੋ, ਇਹ ਹਮੇਸ਼ਾ ਜਦੋਂ ਸਰਕਾਰਾਂ ਜਦੋਂ ਕੰਮ ਕਰਦੀਆਂ ਨੇ, ਇੱਕ ਜਿਹੜੇ ਬਿੱਲ ਜਿਹੜੇ ਨੇ ਪ੍ਰਪੋਜ਼ ਕੀਤੇ ਜਾਂਦੇ ਨੇ, ਉਹ ਲਾਅ ਬਣਨ ਤੋਂ ਪਹਿਲਾਂ ਆਪਣੀ ਇਹ ਵਿੱਚ ਕੋ ਸਪੈਂਡ ਕਰਦੇ ਨੇ, ਹਨਾ। ਉਹ ਬਿੱਲ ਇਹਨਾਂ ਦੇ ਹੁਣ ਆਪਾਂ ਸ਼ਾਇਦ ਡਿਟੇਲ ਦੇ ਵਿੱਚ ਸਾਨੂੰ ਹੋਰ ਇਹ ਚੋਂ ਇਨਫੋਰਮੇਸ਼ਨ ਮਿਲ ਸਕੇ। ਮੇਰੇ ਨਹੀਂ ਖਿਆਲ ਹੈ ਆਪਾਂ ਵਿਰੋਧੀ ਹੈ ਆ, ਕਿਉਂਕਿ ਉਹਨਾਂ ਨੇ ਬਿੱਲ ਪ੍ਰਪੋਜ਼ ਕੀਤੇ ਹੋਣੇ ਆ ਤੇ ਇਹਨਾਂ ਦੀ ਕੋਸ਼ਿਸ਼ ਲੱਗੀ ਹੋਈ ਹੈ ਵੀ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਪਾਸ ਨਾ ਹੋ ਜਾਣ। ਸੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਲੌਬੀ ਕਰਕੇ ਉਹਨੂੰ ਅਸੀਂ ਬਾਈਪਾਸ ਉਹ ਜਿਹੜਾ ਉਹਨੂੰ ਕੀਤਾ ਜਾਵੇ। So of course it is not just the European agri-food sector that is targeted by Bill Gates and global agri-food players. ਸੋ ਇਹ ਹੁਣ ਇੱਥੇ ਹੁਣ ਅੱਗੇ ਦੀ ਭਾਰਤ ਦੀ ਇਹਨੂੰ ਜੀ ਗੱਲ ਸ਼ੁਰੂ ਹੋਣੀ ਆ ਕਿ ਸਿਰਫ ਤੇ ਸਿਰਫ ਇਹ ਯੂਰਪ ਦੇ ਵਿੱਚ ਕੋਈ ਉਹ ਜਿਹੜੇ ਚੰਗੇ ਜਿਹੜੇ ਰੈਗੂਲੇਸ਼ਨ ਲਿਆਉਣਾ ਚਾਹੁੰਦੇ ਨੇ, ਜਿਹੜੀ ਖਾਦ ਪਦਾਰਥ ਦੀ ਜਿਹੜੀ ਉਹਦੀ ਜਿਹੜੀ ਕੁਆਲਿਟੀ ਵਧੀਆ ਕਰਨਾ ਚਾਹੁੰਦੇ ਨੇ, ਉਹਦੇ ਵਿਰੋਧ 'ਚ ਇਹ ਕੰਮ ਕਰ ਰਹੇ। ਸਿਰਫ ਯੂਰਪ 'ਚ ਨਹੀਂ ਕਰ ਰਹੇ, ਇਹ ਦੁਨੀਆ ਭਰ ਦੇ ਵਿੱਚ ਇਹ ਆਪਣੇ ਇਸ ਤਰੀਕੇ ਦੇ ਜਿਹੜੇ ਉਹ ਕੰਮ ਕਰ ਰਹੇ ਨੇ। ਸੋ ਉਹਦੇ ਵਿੱਚ ਹੁਣ ਹਿੰਦੁਸਤਾਨ ਦੀ ਗੱਲ ਗਾਹਾਂ ਸ਼ੁਰੂ ਹੋ ਗਈ। ਇੰਡੀਆ ਹੈਜ਼ very much been in the news in recent months due to ongoing mass protests involving farmer who want 3 recent farm acts repealed. So ਉਹ ਕਹਿ ਰਹੇ ਨੇ ਕਿ ਹਾਂ ਇਹ ਸਭ ਤੋਂ ਜਿਹੜੀ ਵੱਡੀ ਐਗਜ਼ਾਮਪਲ ਇਹ ਹੈ ਕਿ ਜਿਹੜਾ ਪਿਛਲੇ ਮਹੀਨਿਆਂ ਦੇ ਵਿੱਚ ਜਿਹੜਾ ਭਾਰਤ ਦੇ ਵਿੱਚ ਸੰਘਰਸ਼ ਚੱਲ ਰਿਹਾ ਹੈ 3 ਬਿੱਲਾਂ ਨੂੰ ਮੁਆਫ ਕਰਾਉਣ ਵਾਸਤੇ, ਮੁਆਫ ਨਹੀਂ ਵਾਪਸ ਲੈਣ ਵਾਸਤੇ, ਉਹ ਸਭ ਤੋਂ ਵੱਡੀ ਐਗਜ਼ਾਮਪਲ ਹੈ ਕਿ ਉੱਥੇ ਇਹ ਕਿਸ ਤਰ੍ਹਾਂ ਵਿੱਚ ਘੁਸਪੈਠ ਕਰ ਰਹੇ ਨੇ ਜਾਂ ਉਹ ਬਿੱਲ ਬਣਾਉਣ ਦੇ ਵਿੱਚ ਇਹਨਾਂ ਦਾ ਕੀ ਹੱਥ ਹੈ। ਸੋ ਕੱਲੇ ਉਹਦੇ ਵਿੱਚ ਬਿਲ ਗੇਟਸ ਨਹੀਂ ਗਏ, ਉਹ ਉਹਨਾਂ ਨੇ ਲਿਖਿਆ ਕਿ ਗਲੋਬਲ ਐਗਰੀ ਫੂਡ, ਸੋ ਐਗਰੀ ਫੂਡ ਪਲੇਅਰ ਕੀ ਉਹਦੇ ਵਿੱਚ ਉਹ ਜਿੱਦਾਂ ਅਸੀਂ ਨਾਂ ਲਿਆ ਪਹਿਲਾਂ BASF, ਮਨਸੈਂਟੋ, ਵੱਡੇ ਜਿਹੜੇ ਕੋਰਪੋਰੇਟ ਘਰਾਣੇ ਨੇ ਉਹ ਸਾਰੇ ਉਹਨਾਂ ਦੇ ਵਿੱਚ ਸ਼ਾਮਲ ਹੈ ਨੇ। Environmentalist Vandana Shiva has described on numerous occasions how the Gates Foundation through its AG1, so dosto AG1 intervene in pushing for one type of agriculture for the whole world. So dosto Vandana Shiva ਨੂੰ ਕੌਣ ਨਹੀਂ ਜਾਣਦਾ, ਸਾਡੇ ਨਿਊਜ਼ੀਲੈਂਡ ਵੀ ਆਏ ਸੀਗੇ ਇਹ। ਸੋ ਭਾਰਤ ਦੇ ਵਿੱਚ ਜਿਹੜੀ ਕੁਦਰਤੀ ਖੇਤੀ ਹੈ ਉਹਨੂੰ ਲੈ ਕੇ, ਛੋਟੀ ਖੇਤੀ ਨੂੰ ਲੈ ਕੇ ਇਹ ਇੱਕ ਇਹਨਾਂ ਦਾ ਸੀਡ ਬੈਂਕ ਆ ਬਹੁਤ ਵੱਡਾ, ਹਿਮਾਚਲ ਤੋਂ ਨੇ ਓਰੀਜਨਲੀ ਇਹ। ਸੋ ਉੱਤਰਾਖੰਡ ਤੋਂ ਨੇ, ਹਾਂ ਉੱਤਰਾਖੰਡ, ਹਾਂਜੀ ਉੱਤਰਾਖੰਡ ਤੋਂ ਨੇ। ਸੋ ਇਹ ਹੁਣ ਕਿਉਂਕਿ ਜਦੋਂ ਇਹੋ ਜਿਹੜੀਆਂ ਸੰਸਥਾਵਾਂ ਨੇ ਗੇਟ ਫਾਊਂਡੇਸ਼ਨ ਵਰਗੀਆਂ, ਬਿਲ ਗੇਟਸ, ਇਹ ਡਾਇਰੈਕਟਲੀ ਨਹੀਂ ਆਉਂਦੇ, ਇਹ ਹੋਰ ਕੰਪਨੀਆਂ ਵੱਖਰੀਆਂ ਨਾਂ ਰੱਖਦੇ ਨੇ। ਸੋ ਇਹ ਜਿਹੜੀ AG1 ਨੂੰ ਜੀ ਐਗ1 ਜਾਂ AG1 ਐਗਰੀਕਲਚਰ 1, ਸੋ ਇਹਦਾ ਅਫਰੀਕਾ ਦੇ ਵਿੱਚ, ਸਾਊਥ ਅਫਰੀਕਾ ਦੇ ਵਿੱਚ ਇਹਨਾਂ ਨੇ ਜੋ ਉੱਥੇ ਕੰਮ ਕੀਤੇ ਉਹ ਆਪਣੇ ਆਪ ਦੇ ਇੱਕ ਵੱਖਰਾ ਵਿਸ਼ਾ ਆ। ਸੋ ਇਹ ਜਿਹੜੀ ਐਗ1 ਜਿਹੜੀ ਕੰਪਨੀ, ਇਹਨਾਂ ਦੀ ਫਾਊਂਡੇਸ਼ਨ ਜੋ ਵੀ ਇਹਨਾਂ ਦਾ ਹੈਗਾ ਆ, ਸੋ ਉਹਨਾਂ ਦਾ ਸਿਰਫ ਤੇ ਸਿਰਫ ਇੱਕੋ ਹੀ ਇਰਾਦਾ ਵੀ ਦੁਨੀਆ ਦੇ ਵਿੱਚ ਇੱਕੋ ਹੀ ਤਰੀਕੇ ਦੀ ਖੇਤੀ ਹੋਵੇ। ਸੋ ਉਹ ਦੁਨੀਆ ਦੇ ਲੈਵਲ ਦੇ ਉੱਪਰ ਇੱਕੋ ਤਰੀਕੇ ਦੀ ਖੇਤੀ ਜਿਹੜੀ ਉਹ ਕਰਨਾ ਚਾਹੁੰਦੇ ਨੇ। ਇਹ ਟੌਪ ਡਾਊਨ ਅਪਰੋਚ ਰਿਗਾਰਡਲੈਸ ਆਫ ਵਾਟ ਫਾਰਮਰ ਔਰ ਪਬਲਿਕ ਨੀਡਸ ਔਰ ਵਾਂਟ। ਸੋ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਕਿ ਜਿਹੜੇ ਕਿਸਾਨ ਨੇ ਉਹ ਕੀ ਚਾਹੁੰਦੇ ਆ ਜਾਂ ਜਿਹੜੇ ਲੋਕ ਨੇ ਉਹ ਕੀ ਚਾਹੁੰਦੇ ਨੇ। ਸੋ ਉਹਨਾਂ ਤੇ ਇਹ ਚੀਜ਼ਾਂ ਥੋਪੀਆਂ ਗਈਆਂ ਨੇ ਜਾਂ ਜਾਣਗੀਆਂ। The strategy includes digital farming in which farmers are monitored and mined for their agricultural data, which is then repackaged and sold back to them. ਦੋਸਤੋ ਇਹ ਬਹੁਤ ਰੀਅਲ ਲਾਈਫ 'ਚ ਹੋਊਗੀ, 2 ਲਾਈਨਾਂ ਦੇ ਵਿੱਚ ਇੰਨਾ ਕੁਝ ਸਮਾਇਆ ਹੋਇਆ ਨਾ। ਸੋ ਇਹਦੇ ਵਿੱਚ ਇੰਨਾ ਕੁਛ ਅਸੀਂ ਚਾਹੁੰਦੇ ਹਾਂ ਕਿ ਡਿਜੀਟਲ ਫਾਰਮਿੰਗ, ਕਿ ਜਿਹੜੀ ਖੇਤੀਬਾੜੀ ਦਾ ਮਾਡਲ ਇਹੋ ਜਿਹਾ ਹੋਵੇ ਕਿ ਹਰ ਇੱਕ ਚੀਜ਼ ਦਾ ਹਿਸਾਬ ਕਿਤਾਬ, ਕਿ ਕਿੱਥੋਂ ਕਿਹਨੇ ਕਦੋਂ ਕਣਕ ਬੀਜਣੀ ਆ, ਕਿੰਨੀ ਬੀਜਣੀ ਆ, ਕਿੱਥੇ ਬੀਜਣੀ ਆ, ਕਦੋਂ ਕੱਟਣੀ ਹੈ, ਕਦੋਂ ਪਾਣੀ ਦੇਣਾ, ਕਿੰਨਾ ਪਾਣੀ ਦੇਣਾ, ਕਿੰਨੀ ਉਹਦੇ ਵਿੱਚ ਖੁਰਾਕ ਪਾਉਣੀ,
ਹਰ ਇੱਕ ਚੀਜ਼ ਦਾ ਹਿਸਾਬ ਕਿਤਾਬ ਇਹਨਾਂ ਦੇ ਕੋਲ ਪਹੁੰਚਣਾ ਚਾਹੀਦਾ। ਜਦੋਂ ਇਹਨਾਂ ਦੇ ਕੋਲ ਹਰ ਇੱਕ ਚੀਜ਼ ਦਾ ਹਿਸਾਬ ਕਿਤਾਬ ਪਹੁੰਚੂਗਾ, ਫਿਰ ਕਿਉਂਕਿ ਜਦੋਂ ਇਹਨਾਂ ਨੂੰ ਪਹਿਲਾਂ ਪਤਾ ਲੱਗ ਕਿ ਮਾਰਕੀਟਿੰਗ ਦਾ ਅਨੂ ਜੀ ਇਹ ਸਭ ਤੋਂ ਦੁਨੀਆ ਦੇ ਵਿੱਚ ਅੱਜ ਜੇ ਦੱਸਦੇ ਨੇ ਕਿ ਜੇ ਕੋਈ ਸਭ ਤੋਂ ਮਹਿੰਗੀ ਚੀਜ਼ ਆ ਉਹ ਡੇਟਾਬੇਸ ਹੈ। ਡੇਟਾਬੇਸ ਕੀ ਜਿਹੜਾ ਡੇਟਾ ਆ ਲੋਕਾਂ ਦੇ ਕੋਲੋਂ ਕਲੈਕਟ ਕੀਤਾ ਹੋਇਆ ਕਿ ਸਾਡੀਆਂ ਅਸੀਂ ਕਿੱਥੇ ਜਾਣਾ, ਕੀ ਖਾਣਾ। ਫੇਸਬੁੱਕ ਵਾਲੇ ਇਹੀ ਕਰਦੇ ਕਮਾਈ ਆ ਉਹਨਾਂ ਦੀ, ਇਹੀ ਕਮਾਈ ਆ। ਸਾਡੇ ਵਾਸਤੇ ਫ੍ਰੀ ਆ ਫੇਸਬੁੱਕ, ਪਰ ਉਹਨਾਂ ਦੀ ਉਹ ਜਿਹੜਾ ਲੋਕੀ ਸਵਾਲ ਕਰਦੇ ਨੇ ਕਿ ਜ਼ੁਕਰਬਰਗ ਕਿੱਦਾਂ ਇੰਨਾ ਅਮੀਰ ਬਣ ਗਿਆ, ਡੇਟਾ ਵੇਚ ਕੇ। ਹਾਂ, ਡੇਟਾ ਵੇਚ ਕੇ, ਕਿਉਂਕਿ ਇਹ ਇੱਕ ਸਭ ਤੋਂ ਵੱਡਾ, ਔਰ ਇਹ ਹਜੇ ਤੱਕ ਇਹ ਜਿਹੜਾ ਖੇਤੀਬਾੜੀ ਸੈਕਟਰ ਦੇ ਵਿੱਚ ਇੰਨਾ ਜ਼ਿਆਦਾ ਇਨਵੋਲਵ ਨਹੀਂ ਸੀ ਹੋਇਆ, ਪਰ ਜਿੰਨਾ ਉਹ ਖੇਤੀਬਾੜੀ ਦੁਨੀਆ ਦਾ ਸਭ ਤੋਂ ਵੱਡਾ ਇੱਕ ਸੈਕਟਰ ਹੈ ਆ, ਸੋ ਉਹਦੇ ਵਿੱਚ ਇਹ ਜਦੋਂ ਇਨਵੋਲਵ ਹੋਊਗਾ ਤੇ ਇਹ ਫਿਰ ਸੋ ਜਿੰਨਾ ਉਹਦਾ ਮਸ਼ੀਨੀਕਰਨ ਕਰਨਗੇ ਉਨਾ ਹੀ ਇਹਨਾਂ ਨੂੰ ਸੌਖਾ ਹੋਊਗਾ ਆ ਕੰਮ ਕਰਨਾ। ਤੁਹਾਡੀ ਬਣਾਈ ਹੋਈ ਚੀਜ਼ ਤੁਹਾਨੂੰ ਮੁੜ ਕੇ ਇੱਕ ਵੱਖਰੇ ਤਰੀਕੇ ਦੇ ਨਾਲ ਤੁਹਾਨੂੰ ਵੇਚੀ ਜਾਊਗੀ। ਹਾਂ, ਦੇਖੋ ਇਹਨਾਂ ਦਾ ਉਹ ਜਿਹੜੀ ਫੰਡਾਮੈਂਟਲ ਸਟ੍ਰੈਟਜੀ ਆ ਉਹ ਨਹੀਂ ਬਦਲਦੀ, ਚਾਹੇ ਉਹ ਇੰਪੀਰੀਅਲਿਜ਼ਮ ਚ ਸੀ ਤੇ ਚਾਹੇ ਕੈਪੀਟਲਿਜ਼ਮ ਚ ਸੀ। ਮਤਲਬ ਕਿ ਉਹ ਬੰਗਲਾਦੇਸ਼ ਚ ਹੁਣ ਟਾਕੇ ਦੀ ਮਲਮਲ ਜਿਹੜੇ ਬਣਾਉਂਦੇ ਸੀਗੇ, ਜਾਂ ਕਪਾਹ ਜਿਹੜੀ ਉਗਦੀ ਸੀਗੀ ਉਹ ਮੈਨਚੈਸਟਰ ਇੰਗਲੈਂਡ ਜਾ ਕੇ ਉਹਦੇ ਕੱਪੜੇ ਬਣਦੇ ਸੀ, ਮੁੜ ਕੇ ਫਿਰ ਵਾਪਸ ਭਾਰਤ ਆ ਕੇ ਉਹ ਵੇਚੇ ਜਾਂਦੇ ਸੀਗੇ ਉਹਨਾਂ ਨੂੰ ਜਿਨ੍ਹਾਂ ਕਿਸਾਨਾਂ ਨੇ ਕਪਾਹ ਉਗਾਈ ਸੀਗੀ। ਉਹ ਬਹੁਤ ਜੀ ਅਨੂ ਜੀ ਉਹ ਆਪਾਂ ਪ੍ਰੋਗਰਾਮ ਵੀ ਕੀਤਾ ਸੀਗਾ ਕਿ ਕਿਸ ਤਰੀਕੇ ਦੇ ਨਾਲ ਭਾਰਤ ਦੀ GDP, ਮੈਨੂੰ ਐਗਜ਼ੈਕਟ ਨੰਬਰ ਯਾਦ ਨਹੀਂ ਵੀ ਸ਼ਾਇਦ 50% ਕੁਛ ਏਦਾਂ ਹੀ GDP ਸੀਗੀ, ਔਰ ਇਹਨਾਂ ਦੇ ਜਾਣ ਤੋਂ ਬਾਅਦ 3-4% ਉਹਨਾਂ ਦੀ ਮਤਲਬ ਭਾਰਤ ਇੱਕ ਬਹੁਤ ਵੱਡਾ ਐਕਸਪੋਰਟ ਕਰਦਾ ਸੀਗਾ, ਖਾਸ ਕਰਕੇ ਕੱਪੜੇ ਦੇ ਮਾਮਲੇ ਦੇ ਵਿੱਚ। ਸਿਲਕ ਹੋ ਗਿਆ, ਕਾਟਨ ਹੋ ਗਿਆ, ਔਰ ਇਹ ਵੀ ਉਹ ਮੰਨਿਆ ਜਾਂਦਾ ਕਿ ਕਿਸ ਢਾਕੇ ਦੇ ਮਲਮਲ ਬਣਾਉਣ ਜਿਹੜੇ ਕਾਰੀਗਰ ਸੀ ਉਹਨਾਂ ਦੀਆਂ ਹੱਥ ਵੀ ਉਹਨਾਂ ਦੇ ਵੱਡੇ ਗਏ। ਸੋ ਬਿਲਕੁਲ ਤੁਹਾਡੀ ਸਹੀ ਗੱਲ ਆ। ਸੋ ਉਹੀ ਲਗਭਗ ਉਹ ਪਾਲਿਸੀ ਹੈ, ਨੀਤੀ ਉਹੀ ਹੈ, ਪਰ ਉਹਦੇ ਢੰਗ ਜਿਹੜੇ ਨੇ ਉਹ ਰੂਪ ਜਿਹੜਾ ਉਹਦਾ ਵੱਖਰਾ ਹੈ ਆ। Along with Bill Gates, this is very much the agri-food model that Amazon, Google, Microsoft, Facebook, Bayer, Syngenta, Corvita, Cargill have in mind. ਸੋ ਦੋਸਤੋ ਉਹਨਾਂ ਨੇ ਸਾਰਿਆਂ ਨੂੰ ਇਕੱਠਾ ਕਰਤਾ। ਇਹ ਐਮਾਜ਼ੋਨ, ਗੂਗਲ ਵਰਗੀਆਂ ਕੰਪਨੀਆਂ, ਮਾਈਕਰੋਸਾਫਟ ਜਿਨ੍ਹਾਂ ਦਾ ਇਹ CEO ਰਹੇ ਨੇ, ਫੇਸਬੁੱਕ ਆਪਾਂ ਗੱਲ ਕਰ ਹੀ ਚੁੱਕੇ ਹਾਂ ਕਿ ਇਹ ਜਿਹੜਾ ਡੇਟਾ ਜਿਹੜਾ ਆ ਉਹ ਸਭ ਤੋਂ ਵੱਡਾ ਖਜ਼ਾਨਾ ਜਿਹੜਾ ਉਹ ਬਣ ਚੁੱਕਿਆ। ਔਰ ਦੋਸਤੋ ਇੱਕ ਮੈਂ ਹੋਰ ਵੀ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੁੰਦਾ, ਜਿਹੜਾ ਇਹ ਅੱਜ ਕੱਲ੍ਹ ਕ੍ਰਿਪਟੋ ਕਰੰਸੀ ਦਾ ਜਿਹੜਾ ਚੱਲਿਆ ਹੋਇਆ ਆ, ਲੋਕੀ ਉਹਦੇ ਵੱਲ ਬਹੁਤ ਜ਼ਿਆਦਾ ਆਕਰਸ਼ਿਤ ਹੁੰਦੇ ਨੇ। ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਧੱਕਾ ਆ ਕਿ ਤੁਸੀਂ ਡੇਟੇ ਦੇ ਵਿੱਚੋਂ ਤੁਸੀਂ ਇੱਕ ਨਵੀਂ ਇੱਕ ਕਰੰਸੀ ਇੱਕ ਬਣਾ ਰਹੇ ਹੋ। ਮਤਲਬ ਕਿਹੋ ਜਿਹਾ, ਕਿਉਂਕਿ ਜਿਹੜੀ ਤੁਹਾਡੀ ਕਰੰਸੀ ਆ ਉਹ ਤੁਹਾਡੇ ਮਿਹਨਤ ਦੇ ਉੱਪਰ ਬੇਸ ਹੋਣੀ ਚਾਹੀਦੀ। ਮੇਰੇ ਖਿਆਲ ਆਪਾਂ ਟੌਪਿਕ ਤੋਂ ਉੱਧਰ ਚੱਲ ਜਾਂਗੇ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਬਣ ਚੁੱਕਿਆ। ਸੋ ਅੱਗੇ ਕਹਿੰਦੇ ਨੇ ਜੀ, the tech giants' recent entry into the sector will increasingly lead to mutually beneficial integration between the companies and the supply products to the farmers. Bracket ਦੇ ਵਿੱਚ pesticides, seed, fertilizer, tractors, drones, extra. ਸੋ ਇਹਨਾਂ ਦਾ ਜਿਹੜਾ ਰੈਕਟ ਜਿਹੜਾ ਇਹਨਾਂ ਦਾ ਗੋਰਖ ਧੰਦਾ ਆ, ਜਿਹਦੇ ਵਿੱਚ ਇਹ ਸਾਰੇ ਸ਼ਾਮਲ ਹੋਣਗੇ, ਉਹਦੇ ਵਿੱਚ ਸਿਰਫ ਸ਼ਾਮਲ ਛੋਟੇ ਕਿਸਾਨ ਨਹੀਂ ਹੋਣਗੇ, ਪਰ ਇਹ ਜਿਹੜੀਆਂ ਵੱਡੇ ਕੋਰਪੋਰੇਟ ਘਰਾਣੇ ਨੇ ਉਹਦੇ ਵਿੱਚ ਸ਼ਾਮਲ ਹੋਣਗੇ। ਤੇ ਜਿਹੜਾ ਉਹਦੇ ਵਿੱਚ ਪੈਸਟੀਸਾਈਡ, ਕੀੜੇ ਮਾਰ ਦਵਾਈਆਂ, ਬੀਜ, ਫਰਟੀਲਾਈਜ਼ਰ, ਖਾਦਾਂ, ਉਸ ਜਿੰਨੀ ਮਸ਼ੀਨਰੀ, ਟਰੈਕਟਰਸ, ਡਰੋਨਸ ਜਿਹੜੇ ਅੱਜ ਕੱਲ੍ਹ ਖੇਤੀਬਾੜੀ 'ਚ ਵੱਡੀ ਖੇਤੀਬਾੜੀ 'ਚ ਵਰਤੇ ਜਾਂਦੇ ਨੇ, ਉਹ ਸਾਰੇ ਜਿਹੜੀ ਉਹਨਾਂ ਦੀ ਕਿੱਥੋਂ ਸਪਲਾਈ ਕਰਨਾ, ਕਿਹਨੇ ਕਰਨਾ। ਸੋ ਅੰਨਾ ਵੰਡੇ ਰੇਵੜੀਆਂ ਮੁੜ ਬੇਸਿਕਲੀ ਉਹ ਦੋ ਤਰ੍ਹਾਂ ਦੇ ਕਾਰਪੋਰੇਟ ਨੇ। ਇੱਕ ਜਿਹੜੇ ਐਕਚੁਅਲ ਉਹ ਫਿਜ਼ੀਕਲ ਜਿਹੜੀਆਂ ਚੀਜ਼ਾਂ ਨੇ ਉਹ ਬਣਾ ਕੇ ਤੇ ਉਹ ਪ੍ਰੋਵਾਈਡ ਕਰਦੇ ਨੇ, ਉਹ ਬੀਜ ਨੇ, ਚਾਹੇ ਫਰਟੀਲਾਈਜ਼ਰ, ਪੈਸਟੀਸਾਈਡ ਨੇ ਜਾਂ ਮਸ਼ੀਨਰੀ ਆ। ਦੂਜੀਆਂ ਜਿਹੜੀਆਂ ਕੰਪਨੀਆਂ ਨੇ ਉਹ ਟੈਕ ਕੰਪਨੀਆਂ ਨੇ, ਜਿਹੜੀਆਂ ਤੁਹਾਡੀਆਂ
IT ਵਗੈਰਾ ਦੀਆਂ ਕੰਪਨੀਆਂ ਨੇ ਜਿਨ੍ਹਾਂ ਨੂੰ ਪਤਾ ਕਿ ਉਹ ਡੇਟਾ ਕੰਟਰੋਲ ਡੇਟਾ ਫਲੋ ਸੋ ਇਹ ਹੁਣ ਦੋਨੋਂ ਜਿਹੜੇ ਸੈਕਟਰ ਨੇ ਇਕੱਠੇ ਹੋ ਗਏ ਨੇ ਐਂਡ ਦੇ ਹੈਵ ਐਕਸੈਸ ਟੂ ਡਿਜੀਟਲ ਕਲਾਊਡ ਇਨਫਰਾਸਟ੍ਰਕਚਰ ਅ ਸਿਸਟਮ ਬੇਸਡ ਔਨ ਕਾਰਪੋਰੇਟ ਕਨਸੈਂਟ੍ਰੇਸ਼ਨ ਐਂਡ ਸੈਂਟਰਲਾਈਜੇਸ਼ਨ ਸੋ ਉਹ ਜਿਹੜੀਆਂ ਟੈਕ ਕੰਪਨੀਆਂ ਨੇ ਉਹ ਜਿਹੜੀਆਂ ਐਕਚੁਅਲ ਕੋਈ ਫਿਜ਼ੀਕਲ ਚੀਜ਼ ਪ੍ਰੋਵਾਈਡ ਕਰ ਰਹੀਆਂ ਨੇ ਉਹਨਾਂ ਦੇ ਨਾਲ ਮਿਲ ਕੇ ਹੁਣ ਉਹ ਹੋਰ ਜ਼ਿਆਦਾ ਇੱਕ ਕਾਬਜ਼ ਹੋਣਗੇ ਤੇ ਉਹ ਕੀ ਕਿਸਾਨ ਕਰ ਰਿਹਾ ਆ ਜ਼ਮੀਨੀ ਪੱਧਰ ਤੇ ਉਹਦੇ ਤੇ ਪੂਰਾ ਕੰਟਰੋਲ 100% ਹਾਂ ਬਿਲਕੁਲ ਸਾਹ ਵੀ ਨਹੀਂ ਤੁਸੀਂ ਆਪਣੀ ਮਰਜ਼ੀ ਔਰ ਹਾਲਾਂਕਿ ਜਦੋਂ ਇਹ ਸਸਟੇਨੇਬਿਲਿਟੀ ਦੀ ਗੱਲ ਕਰਦੇ ਨੇ ਸਸਟੇਨੇਬਿਲਿਟੀ ਦਾ ਮਾਡਲ ਤੇ ਇਹ ਆ ਕਿ ਡੀਸੈਂਟਰਲਾਈਜ਼ ਕਰੋ ਬਿਲਕੁਲ ਅੱਗੇ ਹੀ ਹੈ ਬਿਲਕੁਲ ਅਖੀਰ ਦੇ ਵਿੱਚ ਜਿਹੜਾ ਉਹਨਾਂ ਨੇ ਸੈਂਟਰਲਾਈਜ਼ ਹੋਣ ਜਾ ਰਹੇ ਨੇ ਆਪਣੀ ਜਿਹੜਾ ਉਹਨਾਂ ਨੂੰ ਕੰਕਲੂਜਨ ਕੱਢਣਾ ਹੈ ਉਹ ਬਿਲਕੁਲ ਇਹੀ ਹੈ ਆ ਅੱਗੇ ਲਿਖਦੇ ਨੇ ਜੀ these ਸੋ ਤੁਸੀਂ ਕਰਤੀ ਸੈਂਟਰਲਾਈਜੇਸ਼ਨ ਦੀ ਕਿ ਕੇਂਦਰੀਕਰਨ ਸਾਰੀ ਚੀਜ਼ ਦਾ ਕੇਂਦਰੀਕਰਨ ਐ ਨਹੀਂ ਵੀ ਸਰਕਾਰ ਦਾ ਕੇਂਦਰੀਕਰਨ ਨਾ ਪ੍ਰਾਈਵੇਟ ਹੱਥਾਂ ਦੇ ਵਿੱਚ ਕੇਂਦਰੀਕਰਨ ਉਹ ਜਿਹੜੀਆਂ ਕੰਪਨੀਆਂ ਦੇ ਨਾਂ ਤੁਹਾਨੂੰ ਦੱਸਿਆ those farmer who remain in the system will become passive recipient of corporate directives and products on farms owned by Gates Foundation, now one of the largest farm owner of farmland in US. ਸੋ ਇਹ ਜਿਹੜਾ ਨਵਾਂ ਜਿਹੜਾ ਉਹਨੂੰ ਜੀ ਇਹ ਤਾਣਾ ਬਣਾ ਹੋਊਗਾ ਉਹਦੇ ਵਿੱਚ ਨਾਲ ਉਹਨੇ ਅੱਗੇ ਵੀ ਲਿਖਿਆ ਕਿ ਉਹਦੇ ਨਾਲ ਓਨਰਸ਼ਿਪ ਹੋਊਗੀ ਐਗਰੀ ਬਿਜ਼ਨਸ ਐਂਡ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਸਪੈਕੂਲੇਟਰ ਹਾਂਜੀ ਬਿਲਕੁਲ ਸੋ ਇਹ ਨਵਾਂ ਜਿਹੜਾ ਤਾਣਾ ਬਣਾ ਇਹ ਬਿੱਲਾਂ ਦੇ ਤਹਿਤ ਬਣਾਇਆ ਜਾਊਗਾ ਉਹਦੇ ਵਿੱਚ ਜਿਹੜਾ ਅਸਲ ਦੇ ਵਿੱਚ ਜਿਹੜਾ ਕਿਸਾਨ ਉਹਦੀ ਕੋਈ ਸੁਣਵਾਈ ਨਹੀਂ ਹੋਊਗੀ ਉਹ ਕਿਸੇ ਵੀ ਤਰੀਕੇ ਨਾਲ ਉਹਨੂੰ ਸਿਰਫ ਤੇ ਸਿਰਫ ਡਿਕਟੇਟ ਕੀਤਾ ਜਾਊਗਾ ਉਹਨੂੰ ਹੁਕਮ ਦਿੱਤਾ ਜਾਊਗਾ ਵੀ ਤੂੰ ਆਹ ਕਰਨਾ ਤੇ ਤੂੰ ਆਹ ਕਰਨਾ ਤੇ ਤੂੰ ਆਹ ਕਰਨਾ ਸੋ ਬੇਸਿਕਲੀ ਉਹ ਜਿਹੜਾ ਆਪਾਂ ਕੰਟਰੈਕਟ ਫਾਰਮਿੰਗ ਦੀ ਗੱਲ ਕਰਦੇ ਹਾਂ ਸੋ ਉਹਦੇ ਵੱਲ ਇਸ਼ਾਰਾ ਇਹਨਾਂ ਚੱਲ ਰਿਹਾ ਸੋ ਇਹ ਇੱਕ ਤਰ੍ਹਾਂ ਦਾ ਖੇਤੀਬਾੜੀ ਬਿਜ਼ਨਸ ਬਣਾਇਆ ਜਾਊਗਾ ਤੇ ਇਹ ਜਿਹੜਾ ਆ ਫਾਈਨੈਂਸ਼ੀਅਲ ਜਿਹੜੇ ਇੰਸਟੀਚਿਊਟ ਅਦਾਰੇ ਜਿਹੜੇ ਨੇ ਵੱਡੇ ਬੈਂਕਸ ਨੇ ਔਰ ਜਿਹੜੀ ਆਹ ਦੂਸਰੀ ਨਾਲ ਗੱਲ ਕੀ ਸਪੈਕੂਲੇਟਰ ਇਹ ਅਨੂ ਜੀ ਇੱਕ ਸਭ ਤੋਂ ਜਿਹੜਾ ਵੱਡਾ ਹੋਊਗਾ ਇਹ ਹੋਊਗਾ ਕਿ ਸਪੈਕੂਲੇਟਰ ਮੀਨਸ ਸ਼ੇਅਰ ਬਾਜ਼ਾਰ ਵਾਲੇ ਨੇ ਸ਼ੇਅਰ ਬਾਜ਼ਾਰ ਸੋ ਤੁਹਾਡੀ ਖੇਤੀ ਦੇ ਉੱਪਰ ਉਹ ਇੱਕ ਕਮੋਡਿਟੀ ਹੈ ਉਹਦੇ ਤੇ ਸੱਟਾ ਲੱਗੂਗਾ ਸੱਟਾ ਬਿਲਕੁਲ ਆ ਸਹੀ ਹੈ ਔਰ ਕਿਸਾਨ ਜਿਹੜਾ ਆ ਜਿੱਦਾਂ ਮੈਨੂੰ ਸਮਝ ਆ ਰਹੀ ਆ ਉਹ ਇੱਕ EMPLOYEE ਬਣ ਜਾਊਗਾ ਨੌਕਰੀ ਹੋਊਗੀ ਇਹ ਕਿਸਾਨੀ ਕਿੱਤਾ ਅਜੇ ਤੱਕ ਇਦਾਂ ਮੈਨੂੰ ਨਹੀਂ ਲੱਗਦਾ ਦੁਨੀਆ 'ਚ ਕਿਤੇ ਵੀ ਹੋਇਆ ਕਿ ਕਿਸਾਨ ਜਿਹੜਾ ਉਹ ਆਪਣੀ ਜ਼ਮੀਨ ਨਹੀਂ ਜੀ ਇਦਾਂ ਹੀ ਅਮਰੀਕਾ ਦੇ ਵਿੱਚ ਬਿਲਕੁਲ ਇਦਾਂ ਹੀ ਅਮਰੀਕਾ ਵਿੱਚ ਬਹੁਤ ਘੱਟ ਜਿਹੜੇ ਕਿਸਾਨ ਨੇ ਉਹ ਓਨਰਸ਼ਿਪ ਉਹ ਇਸੇ ਕਰਕੇ ਅਸੀਂ ਪਹਿਲਾਂ ਕਰ ਸੀ ਛੋਟੀ ਕਿਸਾਨੀ ਬਿਲਕੁਲ ਖਤਮ ਹੋ ਚੁੱਕੀ ਹੈ ਮੋਸਟਲੀ ਜਿਹੜੇ ਨੇ ਉਹ ਕਿਸਾਨ ਨੇ ਜਿਹੜੇ ਉਹ ਵਰਕਰ ਹੀ ਨੇ ਠੀਕ ਹਾਂਜੀ ਸੋ ਅੱਗੇ ਦੱਸ ਰਹੇ ਨੇ ਜੀ those farmer who remain in the system ਹਾਂਜੀ ਅੱਗੇ the 3 pieces of farm legislation in India passed by parliament but on hold are essential for laying the foundation for this model of agriculture so ਦੋਸਤੋ ਇਹ ਜੋ ਭਾਰਤ ਤੋਂ ਬਾਹਰ ਅਮਰੀਕਾ ਯੂਰਪ ਦੇ ਵਿੱਚ ਇਹ ਬਿਲ ਗੇਟਸ ਵਰਗੇ ਜਿਹੜੇ ਧਨਾੜ ਨੇ ਵੱਡੀਆਂ ਕਾਰਪੋਰੇਟ ਘਰਾਣਿਆਂ ਨਾਲ ਹੱਥ ਮਿਲਾ ਕੇ ਜੋ ਕਰਨਾ ਚਾਹੁੰਦੇ ਨੇ ਉਹਦਾ ਰਸਤਾ ਖੋਲਣ ਵਾਸਤੇ ਇਹ ਜਿਹੜੇ 3 ਜਿਹੜੇ ਬਿੱਲ ਨੇ ਕਾਨੂੰਨ ਨੇ ਜਿਵੇਂ ਨੋਟਬੰਦੀ ਕੀਤੀ ਗਈ ਦੁਨੀਆ ਦਾ ਸਭ ਤੋਂ ਵੱਡਾ ਐਕਸਪੈਰੀਮੈਂਟ ਕੀਤਾ ਗਿਆ ਭਾਰਤ ਦੇ ਉੱਪਰ ਦੁਨੀਆ ਤੇ ਲਾਗੂ ਕਰਨ ਤੋਂ ਪਹਿਲਾਂ ਉਸ ਇਹ ਰਸਤਾ ਜਿਹੜਾ ਫਿਰ ਦੁਨੀਆ ਦੇ ਵਿੱਚ ਇਹ ਰਸਤਾ ਇਹਨਾਂ ਧਨਾਡਾਂ ਦਾ ਖੁੱਲੂਗਾ ਸੋ ਭਾਰਤ ਇਸ ਵਕਤ ਇੱਕ ਪ੍ਰਯੋਗਸ਼ਾਲਾ ਤਾਂ ਕਿ ਦੁਨੀਆ ਭਰ ਵਿੱਚ ਇਹ ਮਾਡਲ ਲਾਗੂ ਕੀਤਾ ਜਾਵੇ ਉਹ ਕਰ ਰਹੇ ਨੇ ਬਹੁਤ ਹੱਦ ਤੱਕ ਕਰ ਰਹੇ ਨੇ ਪਰ ਫਿਰ ਵੀ ਉਹਨਾਂ ਤੇ ਜਿਵੇਂ ਅਸੀਂ ਐਗਜ਼ਾਮਪਲ ਦਿੱਤੀ ਯੂਰਪੀਅਨ ਯੂਨੀਅਨ ਜਿਹੜੀਆਂ ਅਦਾਲਤਾਂ ਨੇ ਉਹ ਥੋੜੀਆਂ ਉਹਨਾਂ ਤੇ ਰੋਕ ਕਿਸੇ ਹੱਦ ਤੱਕ ਲਾ ਰਹੀਆਂ ਨੇ ਸੋ ਇਸ ਕਰਕੇ ਇਹ ਸੰਘਰਸ਼ ਜਿਹੜਾ ਆ ਉਹ ਇਹ ਦੁਨੀਆ ਦਾ ਜਿਹੜਾ ਕੇਂਦਰ ਬਿੰਦੂ ਸੰਘਰਸ਼ ਬਣ ਚੁੱਕਿਆ ਆ ਔਰ ਇਸ ਲਈ ਜਦੋਂ ਸਾਡੇ ਕਿਸਾਨ ਆਗੂ ਜਿਹੜੇ ਸਮਝਦਾਰ ਸੁਲਝੇ ਹੋਏ ਨੇ ਉਹ ਜਦੋਂ ਇਹ ਕਹਿੰਦੇ ਨੇ ਕਿ ਲੜਾਈ ਸਿਰਫ ਅੰਬਾਨੀਆਂ ਅਡਾਨੀਆਂ ਨਾਲ ਨਹੀਂ ਉਹ ਤਾਂ ਉਹ ਛੋਟੇ ਮੋਰੇ ਨੇ ਲੜਾਈ WTO ਵਰਗੀਆਂ ਸੰਸਥਾਵਾਂ ਨਾਲ ਨੇ ਸੰਸਾਰ ਬੈਂਕਾਂ ਨਾਲ ਲੜਾਈ ਹੈ ਸੋ ਉਹ ਇਸ ਮੁੱਦੇ ਨੂੰ ਉਹਨਾਂ ਨੇ ਉਹਦੀ ਨਬਜ਼ ਫੜੀ ਹੈ ਤੇ ਉੱਥੋਂ ਬੋਲਦੇ ਨੇ ਕਿ ਇਹ ਇਸ ਪੱਧਰ ਦੀ ਲੜਾਈ ਹੈ ਬਿਲਕੁਲ ਜੀ
ਬਿਲਕੁਲ ਅੱਗੇ ਲਿਖਦੇ ਨੇ ਦ ਲੈਜਿਸਲੇਸ਼ਨ ਇਨ ਦ ਫਾਰਮਰ ਪ੍ਰੋਡਿਊਸ ਟ੍ਰੇਡ ਐਕਟ, ਉਹ ਜਿਹੜੇ ਐਕਟ ਦੇ ਨਾਂ ਹੈਗੇ ਨੇ ਉਹ ਆਪਾਂ ਪਹਿਲਾਂ ਕਾਫੀ ਵਾਰ ਡਿਸਕਸ ਕਰ ਸਾਡੇ ਆਗੂ ਵੀ ਹਰ ਵਾਰੀ ਗੱਲ ਕਰਦੇ ਉਹਨਾਂ ਦੇ ਜਦੋਂ ਵੀ ਅਸੀਂ ਉਹਨਾਂ ਨੂੰ ਲੈਨੇ ਆ। ਓਕੇ ਜੀ, ਅੱਗੇ ਕਹਿ ਰਹੇ ਨੇ ਦ ਫੋਰਨ ਐਂਡ ਹੋਮ ਗਰੋਨ ਦੇ ਬ੍ਰੈਕਟ ਦੇ ਵਿੱਚ ਲਿਖਦੇ ਨੇ ਮੁਕੇਸ਼ ਅੰਬਾਨੀ ਤੇ ਗੌਤਮ ਅਦਾਨੀ ਬਿਲੀਅਨੇਅਰ who have pushed for these laws require a system of contact farming dominated by their big agri-tech, big agri-business and big retail interest. So basically ਉਹ ਕਹਿ ਰਹੇ ਨੇ ਕਿ ਆਪਾਂ ਬਾਹਰ ਕਾਫੀ ਡਿਟੇਲ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਕਿ ਜਿਹੜਾ ਉਹਨਾਂ ਦਾ ਇਹਦੇ ਵਿੱਚ ਜਿਹੜਾ ਕੰਟਰੈਕਟ ਫਾਰਮਿੰਗ ਦਾ ਉਹ ਬੇਸਿਕਲੀ ਤੁਸੀਂ ਇਹਨੂੰ ਜਿਹੜੀ ਪਹਿਲਾਂ ਗੱਲ ਕਰ ਚੁੱਕੇ ਕਿ ਤੁਸੀਂ ਉੱਥੇ ਨੌਕਰ ਬਣ ਕੇ ਕੰਮ ਕਰੋਗੇ। ਸੋ ਉਹਦਾ ਅਗਰ ਅਸੀਂ ਪ੍ਰੈਕਟੀਕਲ ਰੂਪ ਦੇਖਣਾ ਹੋਵੇ ਤੁਹਾਡੀ ਗੱਲ ਵੈਸਟ 'ਚ ਕਾਫੀ ਹੱਦ ਤੱਕ ਆਲਰੇਡੀ ਹੈਗਾ ਆ। ਹਾਂਜੀ ਹੈ। ਹਾਂ ਸੋ ਜਿਸ ਤਰ੍ਹਾਂ ਕਿ ਖੇਤਾਂ 'ਚ ਅਗਰ ਜਿੱਥੇ ਮਟਰਾਂ ਦੀ ਕਾਸ਼ਤ ਆ ਉਹ ਬਹੁਤ ਵੱਡੇ ਪੱਧਰ ਤੇ ਆ, ਉਹ ਛੋਟਾ ਕਿਸਾਨ ਤੇ ਉੱਥੇ ਨੌਕਰੀ ਕਰੂਗਾ, ਉਹਨੂੰ ਓਨ ਨਹੀਂ ਕਰਦਾ ਲੈਣ ਨੂੰ। ਉੱਥੇ ਵਿੱਚ ਹੀ ਖੇਤਾਂ 'ਚ ਫੈਕਟਰੀ ਲੱਗੀ ਹੋਈ ਆ ਪ੍ਰੋਸੈਸਿੰਗ ਦੀ, ਮਟਰ ਤੋੜ ਕੇ ਨਾਲ ਦੇ ਨਾਲ ਧੋ ਕੇ ਸਾਫ਼ ਕਰਕੇ ਉੱਥੇ ਹੀ ਫਰੀਜ਼ ਕਰਕੇ ਉਹ ਲਿਫਾਫਿਆਂ 'ਚ ਬੰਦ ਕਰਕੇ ਟਰੱਕਾਂ 'ਚ ਪਾ ਕੇ, ਉਹ ਮਤਲਬ ਐਗਰੀ ਬਿਜ਼ਨਸ ਉਹ ਆ ਜਿਹਦੀ ਹਰਸਿਮਰਤ ਕੌਰ ਬਾਦਲ ਦੀ ਮਿਨਿਸਟਰ ਸੀਗੀ, ਮਤਲਬ ਉੱਥੋਂ ਹੀ ਫਿਰ ਉਹ ਵੱਡੀਆਂ ਸੁਪਰ ਮਾਰਕੀਟ, ਉਹ ਬਿਗ ਰਿਟੇਲ ਆ ਗਿਆ ਨਾ ਉਹਦੇ 'ਚ, ਉੱਥੇ ਵਿਕੂਗਾ ਉਹ। ਸੋ ਅੱਗੇ ਕਰ ਜੀ ਸਮਾਲ ਹੋਲਡਰ peasant agriculture is regarded as an important impediment to what they require. ਉਹ ਰੁਕਾਵਟ ਹੈ ਉਹਨਾਂ ਦੇ ਰਸਤੇ 'ਚ ਸਾਰਾ ਕੁਝ। ਉਹ ਜਿਹੜਾ ਛੋਟੀ ਕਿਸਾਨੀ ਹੈ ਨਾ, ਇਹ ਇਹਨਾਂ ਦੇ ਏਜੰਡਿਆਂ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਬਣੀ ਹੋਈ ਹੈ। ਇੰਡਸਟਰੀਅਲ ਸਕੇਲ ਫਾਰਮਸ ਵੇਅਰ ਡਰਾਈਵਰਲੈਸ ਟਰੈਕਟਰ, ਸੋ ਇਹ ਜਿਹੜੇ ਡਿਜੀਟਲ ਫਾਰਮਿੰਗ ਜਾਂ ਜਿਹੜਾ ਇਹ ਉਦਯੋਗੀਕਰਨ ਕੀਤਾ ਜਾਊਗਾ ਖੇਤੀਬਾੜੀ ਦਾ, ਉਹਦੇ ਵਿੱਚ ਡਰਾਈਵਰਲੈਸ ਕੀ ਡਰਾਈਵਰ ਤੋਂ ਬਿਨਾਂ ਜਿਹੜੇ ਟਰੈਕਟਰ ਅੱਗੇ ਆਟੋਮੇਸ਼ਨ, ਡਰੋਨਸ, ਜਿਹੜੇ ਡਰੋਨ ਸਾਰਿਆਂ ਨੂੰ ਪਤਾ ਹੀ ਹੈ ਹਵਾ 'ਚ ਉੜਨੇ ਵਾਲੇ ਡਰਾਈਵਰ ਤੋਂ ਬਿਨਾਂ ਮੋਨੀਟਰ ਕਰ ਸਕਦੇ ਆ, ਸਾਰਾ ਮੋਨੀਟਰ ਕਰਨਗੇ, ਉਹ ਨਾਲ ਦਵਾਈਆਂ ਵੀ ਛਿੜਕਾਈਆਂ ਜਾਣਗੀਆਂ, ਬਹੁਤ ਕੁਝ ਕਰ ਸਕਦੇ ਨੇ ਜੀ ਉਹ। genetically engineered seed, so genetically modified ਜਿਹੜੇ ਬੀਜ are the norm and all data pertaining to land. So basically ਇਹ ਸਾਰੀ ਚੀਜ਼ ਦਾ ਜਿਹੜਾ ਡੇਟਾ ਹੋਊਗਾ ਉਹ ਇਹਨਾਂ ਦੇ ਕੋਲੇ, so all data pertaining to land, to water, weather, seeds and soils is control. So ਜਿੰਨਾ ਡੇਟਾ ਉਹ ਤੁਹਾਡੀ ਜ਼ਮੀਨ ਬਾਰੇ, ਉਹ ਪਾਣੀ ਦੀ ਕਿੰਨੀ ਖਪਤ ਆ, ਕਿੱਥੋਂ ਆਉਂਦਾ, ਮੌਸਮ ਬਾਰੇ, ਬੀਜ ਕਿੰਨਾ ਕਿਸ ਤਰ੍ਹਾਂ ਦਾ ਵਰਤਿਆ, ਕਿੰਨਾ ਲੱਗਿਆ, ਐਂਡ ਸੋਇਲ, ਉਹ ਮਿੱਟੀ ਦੀ ਕੀ ਹਾਲਤ ਆ, ਕਿਸ ਤਰ੍ਹਾਂ ਆ ਉਹ, ਕਿਉਂਕਿ ਮਿੱਟੀ ਦਾ ਪਤਾ ਹੋਊਗਾ ਕਿਸ ਤਰ੍ਹਾਂ ਦੀ, ਤਾਂ ਹੀ ਉਹਦੇ ਵਿੱਚ ਖਾਦਾਂ ਵਗੈਰਾ ਵਗੈਰਾ ਹੋਰ ਪਾਓਗੇ ਨਾ ਤੁਸੀਂ। ਸੋ ਇਹ ਸਾਰੀ ਜਾਣਕਾਰੀ ਸੋ ਕਾਲਡ ਤੁਹਾਡੇ ਫਾਰਮ ਬਾਰੇ, ਤੁਹਾਡੀ ਜ਼ਮੀਨ ਬਾਰੇ ਉਹ ਰੱਖਣਗੇ ਵੀ ਉਹ ਕਿਉਂ ਰੱਖਣੇ ਜਾਣਕਾਰੀ? ਹਾਂ, ਕਿਉਂਕਿ ਉਹਨਾਂ ਨੇ ਤੁਹਾਨੂੰ ਆਪਣਾ ਸਮਾਨ ਵੇਚਣਾ ਨਾ ਮੁੜ ਕੇ। ਸੋ ਇਹ ਉਹ ਹੈ ਨਾ, ਆਟੋਮੇਸ਼ਨ ਹੋਣੀ ਤਾਂ ਚਾਹੀਦੀ ਹੈ, ਕਿਸਾਨ ਨੂੰ ਰਾਹਤ ਦੇਣ ਲਈ ਹੋਣੀ ਚਾਹੀਦੀ ਆਟੋਮੇਸ਼ਨ, ਨਾ ਕਿ ਕਾਰਪੋਰੇਟ ਨੇ ਜਿਹੜੇ ਉਹਨਾਂ ਨੂੰ। ਅਸੀਂ ਆਟੋਮੇਸ਼ਨ ਦੇ ਖਿਲਾਫ ਨਹੀਂ ਹੈਗੇ, ਹਾਂਜੀ, ਆਟੋਮੇਸ਼ਨ ਹੋਵੇ ਪਰ ਉਹਦੇ ਨਾਲ ਆਮ ਜਨਤਾ ਨੂੰ ਫਾਇਦਾ ਹੋਣਾ ਚਾਹੀਦਾ। ਬਿਲਕੁਲ ਜੀ, ਬਿਲਕੁਲ। ਇਟ ਇਜ਼ ਅਨਫੋਰਚੂਨੇਟ that prominent journalists and media outlets in India are celebrating the legislation and have attended to unjustifiably discredit farmers who are protesting. ਇਹ ਤੇ ਜੀ ਬਹੁਤ ਪਤਾ ਹੀ ਹੈ ਗੋਦੀ ਮੀਡੀਆ ਜਿਹੜਾ ਉਹ ਇਸ ਫਾਰਮ ਬਿੱਲਾਂ ਨੂੰ ਬਹੁਤ ਵਧੀਆ ਕਹਿ ਰਿਹਾ ਆ, ਤੇ ਜਿਹੜੇ ਉੱਥੇ ਸੰਘਰਸ਼ ਕਰ ਰਹੇ ਨੇ ਉਹਨਾਂ ਨੂੰ ਕਹਿ ਰਿਹਾ ਵੀ ਇਹ ਚਲੇ ਜਾਣ ਜਾਂ ਇਹਨਾਂ ਦਾ ਕੋਈ ਕੰਮ ਨਹੀਂ ਇੱਥੇ। It is also worrying that key figures like Dr. Ramesh Chand, a member of Niti Aayog ਦੇ ਪ੍ਰਧਾਨ ਨੇ, recently stated that the legislation, ਇਹ ਰਮੇਸ਼ ਚੰਦ ਜੀ ਕਹਿ ਰਹੇ ਨੇ ਜਿਹੜੇ ਨੀਤੀ ਆਯੋਗ ਦੇ ਪ੍ਰਧਾਨ ਨੇ, ਵੀ ਇਹ ਜਿਹੜੇ ਬਿੱਲ ਨੇ ਇਹ ਬਹੁਤ ਜ਼ਰੂਰੀ ਨੇ। So when these figures attack farms or promote the farm acts, what they are really doing is cheerleading for the destruction of local market and independent small scale enterprises, whether farmers, hawkers, food processor or mom and pop corner stores. So basically ਜਦੋਂ ਇਹ ਰਮੇਸ਼ ਚੰਦ ਵਰਗੇ ਜਿਹੜੇ ਲੋਕ ਨੇ
ਇਹਨੂੰ ਭੰਗੜੇ ਪਾ ਰਹੇ ਨੇ ਵੀ ਇਹ ਸਭ ਕੁਝ ਠੀਕ ਠਾਕ ਹੈ। ਸੋ ਇਹ ਤਬਾਹ ਕਰ ਰਹੇ ਨੇ ਛੋਟੀ ਕਿਸਾਨੀ ਨੂੰ। ਵੈਦਰ ਫਾਰਮਰ ਅਨੂ ਜੀ, ਵੈਦਰ ਫਾਰਮਰ ਉਹ ਹੁੰਦੇ ਨੇ ਕਿ ਜਿਵੇਂ ਮੈਂ ਮੱਧ ਪ੍ਰਦੇਸ਼ 'ਚ ਦੇਖਿਆ, ਉਧਰ ਜਦੋਂ ਰਹਿੰਦੇ ਸੀਗੇ ਉਹਨਾਂ ਦੇ ਟਿਊਬਵੈਲ ਵਗੈਰਾ ਅਨੂ ਜੀ ਨਹੀਂ ਲੱਗੇ ਹੋਏ। ਸੋ ਮੌਸਮ ਦੇ ਹਿਸਾਬ ਨਾਲ ਉਹ ਖੇਤੀ ਕਰਦੇ ਨੇ, ਉਸ ਹਿਸਾਬ ਨਾਲ ਬੀਜਦੇ ਨੇ। ਸੋ ਉਹਨਾਂ ਨੂੰ ਹੋਰ ਵੀ ਛੋਟੀ ਸਕੇਲ ਦੀ ਖੇਤੀ ਹੋਊਗੀ, ਬਹੁਤ ਛੋਟੀ ਸਕੇਲ ਦੀ ਖੇਤੀ ਹੈ ਜੀ। ਹਾਂਜੀ ਹਾਂਜੀ ਬਿਲਕੁਲ। ਉਹ ਔਰ ਅੱਜ ਦੇ ਦੌਰ 'ਚ ਜਿੱਥੇ ਉਹ ਗਲੋਬਲ ਵਾਰਮਿੰਗ ਕਰਕੇ ਵੈਦਰ ਦਾ ਕੋਈ ਭਰੋਸਾ ਨਹੀਂ ਵੀ ਕਦੋਂ ਕੀ ਹੋਣਾ ਹੈ, ਉਹ ਹੋਰ ਵੀ ਜ਼ਿਆਦਾ ਨੁਕਸਾਨ 'ਚ। ਹਾਂਜੀ ਹਾਂਜੀ ਹਾਂਜੀ। ਸੋ ਉਹਨਾਂ ਨੂੰ ਉਹ ਜਿਹੜੇ ਹੈਗੇ ਨੇ ਜੀ ਤਬਾਹ ਕਰਨ ਦੇ ਹੌਕਰ, ਜਿਹੜੇ ਆਪਣੇ ਫੇਰੀਆਂ ਵਾਲੇ ਛੋਟੀ ਮਤਲਬ ਜਿਹੜਾ ਛੋਟੇ ਲੈਵਲ ਦੇ ਉੱਪਰ ਸਾਰਾ ਉਹਦਾ ਨਾਸ਼ ਹੀ ਹੋਊਗਾ ਕਿਉਂਕਿ ਇਹ ਸਪੋਰਟ ਕਰਦੇ ਨੇ। ਹਾਂਜੀ, ਜਿਹੜੇ ਛੋਟੀਆਂ ਜਿਹੜੀਆਂ ਫੈਕਟਰੀਆਂ ਨੇ ਉਹ ਵੀ ਤਬਾਹ ਹੋਣਗੀਆਂ। ਐਂਡ ਬਾਈ implication they are helping to ensure that India is surrendering control over its food। ਹਾਂ, ਸੋ ਜਿਹੜਾ ਭਾਰਤ ਆ ਉਹ ਆਪਣੇ ਆਪ ਨੂੰ ਸਮਰਪਣ ਕਰੂਗਾ ਇਹਨਾਂ ਦੇ ਪੈਰਾਂ ਦੇ ਵਿੱਚ। ਭਾਰਤ ਦਾ ਆਪਣੇ ਹੀ ਖਾਦਿਆ ਪਦਾਰਥਾਂ ਤੇ ਉਹ ਉਪਜ ਤੇ ਕੋਈ ਕੰਟਰੋਲ ਨਹੀਂ ਰਹਿ ਜਾਊਗਾ। ਸੋ ਅਗਲਾ ਮੈਂ ਪੈਰਾ ਪੂਰਾ ਪੜੂੰਗਾ ਤੇ ਫਿਰ ਇਹਦੀ ਡੈਫੀਨੇਸ਼ਨ ਦਊਂਗਾ। ਇਹ ਵੀ ਬਹੁਤ ਸਮਝਣ ਵਾਲਾ ਨੁਕਤਾ ਜੀ। They are doing the bidding of the Gates Foundation and Global Agri-Food Corporation, which also want India to eradicate its buffer food stock. Some of the very corporation which will then control stocks that India would purchase with foreign exchange holding। ਇਹ ਅਨੂ ਜੀ ਬਹੁਤ ਵਧੀਆ ਨੁਕਤਾ ਇਸ ਕਰਕੇ ਹੈ ਕਿਉਂਕਿ ਜਦੋਂ ਕੋਈ ਵੀ ਮੁਲਕ ਆਪਣਾ ਐਕਸਪੋਰਟ ਕਰਦਾ ਹੈ ਉਹਦੇ ਵਿੱਚ ਇੱਕ ਸਭ ਤੋਂ ਵੱਡਾ ਨੁਕਤਾ ਹੁੰਦਾ ਕਿ ਤੁਹਾਡੇ ਕੋਲ ਫੋਰਨ ਕਰੰਸੀ ਆਉਂਦੀ ਹੈ। ਸੋ ਹੁਣ ਚੀਨ ਨੂੰ ਇਸ ਟਾਈਮ ਸਭ ਤੋਂ ਜ਼ਿਆਦਾ ਤਾਕਤਵਰ ਕਿਉਂ ਮੰਨਿਆ ਜਾਂਦਾ ਕਿ ਚੀਨ ਦੇ ਕੋਲ US ਡਾਲਰ ਸਭ ਤੋਂ ਜ਼ਿਆਦਾ US ਨਾਲੋਂ ਵੀ ਜ਼ਿਆਦਾ ਹੈ। ਸੋ ਤੁਹਾਨੂੰ ਆਪਣੀ ਮੁਲਕ ਦੀ ਆਰਥਿਕਤਾ ਨੂੰ ਠੀਕ ਰੱਖਣ ਵਾਸਤੇ ਇਸ ਪੂੰਜੀਵਾਦੀ ਸਿਸਟਮ ਦੇ ਵਿੱਚ ਤੁਹਾਨੂੰ ਉਹ ਫੋਰਨ ਐਕਸਚੇਂਜ ਦੀ ਦੂਸਰੇ ਪੈਸੇ ਦੀ ਲੋੜ ਹੁੰਦੀ ਹੈ ਕਿਉਂਕਿ ਤੁਸੀਂ ਖਰੀਦਣਾ ਵੀ ਤਾਂ ਹੁੰਦਾ ਨਾ ਉਹਨਾਂ ਦੇ ਕੋਲੋਂ। ਸੋ ਉਹਦੇ ਵਿੱਚ ਸੋ ਅੱਗੇ ਕਹਿੰਦੇ ਨੇ at that stage any notion of sovereign statehood would be bankrupt as India's food needs would be dependent on attracting foreign exchange reserve via foreign direct investment or borrowing। ਸੋ ਦੋਸਤੋ ਇਹਦੇ ਵਿੱਚ ਇਹ ਕਹਿਣਾ ਇਹ ਚਾਹੁੰਦੇ ਨੇ ਕਿ ਭਾਰਤ ਕਿਉਂਕਿ ਜਦੋਂ ਜਿਹੜੀਆਂ ਇਹ ਕੰਪਨੀਆਂ ਜਿਹੜੀਆਂ ਹੋਣਗੀਆਂ ਉਹੀ ਫੂਡ ਉਗਾਉਣਗੀਆਂ, ਉਹੀ ਐਕਸਪੋਰਟ ਕਰਨਗੀਆਂ, ਉਹੀ ਇੰਪੋਰਟ ਕਰਨਗੀਆਂ ਤੇ ਭਾਰਤ ਜਿਹਦੇ ਕੋਲੇ ਪਹਿਲਾਂ ਹੀ ਜਿਹੜੀ ਫੋਰਨ ਕਰੰਸੀ ਨਹੀਂ ਹੈ, ਅੱਗੇ ਜਾ ਕੇ ਉਹਨਾਂ ਨੇ 1990 ਦੀ ਐਗਜ਼ਾਮਪਲ ਖੁਦ ਮੁਖਤਿਆਰੀ ਨਹੀਂ ਰਹੂਗੀ ਭਾਰਤ ਦੀ, ਖੁਦ ਮੁਖਤਿਆਰੀ ਨਹੀਂ ਰਹੂਗੀ। ਜਿਹੜਾ ਇੱਕ ਕਿ ਲਾਰਜਲੀ ਐਗਰੀਕਲਚਰ ਬੇਸਡ ਦੇਸ਼ ਆ ਉਹਦੀ ਹੋਈ ਖੁਦ ਮੁਖਤਿਆਰੀ ਨਹੀਂ ਰਹਿੰਦੀ ਐਗਰੀਕਲਚਰ ਦੇ ਮਾਮਲੇ 'ਚ। ਹਾਂਜੀ, ਕਿਉਂਕਿ ਜਿਹੜੀ ਕਰੰਸੀ ਹੋਊਗੀ, ਕਰੰਸੀ ਤੇ ਉਹਨਾਂ ਦਾ ਕੰਟਰੋਲ ਹੋਊਗਾ ਬਾਹਰ ਵਾਲੀ ਕਰੰਸੀ ਦੇ ਉੱਪਰ। ਦਿਸ ਵੁੱਡ ਰਿਪਰੈਜ਼ੈਂਟ ਦ ਅਲਟੀਮੇਟ ਬਿਟਰੇਲ ਆਫ ਇੰਡੀਆਜ਼ ਫਾਰਮਰ ਐਂਡ ਡੈਮੋਕ੍ਰੇਸੀ ਐਜ਼ ਵੈਲ as final surrender of the food security and food sovereignty to unaccountable global traders and corporations। so ਲਗਭਗ ਉਹੀ ਗੱਲ ਰਿਪੀਟ ਕਰ ਰਹੇ ਨੇ। ਭੁੱਖਮਰੀ ਵੀ ਵਧੂਗੀ ਫਿਰ ਜੇ ਦੇਸ਼ ਉਹ ਇਹ ਫੂਡ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰ ਸਕਦਾ ਕਿ ਹਰ ਇੱਕ ਵਿਅਕਤੀ ਨੂੰ ਰੱਜ ਕੇ ਖਾਣਾ ਮਿਲੂਗਾ। ਉਹ ਜਦੋਂ ਕਾਬਜ਼ ਹੀ ਬਾਹਰਲੀਆਂ ਤਾਕਤਾਂ ਹੋ ਗਈਆਂ ਜਾਂ ਕਾਰਪੋਰੇਸ਼ਨ ਹੋ ਗਏ ਤਾਂ ਫਿਰ ਉਹਦੇ 'ਚ ਗਰੀਬੀ ਪਹਿਲਾਂ ਹੀ ਜਿੱਥੇ ਇੰਨੀ ਹੋਰ ਵਧੂਗੀ। ਇਹ ਅਨੂ ਜੀ ਅੱਗੇ ਜਾ ਕੇ ਇਹਨਾਂ ਨੇ ਦੱਸਣਾ ਕਿ 1990 ਦੇ ਦਹਾਕੇ ਦੇ ਵਿੱਚ ਇਹ ਜਿਹੜਾ ਉਹ ਆਇਆ ਸੀਗਾ ਕਿਉਂਕਿ ਉਸ ਟਾਈਮ ਦੇ ਵਿੱਚ ਕ੍ਰਾਈਸਿਸ ਇਹੀ ਸੀਗਾ ਕਿ ਭਾਰਤ ਦੇ ਕੋਲੇ ਬਾਹਰ ਦੀ ਕਰੰਸੀ ਨਹੀਂ ਸੀ, ਇਸ ਕਰਕੇ ਉਹਨਾਂ ਨੂੰ ਵਰਲਡ ਬੈਂਕ ਦੇ ਕੋਲੋਂ ਬਹੁਤ ਸਾਰੀ ਕਰੰਸੀ ਲੈਣੀ ਪਈ ਤੇ ਫਿਰ ਉਹਨਾਂ ਨੇ ਵਰਲਡ ਬੈਂਕ ਨੇ ਇਹ ਸ਼ਰਤਾਂ ਰੱਖੀਆਂ ਵੀ ਉਹ ਪ੍ਰਾਈਵੇਟਾਈਜੇਸ਼ਨ ਇਦਾਂ ਹੀ ਹੁੰਦੀ ਹੈ ਨਾ। ਸੋ ਜੇ ਇਦਾਂ ਹੋਊਗਾ ਤੇ ਸਾਰਾ ਕੰਟਰੋਲ ਜਿਹੜਾ ਹੋਊਗਾ ਇਹਨਾਂ ਦੇ ਕਾਰਪੋਰੇਸ਼ਨ ਦੇ ਘਰਾਣੇ ਦੇ ਹੱਥ ਹੋਊਗਾ ਇਹ ਫਿਰ ਭਾਰਤ ਨੂੰ ਹੋਰ ਜ਼ਿਆਦਾ ਕਰਜ਼ਾ ਲੈਣਾ ਪਊਗਾ ਉਹਨੂੰ ਕਰਨ ਵਾਸਤੇ ਤੇ ਉਹ ਹੋਰ ਜ਼ਿਆਦਾ ਜਿਹੜਾ ਕ੍ਰਾਈਸਿਸ ਜਿਹੜਾ ਉਹ ਵੱਡਾ ਹੋਊਗਾ। ਸੋ ਅੱਗੇ ਟਾਈਟਲ ਹੈਗਾ ਜੀ ਉਹਦਾ ਉਹ ਹੈਗਾ MSP malnutrition and helping farmers। so minimum support price malnutrition ਕੀ ਭੁੱਖਮਰੀ ਤੇ ਆਪਣੇ ਕਿਸਾਨਾਂ ਦੀ ਮਦਦ। consider that India has achieved self-sufficiency
in food grains and has ensured that, in theory at least, there is enough food available to feed its entire population. Yet hunger and malnutrition are still major issues. So ਉਹ ਕਹਿੰਦੇ ਵੀ ਜੇ ਆਪਾਂ ਇਹਦਾ ਕਿਆਸ ਵੀ ਕਰ ਲਈਏ ਕਿ ਭਾਰਤ ਦੇ ਕੋਲ ਇਨਫ ਹੈ ਆ ਤੇ ਫਿਰ ਵੀ ਜਿਹੜੀ ਭੁੱਖਮਰੀ ਤੇ ਕੁਪੋਸ਼ਣ ਕਿਉਂਕਿ ਕਈ ਵਾਰੀ ਹੁੰਦਾ ਕਿ ਤੁਹਾਨੂੰ ਖਾਣ ਨੂੰ ਮਿਲ ਰਿਹਾ ਹੁੰਦਾ ਪਰ ਉਹ ਕਿਸ ਕੁਆਲਿਟੀ ਦਾ ਉਹਦਾ ਪੌਸ਼ਟਿਕ ਆਹਾਰ ਹਾਂਜੀ ਅੱਗੇ ਉਹੀ ਗੱਲ ਕਰਨ ਲੱਗੇ ਨੇ ਹਾਂਜੀ initial results from National Family Health Survey round 5 ਇਹ ਹੁਣ ਭਾਰਤ ਦੀ ਏਜੰਸੀ ਹੈ ਜੀ NFHS5 released in January indicate a stagnation or deterioration in most factor related to the nutrition status of the Indian population. So ਇਹ ਜਿਹੜੀ ਸੰਸਥਾ ਆ ਇਹਨੇ ਭਾਰਤ ਦੇ ਵਿੱਚ ਕਿੰਨੀ ਭੁੱਖ ਮਰੀ ਹੈ ਤੇ ਕਿੰਨਾ ਕੁਪੋਸ਼ਣ ਆ ਉਹਦਾ ਉਹਨਾਂ ਨੇ ਸਰਵੇ ਕੀਤਾ ਇਹ ਕੋਵਿਡ ਨੂੰ ਨਹੀਂ ਅਜੇ ਅਕਾਊਂਟ ਕੀਤਾ these finding have ਉਹਨਾਂ ਨੇ ਫਾਈਂਡਿੰਗ ਉਹਨਾਂ ਦੀ ਇਹ ਹੈ ਕਿ ਉਹ ਕੋਈ ਨਿਗਾਰ ਵੱਲ ਨੂੰ ਗਈ ਹੈ ਗੱਲ ਜਾਂ ਉੱਥੇ ਕਿ ਜਈ ਹੈ ਮਤਲਬ ਸੁਧਾਰ ਨਹੀਂ ਹੋਇਆ ਹਾਂਜੀ so these findings have not accounted for the effect of COVID-19 lockdown which could see severe long-term adverse impact on poverty, health and nutrition. So ਉਹਨਾਂ ਨੇ ਜਿਹੜਾ ਕੋਵਿਡ ਇਹਦਾ ਕਰੋਨਾ ਦਾ ਇਹਨੂੰ ਵੀ ਇਹ ਕੰਸੀਡਰ ਨਹੀਂ ਕੀਤਾ ਹਾਲੇ ਨਹੀਂ ਕੀਤਾ ਮਤਲਬ ਜੋ ਕੰਸੀਡਰ ਕਰਦੇ ਫਿਰ ਤੇ ਹੋਰ ਵੀ ਜ਼ਿਆਦਾ ਖਤਰਨਾਕ ਹਾਲਾਤ ਜਿਹੜੇ ਉਹ ਬਹੁਤ ਜ਼ਿਆਦਾ ਖਰਾਬ ਹੈ ਆ the survey findings suggest that people's ability to access good quality diets has been impacted by the economic slowdown in recent years and its subsequent deterioration in poverty and consumption. So ਉਹ ਕਹਿ ਰਹੇ ਨੇ ਕਿ ਜਿਹੜਾ slowdown ਹੋਇਆ ਭਾਰਤ ਦੀ ਆਰਥਿਕਤਾ ਦੇ ਵਿੱਚ ਉਹਦਾ ਜਿਹੜਾ ਲੋਕਾਂ ਦੀ ਗਰੀਬੀ ਤੇ ਉਹਨਾਂ ਦੇ ਕੁਪੋਸ਼ਣ ਦੇ ਵਿੱਚ ਬਹੁਤ ਵੱਡਾ ਪ੍ਰਭਾਵ ਪਿਆ such a conclusion might not be too far off the mark given the finding of the consumption expenditure survey of the National Statistical Office. So ਇਹ ਉਹਨਾਂ ਦੀ ਅੱਗੇ ਰਿਪੋਰਟ ਹੈ ਆ ਜਿਹੜਾ ਸਾਡਾ ਸਟੈਟਿਕਸ ਦਾ ਜਿਹੜਾ ਡਿਪਾਰਟਮੈਂਟ ਆ ਉਹਨਾਂ ਦੀ ਆ employing the modest Ragarajan committee poverty line ਇਹ ਜਿਹਨਾਂ ਨੇ ਕਮੇਟੀ ਬਣਾਈ ਹੋਊਗੀ ਇਹਨਾਂ ਦੇ ਪ੍ਰਧਾਨ ਹੋਣਗੇ we find that proportion of the population in poverty has climbed up from 31 to 35%. So ਕਹਿੰਦੇ ਵੀ ਇੱਕ ਨਿਮਾਣੀ ਜੀ ਗੱਲ ਉਹਨਾਂ ਨੇ ਕੀਤੀ ਆ ਵੀ ਪੂਰਾ ਜਿੰਨਾ ਹੋਣਾ ਚਾਹੀਦਾ ਸੀਗਾ ਇਨਵੈਸਟੀਗੇਸ਼ਨ ਉਨੀ ਨਹੀਂ ਹੋਈ ਪਰ ਫਿਰ ਵੀ ਉਹਨਾਂ ਦੇ ਮੁਤਾਬਕ 2019 ਦੇ ਵਿੱਚ ਜਿਹੜੀ ਗਰੀਬੀ ਹੈ ਉਹ 31 ਤੋਂ 35% ਹੋ ਚੁੱਕੀ ਹੈ thus inverting a long trend of declining poverty ratio. So ਉਹਦਾ ਨਗਾਰ ਵੱਲੋਂ ਜਿਹੜਾ ਕੰਮ ਜਾ ਰਿਹਾ ਪਹਿਲਾਂ ਉਹ ਕਹਿ ਰਿਹਾ ਕਿ ਜਿਹੜੀ ਉਹ ਗਰੀਬੀ ਦੀ ਸੰਖਿਆ ਸੀਗੀ ਉਹ ਘਟ ਰਹੀ ਸੀਗੀ ਪਰ ਬਹੁਤ ਸਮੇਂ ਬਾਅਦ ਇਹ ਇਸ ਤਰ੍ਹਾਂ ਹੋਇਆ ਕਿ ਸੰਖਿਆ ਵਧੀ ਆ So if the poverty lines is raised by 20% to a less modest but still modest level then we find poverty rises ਪਿਛਲੀ ਮਤਲਬ ਬਹੁਤ ਤੇਜ਼ੀ ਨਾਲ 42 ਤੋਂ 52% ਤੱਕ ਮਤਲਬ ਤੁਹਾਡੀ ਅੱਧੀ ਆਬਾਦੀ ਗਰੀਬ ਹੋਵੇ that's huge. Supporters of the farmer legislation are fond of saying that the impact will be higher income for farmers and greater efficiency in food distribution. So ਇਹ ਤੇ ਕੋਈ ਨਵੀਂ ਗੱਲ ਨਹੀਂ ਜਿਹੜੇ ਇਹਨੂੰ ਜਿਹੜੇ ਬਿੱਲਾਂ ਨੂੰ ਸਪੋਰਟ ਕਰ ਰਹੇ ਨੇ ਉਹ ਹੀ ਕਹਿ ਰਹੇ ਨੇ ਕਿ ਕਿਸਾਨਾਂ ਦੀ ਆਮਦਨ ਵਧੂਗੀ ਤੇ ਐਫੀਸ਼ੀਐਂਸੀ ਇਹ ਉਹ ਸਾਰਿਆਂ ਨੂੰ ਜ਼ਿਆਦਾ ਖਾਣਾ ਮਿਲੂਗਾ ਹਾਂਜੀ they fail to acknowledge that neoliberal policies they have backed over the years have driven many farmers out of
ਐਗਰੀਕਲਚਰ। ਸੋ ਅਸਲ ਦੇ ਵਿੱਚ ਇਹ ਜਿਹੜੀਆਂ ਨਵ ਉਦਾਰਵਾਦ ਦੀਆਂ ਨੀਤੀਆਂ ਨੇ, ਇਹਨਾਂ ਨੀਤੀਆਂ ਦੇ ਲਾਗੂ ਹੋਣ ਤੋਂ ਜਾਂ ਇਹਨਾਂ ਦੇ ਬਿੱਲਾਂ ਦੇ ਆਉਣ ਤੋਂ ਪਹਿਲਾਂ ਵੀ ਜਿਹੜੇ ਕਿਸਾਨ ਨੇ ਉਹਨਾਂ ਨੂੰ ਮਤਲਬ ਇੰਨਾ ਕਰਜ਼ੇ ਵਿੱਚ ਉਹਨਾਂ ਨੂੰ ਡੁਬੋਤਾ ਕਿ ਉਹਨਾਂ ਕੋਲ ਕੋਈ ਹੋਰ ਚਾਰਾ ਨਹੀਂ ਰਿਹਾ, ਉਹ ਖੇਤੀ ਛੱਡ ਕੇ ਜਾ ਰਹੇ ਜਿੱਦਾਂ ਖੁਦਕੁਸ਼ੀਆਂ ਵੀ ਕਿੰਨੀਆਂ ਦੇਖੀਆਂ ਨੇ ਅਸੀਂ, ਹੁਣ ਵੀ ਹੁੰਦੀਆਂ ਨੇ। So they are now pushing for more of the same under the banner of helping farmers. So ਇਹ ਕਿਹਾ ਜਾ ਰਿਹਾ ਵੀ ਤੁਹਾਡੀ ਮਦਦ ਕੀਤੀ ਜਾਊਗੀ, ਪਰ ਅਸਲ ਦੇ ਵਿੱਚ ਜਿਹੜਾ ਏਜੰਡਾ ਬਿਲਕੁਲ ਉਹ ਕੁਛ ਜੋ ਪਹਿਲਾਂ ਹੋ ਰਿਹਾ ਸੀ। These policies mainly stem from India's foreign exchange crisis in 1990. So ਦੋਸਤੋ ਇਹ ਡਾਕਟਰ ਮਨਮੋਹਨ ਸਿੰਘ ਦਾ ਸਮਾਂ, ਹਾਂਜੀ ਮਨਮੋਹਨ ਸਿੰਘ ਦਾ ਸਮਾਂ ਜੀ। ਇਹ ਜਿਹੜੇ ਮਨਮੋਹਨ ਸਿੰਘ ਦੇ ਫੈਨ ਨੇ ਉਹਨਾਂ ਦੇ ਵਾਸਤੇ, ਕਿਉਂਕਿ ਅਸੀਂ ਹਮੇਸ਼ਾ ਇਹੀ ਕਹਿੰਦੇ ਹਾਂ ਕਿ ਜੋ ਮੋਦੀ ਕਰ ਰਿਹਾ ਹੈ ਇਹਦੀ ਸ਼ੁਰੂਆਤ ਮਨਮੋਹਨ ਸਿੰਘ ਨੇ ਕੀਤੀ ਹੈ 1990 ਦੇ ਵਿੱਚ ਗੈਟ ਵਰਗੀਆਂ ਉਹਨਾਂ ਦੇ ਸਮਝੌਤਿਆਂ ਤੇ ਸਾਈਨ ਕਰਕੇ। ਇਹ ਜਿਹੜਾ ਨਵ ਉਦਾਰਵਾਦ ਦੀ ਸਿਹਰਾ ਜਿਹੜਾ ਉਹ ਮਨਮੋਹਨ ਸਿੰਘ ਤੇ ਜਾਂਦਾ। ਸੋ ਇਹਦੀ ਜਿਹੜੀ ਸ਼ੁਰੂਆਤ ਆ ਅਸਲ ਦੇ ਵਿੱਚ ਜੀ, ਇਹ ਸ਼ੁਰੂਆਤ 1990 ਦੇ ਵਿੱਚ ਦੁਨੀਆ ਦੇ ਵਿੱਚ ਇਹ ਪਾਲਿਸੀ ਦੀ ਹੋਈ ਹੈ, ਇਕੱਲੇ ਭਾਰਤ ਤੇ ਨਹੀਂ ਪਰ ਉੱਥੇ ਜ਼ਿਆਦਾ ਤੇਜ਼ੀ ਦੇ ਨਾਲ ਇਹ ਸ਼ੁਰੂ ਹੋਇਆ। ਸੋ ਇਹਦੀ ਜਿਹੜੀ ਸ਼ੁਰੂਆਤ ਉੱਥੋਂ ਹੋਈ ਆ। ਇਨ ਰਿਟਰਨ ਫॉर ਅਪ to or more than 120 billions in World Bank loans at the time, India was dictated to dismantle its state-owned seed supply system. So ਮੈਂ ਪਹਿਲੀ ਲਾਈਨ ਕਰਨਾ ਕਿ 1990 ਦੇ ਦਹਾਕੇ ਦੇ ਵਿੱਚ ਭਾਰਤ ਦੇ ਉੱਪਰ ਲਗਭਗ $120 ਬਿਲੀਅਨ ਦਾ ਜਿਹੜਾ ਕਰਜ਼ਾ ਚੜ ਚੁੱਕਿਆ ਸੀ ਵਰਲਡ ਬੈਂਕ ਦਾ। ਸੋ ਵਰਲਡ ਬੈਂਕ ਨੇ ਕਿਹਾ ਭਾਈ ਵੀ ਇਹ ਜੇ ਤੂੰ ਕਰਜ਼ਾ ਲਾਉਣਾ ਜਾਂ ਇਹ ਤੈਨੂੰ ਅਸੀਂ ਮਾਫ ਕਰੀਏ ਜੋ ਵੀ ਵੀ ਆਹ ਚੀਜ਼ਾਂ ਤੈਨੂੰ ਕਰਨੀਆਂ ਪੈਣਗੀਆਂ। ਉਹ ਕਿਹੜੀਆਂ ਚੀਜ਼ਾਂ ਨੇ? ਉਹ ਇਹ ਕਹਿੰਦੇ ਡਿਸਮੈਂਟਲ ਦਾ ਸਟੇਟ ਓਨ ਸੀਡ ਸਪਲਾਈ, ਵੀ ਜਿਹੜੀ ਸਰਕਾਰ ਦੀ ਵੱਲੋਂ ਚਲਾਈ ਜਾ ਰਹੀ ਬੀਜਾਂ ਦੀ ਸਪਲਾਈ, ਸਰਕਾਰੀ ਮਹਿਕਮੇ ਨੇ ਜਿਹੜੇ ਉੱਥੇ ਬੀਜਾਂ ਦੀ ਸਪਲਾਈ ਕਰਦੇ ਨੇ। ਰਿਡਿਊਸ ਸਬਸਿਡੀਜ਼, ਸੋ ਸਬਸਿਡੀ ਜਿਹੜੀ MSP ਬਿਜਲੀ ਦੀ ਫ੍ਰੀ ਵਾਲਾ ਉਹ ਸਾਰੀਆਂ ਬੰਦ ਕਰੋ। ਰਨ ਡਾਊਨ ਪਬਲਿਕ ਐਗਰੀਕਲਚਰ ਇੰਸਟੀਚਿਊਟ, ਸੋ ਸਰਕਾਰੀ ਜਿਹੜੇ ਖੇਤੀਬਾੜੀ ਮੰਡੀ ਬੋਰਡ ਖਤਮ ਕਰੋ ਜੀ। ਬਿਲਕੁਲ and offer incentives for the growing of cash crops to earn foreign exchange. ਕੈਸ਼ ਕ੍ਰੌਪਸ ਅਸੀਂ ਉਹਨਾਂ ਨੂੰ ਕਹਿੰਦੇ ਆ ਜਿਹੜੇ ਇੰਟੈਂਸਿਵ ਫਾਰਮਿੰਗ ਕੇ ਕਣਕ ਝੋਨਾ ਬਸ ਪਹਿਲਾਂ ਟਾਈਮ ਸੀਗਾ ਕਿ ਨਾਲ ਕੋਈ ਦਾਲਾਂ ਬੀਜੀਆਂ ਜਾਂਦੀਆਂ ਨੇ, ਕੋਈ ਸਬਜ਼ੀਆਂ, ਕੁਛ ਉਹ ਮਤਲਬ ਵੰਨ-ਸਵੰਨਤਾ ਆ, ਉਹਦੇ ਨਾਲ ਨੈਚੁਰਲ ਬਾਇਓ ਕੰਟਰੋਲ ਵੀ ਆ। ਹਾਂਜੀ, ਪਰ ਉਹਦੇ ਵਿੱਚ ਕਿਸਾਨ ਦਾ ਕੋਈ ਲੈਣਾ ਦੇਣਾ ਨਹੀਂਗਾ, ਉਹ ਜੋ ਉਹ ਚਾਹੁੰਦੇ ਨੇ ਉਹੀ ਤੁਸੀਂ ਬੀਜੋਗੇ ਤੁਸੀਂ, ਔਰ ਜਿਹੜੀ ਤਰੀਕ ਨੂੰ ਕਹਿੰਦੇ ਉਦੋਂ ਬਿਜਾਈ ਸ਼ੁਰੂ ਕਰੋਗੇ ਤੁਸੀਂ। The plan involves shifting at least 400 million from the countryside into the cities. ਇਹ ਅਨੂ ਜੀ ਬਹੁਤ ਵੱਡਾ ਮਸਲਾ ਆ ਜਿਹਨੂੰ ਸਮਝਣ ਦੀ ਲੋੜ ਆ ਕਿ 400 ਮਿਲੀਅਨ ਦੇ ਕਿੰਨੇ ਬਣਨਗੇ ਮੈਨੂੰ ਹੁਣ ਇਹ ਜਿਹੜੇ ਵੱਡੀ ਗਿਣਤੀ ਦੇ ਵਿੱਚ ਲੋਕ ਆ, ਉਹ ਇਹਨਾਂ ਦਾ ਪਲਾਨ ਆ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ 400 ਮਿਲੀਅਨ ਲੋਕ ਜਿਹੜੇ ਨੇ ਲੱਖਾਂ ਦੇ ਵਿੱਚ ਬਣਨਗੇ, ਬਹੁਤ ਵੱਡੀ ਫਿਗਰ ਹੈ। ਉਹ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚ ਜਾਣ ਮਜਬੂਰ ਹੋ ਕੇ। We have seen running down of the sector for decades, spiraling input costs, withdrawal of government assistance and impact of cheap subsidized import, which depress farmer income. The result is an acute agriculture crisis. So ਅਨੂ ਜੀ ਉਹੀ ਰਿਪੀਟ ਹੀ ਲਗਭਗ ਉਹ ਤਾਂ ਅਸੀਂ ਪਿਛਲੇ ਕਈ ਸਾਲਾਂ ਤੋਂ ਪ੍ਰੋਗਰਾਮਾਂ 'ਚ ਕਵਰ ਕਰਦੇ ਆਏ ਹਾਂ ਕਿ ਮਸਲਾ ਕੀ ਹੈ। ਕਿਉਂਕਿ ਇਹ ਜਿਹੜੇ ਅਨੂ ਜੀ ਇਹ ਜਿਹੜੀਆਂ ਦੂਸਰੇ ਮੁਲਕਾਂ ਦੇ ਵਿੱਚ ਜਿੱਥੇ ਫਾਰਮਾਂ ਨੂੰ ਸਬਸਿਡੀਆਂ ਮਿਲਦੀਆਂ ਨੇ, ਉਹ ਇਹ ਕਣਕ ਉੱਥੋਂ ਵੀ ਖਰੀਦ ਸਕਦੇ ਨੇ ਤੇ ਤੁਹਾਡੇ ਮੁਲਕ ਦੇ ਵਿੱਚ ਡੰਪ ਕਰ ਸਕਦੇ ਆ ਕਿ ਤੁਹਾਡਾ ਜਿਹੜਾ ਪ੍ਰਾਈਸ ਆ ਉਹ ਘਟ ਜਾਵੇ। ਤੁਹਾਨੂੰ ਮਜਬੂਰ ਹੋ ਕੇ ਤੁਹਾਨੂੰ ਆਪਣੀ ਜਿਹੜੀ ਕਣਕ ਘੱਟ ਪ੍ਰਾਈਸ ਤੇ ਦੇਣੀ ਪਊਗੀ ਜਾਂ ਉਹਨੂੰ ਵੇਸਟ ਕਰਨਾ ਪਊਗਾ। ਜਿਸ ਤਰ੍ਹਾਂ ਕਿਸਾਨਾਂ ਨੇ ਕਈ ਵਾਰੀ ਉਹ ਪ੍ਰੋਟੈਸਟ ਕੀਤਾ ਵੀ ਆ ਸੜਕਾਂ ਤੇ, ਦੁੱਧ ਡੋਲਣਾ, ਜਦੋਂ ਵੇਸਟ ਕਰਨਗੇ, ਜਦੋਂ ਇਨਕਮ ਨਹੀਂ ਹੋਊਗੀ, ਫਿਰ ਆਪਣੀਆਂ ਜ਼ਮੀਨਾਂ ਤੁਹਾਨੂੰ ਇਹਨਾਂ ਨੂੰ ਵੇਚਣਗੇ। ਸੋ ਇਹ though the new farms law, the Modi government is now trying to accelerate planned depopulation of the countryside by drastically reducing the role of public sector in agriculture so that of a facilitator of private capital. ਇਹ ਅਨੂ ਜੀ ਗੱਲ ਕਿ ਮੋਦੀ ਸਰਕਾਰ ਇੱਕ ਜਿਹੜੇ ਪ੍ਰਾਈਵੇਟ ਕੈਪੀਟਲਿਸਟ ਨੇ, ਜਿਹੜੇ ਪੂੰਜੀਵਾਦੀ ਨੇ,
ਉਹਨਾਂ ਦੇ ਸਹਾਈ ਬਣ ਕੇ ਜਿਹੜੀ ਡੀਪੋਪੂਲੇਸ਼ਨ, ਜਿਹੜੀ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚ ਜਿਹੜੀ ਵੱਡੇ ਪੱਧਰ ਦੇ ਉੱਪਰ, ਕਿਉਂਕਿ ਜਦੋਂ ਪਿੰਡ ਛੱਡ ਕੇ ਸ਼ਹਿਰ ਜਾਣਗੇ, ਪਿੰਡਾਂ ਦੀ ਜ਼ਮੀਨ ਇਹਨਾਂ ਦੇ ਕਾਰਪੋਰੇਟ ਦੇ ਘਰੇ ਜਾਊਗੀ, ਸ਼ਹਿਰਾਂ ਦੇ ਵਿੱਚ ਜਾ ਕੇ ਇਹਨਾਂ ਨੇ ਫਿਰ ਫੈਕਟਰੀਆਂ ਲੈਣੀਆਂ, ਉੱਥੇ ਇਹਨਾਂ ਨੂੰ ਮਜ਼ਦੂਰ ਚਾਹੀਦੇ ਆ। ਸੋ ਸ਼ਹਿਰਾਂ ਨੂੰ ਛੱਡ ਕੇ ਵਿਦੇਸ਼ਾਂ ਨੂੰ ਆਉਣਗੇ। ਹਾਂ, ਸ਼ਹਿਰਾਂ ਨੂੰ ਛੱਡ ਕੇ ਵਿਦੇਸ਼ਾਂ ਨੂੰ ਆਉਣਗੇ, ਇੱਥੇ ਵੀ ਮਜ਼ਦੂਰ ਚਾਹੀਦੇ ਇਹਨਾਂ ਨੂੰ ਸਸਤੇ। ਦ ਰਿਸਰਚ ਯੂਨਿਟ ਆਫ ਪੋਲੀਟੀਕਲ ਇਕੋਨਮੀ, ਇਹ RUP ਨਾਮ ਦਾ ਇੰਸਟੀਚਿਊਟ ਹੈ ਜੀ, ਦੈਟ ਉਹ ਦੱਸਦੇ ਨੇ ਕਿ ਦ ਮਿਨੀਮਮ ਸਪੋਰਟ ਪ੍ਰਾਈਸ ਵਾਇਆ ਗਵਰਨਮੈਂਟ procurement of essential crops and commodity should be extended to like maize, cotton, oil seeds and pulses. ਸਾਡੇ ਕਿਸਾਨ ਆਗੂ ਬੜੇ ਸਾਲਾਂ ਤੋਂ ਕਹਿੰਦੇ ਆ ਰਹੇ ਕਿ ਸਾਰੀਆਂ ਫਸਲਾਂ ਦੀ MSP ਹੋਣੀ ਚਾਹੀਦੀ ਹੈ, ਸਾਰੀਆਂ ਫਸਲਾਂ ਦੀ। ਇਹ ਹੁਣ ਅਨੂ ਜੀ ਸੋਲੂਸ਼ਨ ਨੇ, ਆਪਾਂ ਫਟਾਫਟ ਕਰ ਦਈਏ। ਮੱਕੀ, ਕਪਾਹ, ਤਿਲ, ਮੂੰਗਫਲੀ, ਦਾਲਾਂ, ਇਹ ਸਾਰਿਆਂ ਦੇ ਉੱਪਰ ਜਿਹੜੀ MSP ਹੋਣੀ ਚਾਹੀਦੀ ਆ, ਨਾ ਕਿ ਸਿਰਫ ਕਣਕ ਤੇ ਝੋਨੇ ਦੇ ਉੱਪਰ। ਜਿਹੜੀ ਰੂਪ ਹੈ, ਜਿਹੜੀ ਸੰਸਥਾ, ਉਹ ਹੋਰ ਦੱਸ ਰਹੇ ਨੇ ਕਿ ਰੂਪ ਸੇਜ਼ that since per capita protein consumption in India is abysmally low and has fallen further during the liberation era, the provision of pulses in the public distribution system is long overdue and desperately needed. So basically ਜਿਹੜਾ ਰਾਸ਼ਨ ਕਾਰਡ ਦੇ ਉੱਪਰ ਸਰਕਾਰੀ ਸਿਸਟਮ ਆ, ਜਿਹਨੂੰ ਅਸੀਂ ਪਬਲਿਕ PDS ਕਹਿੰਦੇ ਆ, ਉਹਦੇ ਵਿੱਚ ਜਿਹੜੀ ਕਿ ਵੱਡੀ ਜਿਹੜੀ ਘਾਟ ਮਹਿਸੂਸ ਕੀਤੀ ਜਾ ਰਹੀ ਆ, ਸਿਰਫ ਚੌਲ ਤੇ ਕਣਕ ਹੀ ਦਿੱਤੀ ਖਾਈ ਜਾਣ ਨੂੰ। ਉਹਦੇ ਵਿੱਚ ਜਿਹੜੀਆਂ ਦਾਲਾਂ, ਜਿਨ੍ਹਾਂ ਤੋਂ ਪ੍ਰੋਟੀਨ, ਜਿਨ੍ਹਾਂ ਦੇ ਵਿੱਚੋਂ ਰਾਜਮਾ, ਜਿਨ੍ਹਾਂ ਦੇ ਅਸਲ ਦੇ ਵਿੱਚ ਜਿਹੜਾ ਤੁਹਾਡੇ ਸਿਹਤ ਵਾਸਤੇ ਚੰਗਾ ਆ, ਉਹ ਉਹਨਾਂ ਨੂੰ ਬਹੁਤ ਵੱਡੇ ਲੈਵਲ ਦੇ ਉੱਪਰ ਸਰਕਾਰ ਨੂੰ ਉਹ ਡਿਸਟ੍ਰੀਬਿਊਟ ਕਰਨਾ ਚਾਹੀਦਾ। ਰੂਪ ਆਰਗੂਜ਼ ਦੈਟ the excess stocks of food grain and food corporation of India are merely the result of failure of refusal of government to distribute grain to ਸਾਨੂੰ ਪਤਾ ਗੋਦਾਮਾਂ 'ਚ ਪਿਆ ਸੜ ਜਾਂਦਾ ਹੈ ਕਿੰਨੀ ਵਾਰੀ। ਸੋ ਇਹ ਮਤਲਬ ਉਹ ਸਰਕਾਰੀ ਮੰਡੀਆਂ ਨੂੰ ਜਾਂ FCI ਵਰਗੀਆਂ ਦੀਆਂ ਸੰਸਥਾਵਾਂ ਨੇ ਉਹਨਾਂ ਨੂੰ ਖਤਮ ਕਰਨ ਦੀ ਬਜਾਏ ਉਹਨਾਂ ਨੂੰ ਹੋਰ ਸੁਧਾਰਨ ਦੀ, ਉਹਨਾਂ ਨੂੰ ਵਧੀਆ ਕਰਨ ਦੀ ਲੋੜ ਆ ਕਿ ਉਹ ਲੋਕਾਂ ਦੇ ਵਿੱਚ ਆਪਣੇ ਜਿਹੜਾ ਫੂਡ ਆ ਲੋਕਾਂ ਤੱਕ ਵਧੀਆ ਡਿਸਟ੍ਰੀਬਿਊਟ ਕਰ ਸਕਣ। ਇਫ ਪਬਲਿਕ ਪ੍ਰੋਕਿਊਰਮੈਂਟ ਆਫ ਵਾਈਡਰ ਰੇਂਜ ਆਫ ਕ੍ਰੌਪਸ at the MSP were to occur, the MSP were guaranteed for rice and wheat across the all states, it would help address the hunger and also ਕਿਉਂਕਿ ਇਸ ਵਕਤ ਸਿਰਫ ਥੋੜੇ ਜਿਹਾ ਸਿਰਫ ਪੰਜਾਬ ਹਰਿਆਣਾ ਜਿੱਥੇ MSP ਗਰੰਟਿਡ ਹੈ। ਸੋ ਇਹ ਕਹਿ ਰਹੇ ਕਿ ਜੇ ਸਾਰੇ ਸੂਬਿਆਂ 'ਚ ਸਿਰਫ ਕਣਕ ਤੇ ਝੋਨੇ ਦੀ ਵੀ MSP ਕਰ ਦੇਣ ਸਾਰੇ ਸੂਬਿਆਂ 'ਚ, ਉਹਦੇ ਨਾਲ ਹੀ ਬਹੁਤ ਸਾਰੇ ਇਸ਼ੂ ਜਿਹੜੇ ਕੁਪੋਸ਼ਣ ਦੇ ਔਰ ਭੁੱਖਮਰੀ ਦੇ ਨੇ ਔਰ ਕਿਸਾਨਾਂ ਦਾ ਜਿਹੜਾ ਕ੍ਰਾਈਸਿਸ ਆ ਉਹ ਹੱਲ ਹੋ ਸਕਦਾ ਉਹਦੇ ਨਾਲ ਹੀ, ਇੱਕ ਇੰਨੇ ਜਿਹੀ ਨਿੱਕੀ ਜਿਹੀ ਗੱਲ ਨਾਲ ਹੀ। Instead of rolling back the role of the public sector and surrendering the system to foreign corporations, there is a need to further expand official procurement and public distribution. So ਇਹ ਜਿਹੜੇ ਦੇਸੀ ਤੇ ਜਿਹੜੇ ਵਿਦੇਸ਼ੀ ਸਰਮਾਏਦਾਰ ਨੇ ਉਹਨਾਂ ਦੇ ਸਾਹਮਣੇ ਗੋਡੇ ਟੇਕਣ ਦੀ ਬਜਾਏ ਜਿਹੜਾ ਇੱਕ ਖਰੀਦੋ ਖਰੋਫ ਦਾ ਜਿਹੜਾ ਸਿਸਟਮ ਆਲਰੇਡੀ ਹੈਗਾ ਆ, ਉਹ ਸਰਕਾਰ ਦੇ ਹੱਥ 'ਚ ਰਹਿਣਾ ਚਾਹੀਦਾ, ਉਹਨੂੰ ਹੋਰ ਵਧੀਆ ਕੀਤਾ ਜਾਣਾ ਚਾਹੀਦਾ। ਬਿਲਕੁਲ ਅਸੀਂ ਇਹ ਗੱਲਾਂ ਪਹਿਲਾਂ ਵੀ ਕਰ ਚੁੱਕੇ ਹਾਂ, ਬਹੁਤ ਰਿਪੀਟ ਕਰਨੀਆਂ ਬਹੁਤ ਜ਼ਰੂਰੀ ਹੈ ਜੀ। ਇਹ ਕਹਿੰਦਾ this would occur by extending procurement to additional states and expanding the range of commodities under the PDS. ਉਹ ਜਿਹੜਾ ਪੰਜਾਬ ਹਰਿਆਣੇ 'ਚ ਸਿਸਟਮ ਆ, ਉਹ ਮਤਲਬ ਮੇਰੇ ਕੋਲ ਮੰਡੀ ਬੋਰਡ ਵੀ ਆਬਵੀਅਸਲੀ ਫਿਰ ਸਾਰੇ ਸੂਬਿਆਂ 'ਚ ਨਹੀਂ ਹੋਣੇ ਨਾ, ਨਹੀਂ ਹੈਗੇ। ਹਾਂ, ਸੋ ਉਹ ਪੰਜਾਬ ਹਰਿਆਣੇ ਦਾ ਜਿਹੜਾ ਮਾਡਲ ਆ ਉਹਨੂੰ ਬਿਹਤਰ ਕਰਕੇ ਪੂਰੇ ਭਾਰਤ 'ਚ ਲਾਗੂ ਹੋਣਾ ਚਾਹੀਦਾ ਆ। ਹਾਂਜੀ, ਭਾਰਤ ਦੇ ਵਿੱਚ ਉਧਰ ਬਲਵਿੰਦਰ ਸਿੰਘ ਹੁਣਾਂ ਨੇ, ਸਾਥੀ ਬਲਵਿੰਦਰ ਸਿੰਘ ਹੁਣਾਂ ਨੇ ਵੀਡੀਓ ਪਾਈ ਆ ਜਿੱਥੇ ਬਿਹਾਰ ਦੇ ਵਿੱਚੋਂ ਕਣਕ ਖਰੀਦ ਕੇ ਸਸਤੀ ਤੇ ਪੰਜਾਬ ਦੇ ਵਿੱਚ ਡੰਪ ਕੀਤੀ ਜਾ ਰਹੀ ਹੈ ਕਿਉਂਕਿ ਉੱਥੇ ਜ਼ਿਆਦਾ MSP ਹੈ ਨਾ ਉੱਥੇ। ਹਾਂਜੀ ਆਫ ਕੋਰਸ ਸਮ ਵਿਲ ਰੇਜ਼ ਅ ਰੈਡ ਫਲੈਗ ਹੀਅਰ ਐਂਡ ਸੇ ਦਿਸ ਵੁੱਡ ਕਾਸਟ ਟੂ ਮਚ। ਸੋ ਬਹੁਤ ਲੋਕੀ ਕਹਿਣਗੇ ਵੀ ਜੇ MSP ਕਰਤੀ ਤੇ ਬਹੁਤ ਖਰਚਾ ਹੋ ਜਾਣਾ ਤੇ ਜਿਹੜੀ ਭਾਰਤ ਆ ਉਹ ਸਰਕਾਰ ਤਬਾਹ ਹੋ ਜਾਊਗੀ। ਇਹ ਸਭ ਤੋਂ ਵਧੀਆ ਗੱਲ ਹੈ, ਮੁੜ ਕੇ ਉਹ ਪੈਸਾ ਵੀ ਤੇ ਖਜ਼ਾਨੇ 'ਚ ਹੀ ਸਰਕੂਲੇਟ ਹੋਣਾ। ਜੀ ਦੂਸਰੀ ਜਿਹੜੀ ਗੱਲ ਨੋਟ ਕਰ ਰਹੇ ਆ, ਬਟ ਰੂਪ ਜਿਹੜੀ ਇਹ ਸੰਸਥਾ ਕਹਿ ਰਹੀ ਹੈ, but the Roop notes it would cost around 20% of the current handouts initially received by the corporation and the rich owners which do not benefit bulk of the wider. So basically 80% ਬਚਤ ਹੋਊਗੀ ਜਿਹੜਾ ਇਹ ਕਾਰਪੋਰੇਸ਼ਨਾਂ ਨੂੰ ਦਿੰਦੇ ਆ ਇਨਸੈਂਟਿਵਸ 'ਚ। ਹਾਂਜੀ ਅਨੂ ਜੀ ਉਹ ਕਹਿ ਰਹੇ ਕਿ
ਜਿੰਨੀ ਮਦਦ ਸਰਕਾਰ ਵੱਡੇ ਕਾਰਪੋਰੇਟਸ ਨੂੰ ਕਰ ਰਹੀ, ਪੈਸਾ ਦੇ ਰਹੀ ਆ ਖਰਬਾਂ ਦੇ ਹਿਸਾਬ ਦੇ ਨਾਲ, ਉਹਦਾ ਸਿਰਫ 20% ਸੋ ਮਤਲਬ ਉਹ ਤੇ ਬਚੂਗਾ ਹੀ, ਜਿਹੜਾ 80% ਉਹਦਾ ਸਿਰਫ 20% ਖਰਚਾ ਆਊਗਾ ਇਸ ਚੀਜ਼ ਦੇ ਉੱਪਰ। ਇਹ ਬੜਾ ਨੁਕਤਾ ਸਮਝਣੇ ਵਾਲਾ ਆ ਕਿ ਜਿਸ ਤਰੀਕੇ ਦੇ ਨਾਲ ਬਿਨਾਂ ਇੰਟਰਸਟ ਦੇ ਉੱਪਰ ਅੰਬਾਨੀਆਂ ਨੂੰ ਇਹਨਾਂ ਨੂੰ ਵੀ ਉਹ ਦਿੱਤਾ ਜਾ ਰਿਹਾ, ਭਾਰਤੀ ਪਬਲਿਕ ਖਜ਼ਾਨੇ ਦੇ ਵਿੱਚੋਂ ਦਿੱਤਾ ਜਾ ਰਿਹਾ ਸਿਰਫ 20% ਉਹਦਾ, ਬਹੁਤ ਵੱਡੀ ਗੱਲ ਹੈ। ਹਾਂਜੀ। Furthermore, if policy makers were really serious about sustainability and boosting the rural economy, they would reject the fake high-tech corporate controlled sustainability agenda and a reliance on rigged and unstable global market. ਉਹ ਜਿਹੜੀ ਸਪਲਾਈ ਡਿਮਾਂਡ ਆਪੇ ਕ੍ਰੀਏਟ ਕਰਦੇ ਆ। ਬਿਲਕੁਲ ਜੀ, ਬਿਲਕੁਲ। They would embrace an approach to agriculture based on agroecological principles, short supply chain, local markets. So ਅਨੂ ਜੀ ਇਹ ਡੀਸੈਂਟਰਲਾਈਜ਼ੇਸ਼ਨ ਹੋਣੀ ਚਾਹੀਦੀ ਆ, ਕੁਦਰਤ ਦੇ ਨਾਲ ਰਹਿ ਕੇ ਖੇਤੀ ਕੀਤੀ ਜਾਵੇ ਔਰ ਜਿਹੜਾ ਦੁਨੀਆ ਭਰ ਨੂੰ ਫੀਡ ਕਰਨ ਦੀ ਰਿਸਪੌਂਸਿਬਿਲਿਟੀ ਨਹੀਂ, ਤੁਸੀਂ ਆਪਣੇ ਆਪਣੇ ਲੋਕਲ ਖਿੱਤਿਆਂ 'ਚ ਜਿਹੜੇ ਉਹਨਾਂ ਦਾ ਧਿਆਨ ਰੱਖਣਾ। ਲੋਕਲ ਮਾਰਕੀਟ, ਛੋਟੀਆਂ ਮਾਰਕੀਟ, ਉਹਨਾਂ ਦੇ ਵਾਸਤੇ ਛੋਟੀਆਂ ਮਾਰਕੀਟ ਜਗ੍ਹਾ ਤੇ ਉਹਨਾਂ ਨੂੰ ਫੈਸਿਲਿਟੇਟ ਕੀਤਾ ਜਾਵੇ, ਉਹਨਾਂ ਨੂੰ ਫੈਸਿਲਿਟੀ ਪ੍ਰੋਵਾਈਡ। ਉਹ ਜੀ ਉੱਥੇ ਮੈਨੂੰ ਪਤਾ ਸ਼ਹਿਰ ਦੇ ਵਿੱਚ, ਸਾਡਾ ਛੋਟਾ ਜਿਹਾ ਸ਼ਹਿਰ ਆ, ਜਿੱਥੇ ਮਾੜੀ ਮੋਟੀ ਕਿਸੇ ਛੋਟੇ ਦੁਕਾਨਦਾਰ ਨੇ ਉੱਥੇ ਆਪਣੀ ਸਬਜ਼ੀਆਂ ਦੀ ਰੇਹੜੀ ਲਾਈ ਹੁੰਦੀ ਆ, ਚੌਥੇ ਦਿਨ ਪੁਲਿਸ ਆ ਕੇ ਤੇ ਡਾਂਗਾ ਮਾਰ ਕੇ ਉਹਨਾਂ ਨੂੰ ਉੱਥੋਂ ਉਹਨਾਂ ਨੂੰ ਖਰਚ ਕਰੇ ਸਰਕਾਰ, ਉਹਨਾਂ ਦੇ ਵਾਸਤੇ ਬਣਾਈ ਜਾਵੇ ਮੰਡੀ, ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਵੇ, ਤੁਸੀਂ ਛੋਟਾ ਜਿਹੜਾ ਕਿਸਾਨ ਆ ਇੱਥੇ ਆ ਕੇ ਆਪਣੀ ਫਸਲ ਜਿਹੜੀ ਆ ਜੋ ਵੀ ਦੇ ਸਕਦਾ। ਐਨੀਵੇ ਸੋ ਅੱਗੇ ਕਹਿੰਦੇ ਨੇ ਜੀ, furthermore if policy maker were ਇਹ ਪੜ੍ਹ ਚੁੱਕੇ ਜੀ ਆਪਾਂ, if the last 12 months have shown anything, it is that decentralized, regional and local community owned food systems are now needed more than ever. ਮਤਲਬ ਉਹ ਕਿ ਉਹ ਸੈਂਟਰਲ ਨਹੀਂ ਹੋਣਾ ਚਾਹੀਦਾ ਔਰ ਕਮਿਊਨਿਟੀਆਂ ਆਪੋ ਆਪਣੇ ਹਿਸਾਬ ਨਾਲ ਜਿੰਨੀ ਜ਼ਰੂਰਤ ਆ ਉਹਨਾਂ ਉਗਾਉਣ, ਇਹ ਸਿਸਟਮ ਹੋਣਾ ਚਾਹੀਦਾ ਕੁਦਰਤੀ ਖੇਤੀ ਦਾ। ਬਿਲਕੁਲ। But a solution that would genuinely serve to help address rural distress and malnutrition does not suit the agenda of the Gates Foundation and its corporate entourage. ਮਤਲਬ ਉਹ ਹੈ ਨਾ ਕਿ ਜਿਹੜੇ ਲੋਕ ਹਿੱਤ 'ਚ ਜਿਹੜੀ ਖੇਤੀ ਆ, ਉਹ ਜਿਹੜੇ ਇਹ ਉੱਪਰ ਸਰਮਾਏਦਾਰ ਪੂੰਜੀਪਤੀ ਬੈਠੇ ਨੇ, ਉਹਨਾਂ ਦਾ ਮੁਨਾਫਾ ਨਹੀਂ ਉਹਦੇ ਚੋਂ ਨਿਕਲਣਾ, ਲੋਕਾਂ ਦਾ ਹੀ ਭਲਾ ਹੋਊਗਾ ਨਾ, ਉਹ ਨਹੀਂ ਚਾਹੁੰਦੇ। ਇਹਨਾਂ ਨੇ ਜਿਹੜਾ ਸ਼ਬਦ ਵਰਤਿਆ ਰੂਰਲ ਡਿਸਟ੍ਰੈਸ, ਵੀ ਜਿਹੜਾ ਪੇਂਡੂ ਕ੍ਰਾਈਸਿਸ ਵਾ, ਹਾਂ ਪਿੰਡਾਂ 'ਚ ਕ੍ਰਾਈਸਿਸ ਹੈ, ਉਹਨੂੰ ਖਤਮ ਕਰਨਾ ਔਰ ਕੁਪੋਸ਼ਣ ਨੂੰ ਖਤਮ ਕਰਨਾ ਇਹਨਾਂ ਦੇ ਹਿੱਤ ਵਿੱਚ ਨਹੀਂ ਹੈਗਾ, ਇਹ ਵਿਰੋਧ ਦੇ ਵਿੱਚ ਭੁਗਤਣਗੇ। ਸੋ ਦੋਸਤੋ, ਇਹ ਆਰਟੀਕਲ ਅਸੀਂ ਤੁਹਾਡੇ ਨਾਲ ਸਾਂਝਾ ਕੀਤਾ ਔਰ ਬਿਲਕੁਲ ਮੰਨ ਕੇ ਚੱਲੋ, ਇਹ ਸੰਘਰਸ਼ ਕੱਲਾ ਪੰਜਾਬ ਦਾ, ਭਾਰਤ ਦਾ ਸੰਘਰਸ਼ ਨਹੀਂ ਹੈ, ਇਹ ਪੂਰੀ ਦੁਨੀਆ ਦਾ ਇਹ ਸੰਘਰਸ਼ ਬਣ ਚੁੱਕਿਆ ਆ ਔਰ ਪੂਰੀ ਦੁਨੀਆ ਇਹਨਾਂ ਤੇ ਅੱਖ ਜਿਹੜੀ ਟਿਕੀ ਹੋਈ ਹੈ ਔਰ ਇਹ ਬਹੁਤ ਆਉਂਦੇ ਸਮੇਂ ਦੇ ਵਿੱਚ ਇਹ ਆਪਣਾ ਹਿਸਟਰੀ ਬਣ ਕੇ ਰਹੂਗਾ ਔਰ ਬਾਕੀ ਦੁਨੀਆ ਦੇ ਸੰਘਰਸ਼ਾਂ ਨੂੰ ਇਹ ਮਾਰਗ ਜਿਹੜਾ ਦਰਸ਼ਨ ਕਰੂਗਾ। ਇਹ ਅਸੀਂ ਅੱਜ ਤੁਹਾਡੇ ਨਾਲ ਇਹ ਆਰਟੀਕਲ ਸਾਂਝਾ ਕਰਨਾ ਚਾਹੁੰਦੇ ਸੀ ਜੀ। ਤੋ ਆਖਰ ਵਿੱਚ ਬਿਲਕੁਲ ਬੜੀ ਸਪੀਡ ਨਾਲ ਜਿਹੜੇ ਇੱਥੇ ਲੋਕਲ ਮਸਲੇ ਆ ਔਰ ਅੱਜ ਜਿਹੜੀ ਇਮੀਗ੍ਰੇਸ਼ਨ ਮਿਨਿਸਟਰ ਨੇ ਅਨਾਉਂਸਮੈਂਟ ਕੀਤੀ ਹੈ ਕਿ ਕੁਝ ਪਰਿਵਾਰ ਜਿਹੜੇ ਨੇ ਸੈਪਰੇਟਡ ਨੇ, ਕਿ ਇੱਕ ਵਿਅਕਤੀ ਇੱਥੇ ਆ, ਦੂਸਰਾ ਹਸਬੈਂਡ ਜਾਂ ਵਾਈਫ ਆਫਸ਼ੋਰ ਕਿਤੇ ਸਟਕ ਆ ਜਾਂ ਬੱਚੇ ਉਹ ਸੈਪਰੇਟਡ ਨੇ, ਤਾਂ ਉਹ ਪਰਿਵਾਰ ਜਿਹੜੇ ਆ ਰੀਯੂਨਾਈਟ ਹੋ ਸਕਦੇ ਆ। ਉਹਦੀਆਂ ਕੰਡੀਸ਼ਨਸ ਇਹ ਨੇ ਕਿ ਜਿਹੜੇ ਹੈਲਥ ਵਰਕਰ ਨੇ ਇੱਥੇ ਔਰ ਉਹਨਾਂ ਦਾ ਵੀਜ਼ਾ ਅਗਰ 1 ਸਾਲ ਜਾਂ ਉਸ ਤੋਂ ਜ਼ਿਆਦਾ ਦਾ ਹਾਲੇ ਪਿਆ ਆ, ਬਾਕੀ ਪਿਆ, ਤਾਂ ਉਹਨਾਂ ਦਾ ਪਰਿਵਾਰ ਜਿਹੜਾ ਉਹਨਾਂ ਨੂੰ ਜੁਆਇਨ ਕਰ ਸਕਦਾ। ਇਹ 30 ਅਪ੍ਰੈਲ ਤੋਂ ਸ਼ੁਰੂ ਹੋਏਗੀ ਇਹ ਜਿਹੜੀ ਕਾਰਵਾਈ ਹੈ। ਪਰ ਜਿਹੜੇ ਭਾਰਤ ਤੋਂ ਫਿਰ ਵੀ ਕੋਈ ਨਹੀਂ ਟਰੈਵਲ ਕਰ ਸਕਦਾ ਅਗਰ ਟਰੈਵਲ ਬੈਨ ਜਾਰੀ ਰਹਿੰਦਾ ਆ 28 ਅਪ੍ਰੈਲ ਤੱਕ ਆ ਫਿਲਹਾਲ। ਤੋਂ ਦੇਖਦੇ ਹਾਂ ਅਗਰ 28 ਅਪ੍ਰੈਲ ਤੋਂ ਬਾਅਦ ਵੀ ਇੰਡੀਆ ਦਾ ਟਰੈਵਲ ਬੈਨ ਰਹਿੰਦਾ, ਸੋ ਉਹਨਾਂ ਨੂੰ ਇਹ ਸਹੂਲਤ ਨਹੀਂ ਹੋਈ ਹੋਊਗੀ, ਛੋਟੇ ਨੂੰ ਫਾਇਦਾ ਹੋਊਗਾ ਜੀ। ਹਾਂ, ਇਹ ਬਹੁਤ ਛੋਟੇ ਹਿੱਸੇ ਨੂੰ ਹੋਣਾ ਔਰ ਦੂਸਰੇ ਕਿਉਂਕਿ ਸਿਰਫ ਹੈਲਥ ਵਰਕਰ ਨੇ ਔਰ ਉਹ ਵੀ ਉਹਨਾਂ ਦਾ 1 ਸਾਲ ਦਾ ਵੀਜ਼ਾ ਹਲੇ ਬਾਕੀ ਹੋਣਾ ਚਾਹੀਦਾ ਔਰ ਹੈ ਵੀ ਇੱਥੇ ਨੇ। ਹਾਂ, ਇੱਥੇ ਓਬਵੀਅਸਲੀ ਇੱਥੇ ਨੇ, ਜੇ ਤੇ ਪੂਰੇ ਦਾ ਪੂਰਾ ਪਰਿਵਾਰ ਜੇ ਆਫਸ਼ੋਰ ਸਟ੍ਰੈਂਡਡ ਆ ਉਹ ਤਾਂ ਨਹੀਂ, ਇਹ ਜਿਹੜੇ ਕੁਛ ਹਿੱਸਾ ਪਰਿਵਾਰ ਦਾ ਇੱਥੇ ਆ ਉਹ ਕਨੈਕਟ ਹੋ ਸਕਦੇ ਆ। ਔਰ ਦੂਜੇ ਜਿਹੜੇ ਅਗਰ ਉਹ ਹੈਲਥ ਕੇਅਰ ਵਰਕਰ ਨਹੀਂ ਹੈਗੇ ਪਰ ਹਾਈ ਸਕਿੱਲ ਵਰਕਰ ਨੇ, ਹਾਈ ਸਕਿੱਲ ਵਰਕਰ ਦੀ ਡੈਫੀਨੇਸ਼ਨ ਇਹ ਆ ਕਿ ਉਹਨਾਂ ਦੀ ਸਾਲਾਨਾ ਜਿਹੜੀ ਸੈਲਰੀ ਆ $1,06,800 ਹੈ ਕਮ ਸੇ ਕਮ।
ਉਹ ਵੀ ਇਹ ਫੈਸਿਲਿਟੀ ਜਿਹੜੀ ਹੈ ਉਹਨਾਂ ਨੂੰ ਵੀ ਪ੍ਰੋਵਾਈਡਡ ਹੈ। ਇਹ ਮਤਲਬ ਇਹ ਵੀ ਬੜੀ ਛੋਟੀ ਜਿਹੀ ਗਿਣਤੀ ਹੋਊਗੀ ਜਿਹੜਾ ਇੰਨੀ ਵੱਡੀ ਸੈਲਰੀ ਤੇ ਨੇ ਲੋਕ। ਸੋ ਇਹ ਅੱਜ ਦੀ ਅਨਾਉਂਸਮੈਂਟ ਆ। ਤੋ ਸਾਨੂੰ ਹਮੇਸ਼ਾ ਹੀ ਸਾਡਾ ਇਹ ਮੰਨਣਾ ਹੁੰਦਾ ਕਿ ਜਦੋਂ ਅਸੀਂ ਆਵਾਜ਼ ਉਠਾਉਂਦੇ ਰਹਿੰਦੇ ਹਾਂ, ਸੜਕਾਂ ਤੇ ਉਤਰਦੇ ਰਹਿੰਦੇ ਹਾਂ, ਕੋਈ ਨਾ ਕੋਈ ਹਲਚਲ, ਚਾਹੇ ਉਹ ਬਿਲਕੁਲ ਇੰਨੀ ਛੋਟੀ ਹੋਈ ਹੋਵੇ, ਕੁਛ ਨਾ ਕੁਛ ਇਹਨਾਂ ਨੂੰ ਕਰਨਾ ਪੈਂਦਾ ਮਜਬੂਰ ਹੋ ਕੇ। ਸੋ ਪਿਛਲੇ ਹਫਤੇ 'ਚ 2 ਜਿਹੜੀਆਂ ਗੱਲਾਂ ਹੋਈਆਂ ਉਹਨਾਂ ਦਾ ਮੈਂ ਜ਼ਿਕਰ ਕਰਾਂਗੀ। ਇੱਕ ਤਾਂ ਸਨਿਚਰਵਾਰ ਨੂੰ ਅਸੀਂ ਇਕੱਤਰਤਾ ਸੀਗੀ ਪ੍ਰੋਟੈਸਟ ਸੈਂਡਰਿੰਗਮ 'ਚ ਸੀਗਾ। 50-60 ਦੇ ਕਰੀਬ ਲੋਕ ਸਨ ਔਰ ਸਿਰਫ ਭਾਰਤੀ ਮੂਲ ਦੇ ਨਹੀਂ, ਉਹਦੇ ਵਿੱਚ ਸ਼੍ਰੀਲੰਕਨ ਲੋਕ ਸੀਗੇ, ਜ਼ਿੰਬਾਬਵੇਨ ਸੀਗੇ, ਮੇਰੇ ਖਿਆਲ ਨੇਪਾਲ ਤੋਂ ਸੀਗੇ, ਇੱਕ ਚਾਈਨਾ ਤੋਂ ਸੀਗੇ, ਈਰਾਨ ਤੋਂ ਸੀਗੇ, ਯੂਰੋਗਵਾਈ, ਮਤਲਬ ਕਾਫੀ ਦੇਸ਼ ਸੀਗੇ। ਔਰ ਭਾਰਤ ਦੇ ਵੀ ਸਿਰਫ ਪੰਜਾਬੀ ਲੋਕ ਨਹੀਂ ਸੀਗੇ, ਅਲੱਗ-ਅਲੱਗ ਸੂਬਿਆਂ ਤੋਂ ਲੋਕ ਸੀਗੇ ਉੱਥੇ। ਆਂਧਰਾ ਪ੍ਰਦੇਸ਼ ਤੋਂ ਸੀਗੇ, ਸਾਊਥ ਤੋਂ ਸੀਗੇ, ਪੰਜਾਬ ਤੋਂ ਵੀ ਓਬਵੀਅਸਲੀ ਸੀਗੇ, ਹਿਮਾਚਲ ਤੋਂ। ਸੋ ਮਤਲਬ ਬਹੁਤ ਸਾਰੇ ਡਾਈਵਰਸ ਬਟ ਯੂਨਾਈਟਿਡ ਐਂਡ ਸਟਰੋਂਗ। ਸੋ ਇੱਕ ਤਾਂ ਇਹ ਸੀਗੀ ਆਵਾਜ਼ ਜਿਹੜੀ ਉਠਾਈ ਗਈ। ਔਰ ਉਸ ਤੋਂ ਪਹਿਲਾਂ ਇੱਕ ਦਿਨ ਸ਼ੁੱਕਰਵਾਰ ਪਾਰਲੀਮੈਂਟ ਵਿੱਚ ਉਹ ਸਬਮਿਸ਼ਨਸ ਦਾ ਦੌਰ ਚੱਲ ਰਿਹਾ ਸੀਗਾ ਕਿ ਇਹ ਪਿਛਲਾ 1 ਸਾਲ ਲਗਾਤਾਰ ਇਮੀਗ੍ਰੇਸ਼ਨ ਮਿਨਿਸਟਰ ਨੂੰ ਉਹ ਐਡੀਸ਼ਨਲ ਪਾਵਰਸ ਦਿੱਤੀਆਂ ਹੋਈਆਂ ਨੇ ਕਿ ਉਹ ਕੋਈ ਵੀ ਇਸ ਤਰ੍ਹਾਂ ਫੈਸਲੇ ਜਿਹੜੇ ਆਊਟਸਾਈਡ ਆਫ ਇਮੀਗ੍ਰੇਸ਼ਨ ਰੂਲਸ ਨੇ ਉਹ ਲੈ ਸਕਣ, ਜਿਹਦੇ ਤਹਿਤ ਪਿਛਲਾ ਸਾਲ ਲਗਾਤਾਰ ਇਹਨਾਂ ਨੇ ਕਦੀ ਉਹ ਵਰਕ ਵੀਜ਼ੇ ਸਰਟਨ ਕੈਟੇਗਰੀ ਦੇ ਆਟੋਮੈਟਿਕ ਐਕਸਟੈਂਸ਼ਨ ਕੀਤੀ ਹੈ, ਕਦੀ ਵਿਜ਼ਟਰ ਵੀਜ਼ਿਆਂ ਦੀ। ਸੋ ਉਸੇ ਤਰ੍ਹਾਂ ਤੇ ਅਗਲੇ 2 ਸਾਲ ਵੀ ਇਹ ਉਹ ਕਰਨਾ ਚਾਹੁੰਦੇ ਨੇ। ਸੋ ਉਹ ਬਿੱਲ ਪੇਸ਼ ਸੀਗਾ ਪਾਰਲੀਮੈਂਟ 'ਚ। ਸੋ ਇਸ ਤੋਂ ਪਹਿਲਾਂ ਕਿ ਉਹ ਬਿੱਲ ਲਾਅ ਬਣੇ, ਉਹਦੀ ਪਬਲਿਕ ਕੰਸਲਟੇਸ਼ਨ ਹੋਣੀ ਜ਼ਰੂਰੀ ਹੁੰਦੀ ਹੈ। ਸੋ ਉਸ ਕੰਸਲਟੇਸ਼ਨ 'ਚ ਅਸੀਂ ਵੀ ਮਾਈਗ੍ਰੈਂਟ ਵਰਕਰ ਐਸੋਸੀਏਸ਼ਨ ਨੇ ਸਬਮਿਸ਼ਨ ਰੱਖੀ ਰਿਟਨ 'ਚ, ਉਸ ਤੋਂ ਬਾਅਦ ਓਰਲ ਸਬਮਿਸ਼ਨ। ਸੋ ਉਹ ਫਰਾਈਡੇ ਨੂੰ ਸੀਗੀ ਔਰ ਮੈਂ ਵੀ ਜ਼ੂਮ ਤੇ ਜਾ ਕੇ ਆਨਲਾਈਨ ਉਹ ਕੀਤੀ। ਔਰ ਮੇਰੇ ਤੋਂ ਪਹਿਲਾਂ ਕਾਫੀ ਸਾਰੇ ਲੋਕ ਸੀ, ਮੇਰੇ ਖਿਆਲ 10-12 ਜਣੇ ਅਸੀਂ ਹੋਵਾਂਗੇ ਜਿਨ੍ਹਾਂ ਨੇ ਓਰਲ ਸਬਮਿਸ਼ਨ ਕੀਤੀਆਂ। ਬਹੁਤ ਵਧੀਆ ਰਹੀ। ਔਰ ਸਾਰੇ ਦੇ ਸਾਰੇ ਤਕਰੀਬਨ ਇਹੋ ਹੀ ਸੀਗੇ ਕਿ ਜਿਹੜੇ ਆਫਸ਼ੋਰ ਸਟਕ ਨੇ ਉਹਨਾਂ ਲਈ ਕੁਝ ਤਾਂ ਅਨਾਉਂਸ ਕਰੋ। ਮਤਲਬ ਤੁਸੀਂ ਅਗਰ ਆਪਣੀਆਂ ਐਡੀਸ਼ਨਲ ਪਾਵਰਸ ਲੈਣੀਆਂ ਨੇ, ਉਹਨਾਂ ਪਾਵਰਸ ਦਾ ਇਸਤੇਮਾਲ ਜਿਹੜਾ ਆ ਉਹ ਜ਼ਿਆਦਾ ਹੋਣਾ ਚਾਹੀਦਾ। ਪਿਛਲੇ ਸਾਲ 'ਚ ਠੀਕ ਹੈ ਜ਼ਰੂਰ ਤੁਸੀਂ ਕੁਝ ਕੁ ਲੋਕਾਂ ਨੂੰ ਇੱਕ ਟੈਂਪਰਰੀ ਜਾਂ ਰਿਲੀਫ ਜਿਹੜਾ ਪ੍ਰੋਵਾਈਡ ਕੀਤਾ। ਸੋ ਸਾਡੀ ਵੀ ਇਹੋ ਹੀ ਗੱਲ ਸੀ ਕਿ ਅਸੀਂ ਇਹ ਤੁਹਾਡਾ ਬਿੱਲ ਸਪੋਰਟ ਕਰਦੇ ਹਾਂ, ਪਰ ਅਸੀਂ ਇਹ ਵੀ ਦੇਖਣਾ ਚਾਹਾਂਗੇ ਕਿ ਤੁਸੀਂ ਆਪਣੀ ਇਸ ਐਡੀਸ਼ਨਲ ਪਾਵਰ ਦਾ ਜ਼ਿਆਦਾ ਫ੍ਰੀਕੁਐਂਟ ਇਸਤੇਮਾਲ ਕਰੋਗੇ ਔਰ ਜ਼ਿਆਦਾ ਲੋਕਾਂ ਨੂੰ ਬੈਨੀਫਿਟ ਦੇਣ ਲਈ ਇਹਦਾ ਇਸਤੇਮਾਲ ਕਰੋਗੇ। ਤੋ ਉਹਦੇ ਵਿੱਚ ਹਾਂ ਦੇਖੋ ਕੀ ਹੁੰਦਾ। ਸੋ ਇਮੀਡੀਏਟਲੀ ਇਹ 2 ਚੀਜ਼ਾਂ ਤੋਂ ਬਾਅਦ ਸੰਡੇ ਸ਼ਾਮ ਨੂੰ ਥੋੜੀ ਜਿਹੀ ਅਨਾਉਂਸਮੈਂਟ ਆਉਂਦੀ ਹੈ ਔਰ ਅੱਜ ਉਹ ਕਰਦੇ ਨੇ ਪ੍ਰੈਸ ਕਾਨਫਰੰਸ। ਤੋ ਜਿਹੜੇ ਲੋਕਾਂ ਨੂੰ ਲੱਗਦਾ ਹੁੰਦਾ ਕਿ ਪ੍ਰੋਟੈਸਟ ਕਰਨ ਨਾਲ ਨੁਕਸਾਨ ਹੁੰਦਾ ਆ, ਇਹ ਤੁਹਾਡੇ ਸਾਹਮਣੇ ਹੀ ਪਈ ਆ ਗੱਲ ਬਿਲਕੁਲ ਕਿ ਫਾਇਦੇ ਹੁੰਦੇ ਆ, ਚਾਹੇ ਉਹ ਜਿੰਨੀ ਵੱਡੀ ਇੰਟੈਂਸਿਟੀ ਜਾਂ ਜਿੰਨੀ ਤੇਜ਼ੀ ਨਾਲ ਹੋਣੇ ਚਾਹੀਦੇ ਉਹਨਾਂ ਇਹ ਨਹੀਂ ਕਰ ਰਹੇ, ਪਰ ਫਿਰ ਵੀ ਕੁਛ ਨਾ ਕੁਛ ਇਹਨਾਂ ਨੂੰ ਮਜਬੂਰ ਹੋ ਕੇ ਹਿਲਜੁਲ ਤਾਂ ਕਰਨੀ ਪੈਂਦੀ ਹੈ। ਚਾਹੇ ਥੋੜੇ ਜਿਹੇ ਪਰਿਵਾਰ ਹੀ ਯੂਨਾਈਟ ਹੋਣਗੇ, ਪਰ ਫਿਰ ਵੀ ਉਹ ਪਰਿਵਾਰਾਂ ਲਈ ਇਹ ਬਹੁਤ ਸੁਖਾਵੀਂ ਖੁਸ਼ੀ ਦੀ ਖਬਰ ਆ। ਬਿਲਕੁਲ ਸੰਘਰਸ਼ ਜਾਰੀ ਰਹਿਣਾ ਚਾਹੀਦਾ ਹੁਣ ਕਿਸੇ ਵੀ ਹਾਲਤ ਦੇ ਵਿੱਚ। ਹਾਂ, ਇਹ ਬਿਲਕੁਲ ਹੋਰ ਇਸ ਤੋਂ ਜ਼ਿਆਦਾ ਵੱਡਾ ਹੀ ਹੋਣਾ ਚਾਹੀਦਾ। ਸੋ ਉਸੇ ਤਰ੍ਹਾਂ ਤੇ ਅਗਲੇ ਸਨੀਚਰਵਾਰ ਫਿਰ ਅਸੀਂ ਦੁਪਹਿਰ 12 ਵਜੇ ਸੈਂਡਰਿੰਗਮ ਵਿੱਚ 598 ਸੈਂਡਰਿੰਗਮ ਰੋਡ, ਜਿਹੜਾ ਕਿ ਇੱਕ ਛੋਟਾ ਜਿਹਾ ਪਾਰਕ ਆ ਡਾਇਰੈਕਟਲੀ ਆਪੋਜ਼ਿਟ ਪੈਰਾਡਾਈਜ਼ ਰੈਸਟੋਰੈਂਟ, ਉੱਥੇ ਅਸੀਂ ਇਕੱਤਰ ਹੋਵਾਂਗੇ ਆਉਂਦੇ ਸੈਟਰਡੇ 24 ਅਪ੍ਰੈਲ ਦਿਨ ਸਨੀਚਰਵਾਰ ਦੁਪਹਿਰ 12 ਵਜੇ। ਤੋਂ ਅਸੀਂ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਕਿ ਜ਼ਰੂਰ ਆਓ। ਆਈ ਨੋ ਲੌਂਗ ਵੀਕਐਂਡ ਆ, ਮੰਡੇ ਦੀ ਛੁੱਟੀ ਆ, ਸ਼ਾਇਦ ਲੋਕ ਬਾਹਰ ਵੀ ਜਾਣਗੇ, ਸਕੂਲਾਂ 'ਚ ਵੀ ਛੁੱਟੀ ਆ, ਪਰ ਇਹ ਇੱਕ ਜਿਹੜਾ ਕਾਰਜ ਆ ਇਹਨੂੰ ਵੀ ਤੁਸੀਂ ਇੱਕ ਛੁੱਟੀਆਂ ਦੀ ਇੱਕ ਐਕਟੀਵਿਟੀ ਲੈ ਕੇ ਚੱਲੋ, ਪਰਿਵਾਰਾਂ ਸਮੇਤ ਬੱਚਿਆਂ ਸਮੇਤ ਆਓ, ਤਾਂ ਕਿ ਅਸੀਂ ਇਹ ਜਿਹੜੀ ਇੱਕ ਹੁਣ ਥੋੜਾ ਮੋਮੈਂਟਮ ਬਣਨਾ ਸ਼ੁਰੂ ਹੋਇਆ ਆ, ਫਿਰ ਇਹਨੂੰ ਅਸੀਂ ਬਰਕਰਾਰ ਰੱਖੀਏ ਔਰ ਇਹਨੂੰ ਵਧਾ ਸਕੀਏ। ਸਾਰਿਆਂ ਨੂੰ ਪਤਾ ਕਿ ਕੋਵਿਡ ਜਿਹੜਾ ਲਾਕਡਾਊਨ ਸ਼ੁਰੂ ਹੋਣ ਤੋਂ ਪਹਿਲਾਂ ਵੀ ਵੀਜ਼ਾ ਪ੍ਰੋਸੈਸਿੰਗ ਡਿਲੇਜ਼ ਦੇ ਜਿਹੜੇ ਪ੍ਰੋਟੈਸਟ ਸੀਗੇ ਉਹਨਾਂ ਦੀ ਜਿਹੜੀ ਇਕੱਤਰਤਾ ਵੱਧਦੀ ਜਾ ਰਹੀ ਸੀਗੀ, ਇੱਥੋਂ ਤੱਕ ਕਿ 250-300 ਲੋਕਾਂ ਨੇ ਮਾਰਚ ਕੀਤਾ ਸੀ ਕੁਈਨ ਸਟਰੀਟ ਤੇ। ਤੋ ਅਸੀਂ ਇਹਨੂੰ ਫਿਰ ਉੱਥੋਂ ਤੱਕ ਲੈ ਕੇ ਜਾਣਾ ਆ। ਸੋ ਅਸੀਂ ਜਿਹੜਾ ਓਰਲ ਸਬਮਿਸ਼ਨ ਕੀਤਾ ਉਹਦੇ 'ਚ ਮੰਗ ਤਾਂ ਅਸੀਂ ਉਹ ਰੈਜ਼ੀਡੈਂਸ ਵਾਲੀ ਵੀ ਰੱਖੀ ਕਿ ਕਿੰਨਾ ਕੁ ਚਿਰ ਤੁਸੀਂ ਲੋਕਾਂ ਨੂੰ ਲਟਕਾ ਕੇ ਰੱਖੋਗੇ। ਤੋ ਆਓ ਸਾਰੇ ਇਕੱਠੇ ਹੋ ਕੇ ਇਹ ਜਿਹੜਾ ਇੱਕ ਉਪਰਾਲਾ ਆ ਇਹਨੂੰ ਜਾਰੀ ਰੱਖੀਏ। ਹੁਣ ਇਹ ਸਿਰਫ ਭਾਰਤੀ ਮੂਲ ਦੇ ਲੋਕਾਂ ਦੀ ਮੂਵਮੈਂਟ ਨਹੀਂ ਰਹਿ ਗਈ, ਜਿਸ ਤਰ੍ਹਾਂ ਮੈਂ ਪਹਿਲੇ ਦੱਸਿਆ ਅਲੱਗ-ਅਲੱਗ ਦੇਸ਼ਾਂ ਦੇ ਲੋਕ ਵਿੱਚ ਸ਼ਾਮਲ ਨੇ ਔਰ ਹੋਰ 3-4 ਜਿਹੜੇ ਅਲੱਗ-ਅਲੱਗ ਗਰੁੱਪਸ ਨੇ ਉਹਨਾਂ ਦੀ ਵੀ ਸਾਡੇ ਨਾਲ ਰੈਗੂਲਰ ਮੀਟਿੰਗ ਹੋਣੀ ਸ਼ੁਰੂ ਹੋ ਗਈ ਹੈ, ਜਿਹੜੇ ਮਾਈਗ੍ਰੈਂਟਸ ਦੇ ਗਰੁੱਪ ਨੇ ਆਕਲੈਂਡ ਤੋਂ ਬਾਹਰ ਨੇ। ਸੋ ਰੈਗੂਲਰ ਅਸੀਂ ਉਹ ਮਿਲ ਕੇ ਗੱਲਬਾਤ ਕਰਦੇ ਹਾਂ, ਸਟ੍ਰੈਟਜੀ ਤੈਅ ਕਰਦੇ ਹਾਂ। ਤੋ ਇਹਨੂੰ ਜਾਰੀ ਰੱਖੀਏ। ਤੋ ਸਾਰਿਆਂ ਨੂੰ ਅਸੀਂ ਰਿਕੁਐਸਟ ਕਰਦੇ ਹਾਂ ਕਿ ਮਿਲਦੇ ਹਾਂ ਅਸੀਂ ਤੁਹਾਨੂੰ ਆਉਂਦੇ ਸਨੀਚਰਵਾਰ ਦੁਪਹਿਰ 12 ਵਜੇ 598 ਸੈਂਡਰਿੰਗਮ ਰੋਡ ਆਪੋਜ਼ਿਟ
ਪੈਰਾਡਾਈਜ਼ ਰੈਸਟੋਰੈਂਟ ਇਨ ਸੈਂਡਰਿੰਗਮ ਆਕਲੈਂਡ। ਧੰਨਵਾਦ। ਉਸ ਤੋਂ ਬਾਅਦ ਜੀ ਅਸੀਂ ਸੋਮਵਾਰ ਨੂੰ ਇਸੇ ਰੇਡੀਓ ਪ੍ਰੋਗਰਾਮ 'ਚ ਤੁਹਾਡੇ ਨਾਲ ਮਿਲਾਂਗੇ। ਅਲਵਿਦਾ। सिर ते बोझ पारा अंदरों चुर रहे